माता जी वाहिगुरू जी का खालसा वाहिगुरू जी की फतेह बेटा। वाहिगुरू जी का खालसा वाहिगुरू जी की फतेह। हाँ जी नेजर साहब टाइम हो गया जो करो शुरू विचार। हाँ जी वीर जी। ਆਪਾਂ ਜਿਹੜੀ ਹੈਗੀ ਉਹ ਸਾਰੰਗ ਦੇ ਰਾਗ ਦੇ ਵਿੱਚ ਜਿਹੜੀ ਵਾਰ ਸ਼ੁਰੂ ਕੀਤੀ ਸੀ ਚੌਥੀ ਪਾਤਸ਼ਾਹੀ ਲਈ, ਉਹ ਪਹਿਲੀ ਪੌੜੀ ਵੀ ਪੂਰੀ ਨਹੀਂ ਹੋਈ ਸੀਗੀ ਤੇ ਉਹਦੇ ਪਹਿਲਾਂ ਜਿਹੜੇ ਸ਼ਲੋਕ ਲਏ ਸੀਗੇ ਆਪਾਂ ਨੇ ਦੋ, ਇੱਕ ਹੋਰ ਸ਼ਲੋਕ ਹੈਗਾ ਤੇ ਉਸ ਤੋਂ ਬਾਅਦ ਪੌੜੀ ਆਊਗੀ। ਤੇ ਪਹਿਲਾਂ ਜਿਹੜੇ ਸ਼ਲੋਕ ਸੀਗੇ ਉਹਦੇ ਵਿੱਚ ਪਹਿਲੇ ਸ਼ਲੋਕ 'ਚ ਮਹਾਰਾਜ ਨੇ ਕਿਹਾ ਸੀਗਾ ਵੀ ਗੁਰਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਇਹ ਜਿਹੜੀ ਹੈਗੀ ਆ ਗੁਰੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ ਜਿਹੜਾ ਹੈਗਾ ਇਹ ਮਨ ਦਾ ਤਾਕ ਜਿਹੜਾ ਉਗੜਨਾ ਨਹੀਂ ਆ। ਹੋਰ ਕਿਸੇ ਦੇ ਕੋਲ ਕੁੰਜੀ ਨਹੀਂ ਹੈਗੀ ਆ। ਇਹ ਕੁੰਜੀ ਜਿਹੜੀ ਹੈਗੀ ਆ ਕਿਉਂਕਿ ਜਿਹੜੇ ਬ੍ਰਹਮ ਗਿਆਨੀ ਹੈਗੇ, ਜਿਹੜੇ ਗੁਰੂ ਹੈਗੇ, ਉਹਨਾਂ ਨੇ ਯਾਤਰਾ ਕਰ ਲਈ ਆ। ਯਾਤਰਾ ਕਰਕੇ ਉਹਨਾਂ ਨੂੰ ਜਿਹੜਾ ਹੈਗਾ, ਕਿਉਂਕਿ ਉਹਨਾਂ ਨੇ ਯਾਤਰਾ ਕੀਤੀ ਹੈ ਔਰ ਉਹਨਾਂ ਨੇ ਦਸਮ ਦੁਆਰ ਜਿਹੜਾ ਹੈਗਾ ਇਹ ਕੁੰਜੀ ਜਿਹੜੀ ਹੈਗੀ ਉਹਨਾਂ ਨੇ ਲਾਈ ਆ ਤੇ ਉਹਨਾਂ ਨੂੰ ਪਤਾ ਆ। ਉਹਨਾਂ ਦੇ ਕੋਲੋਂ ਗਿਆਨ ਲੈ ਕੇ ਵੀ ਕਿਸ ਤਰ੍ਹਾਂ ਤੁਸੀਂ ਦਸਮ ਦੁਆਰ ਖੋਲ੍ਹਿਆ, ਕਿਸ ਤਰ੍ਹਾਂ ਤੁਸੀਂ ਕੁੰਜੀ ਲਗਾਈ, ਕਿਹੜੀ ਕੁੰਜੀ ਲਗਾਈ ਆ, ਇਹ ਧਿਆਨ ਸਿਮਰਨ ਵਾਲੀ ਕੁੰਜੀ ਤੁਸੀਂ ਕਿਵੇਂ ਲਗਾਈ ਆ, ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਆਪਾਂ ਇਹ ਯਾਤਰਾ ਕਰ ਸਕਦੇ ਹਾਂ ਦਸਮ ਦੁਆਰ ਦੀ। ਇਹ ਕਹਿ ਰਹੇ ਆ ਮਹਾਰਾਜ। ਇਸ ਤੋਂ ਅੱਗੇ ਮਹਾਰਾਜ ਨੇ ਦੱਸਿਆ ਵੀ ਹੋਰ ਕੋਈ ਤਰੀਕਾ ਨਹੀਂ ਹੈਗਾ ਜਿਹੜਾ ਹੈਗਾ ਇਸ ਦਸਮ ਦੁਆਰ ਨੂੰ ਖੋਲ੍ਹਣ ਦਾ, ਕਿਸੇ ਰਾਗ ਦੇ ਦੁਆਰਾ, ਕਿਸੇ ਗਿਆਨ ਦੇ ਦੁਆਰਾ ਜਿਹੜਾ ਹੈਗਾ। ਗਿਆਨ ਨੂੰ ਜਦ ਤੱਕ ਵਰਤਾਂਗੇ ਨਹੀਂ ਤਦ ਤੱਕ ਇਕੱਲੇ ਗਿਆਨ ਦੇ ਦੁਆਰਾ ਜਿਹੜਾ ਹੈਗਾ ਦਸਮ ਦੁਆਰ, ਕੋਈ ਗ੍ਰੰਥ ਕਿੰਨੇ ਮਰਜ਼ੀ ਜਿਹੜੇ ਹੈਗੇ ਪਾਠ ਕਰਨ ਦੇ ਨਾਲ, ਕਿਸ ਤਰੀਕੇ ਦੇ ਨਾਲ ਮਰਜ਼ੀ ਤੀਰਥਾਂ 'ਤੇ ਨੰਗੇ ਪੈਰੀ ਤੀਰਥਾਂ 'ਤੇ ਭਵਨ 'ਤੇ ਨੰਗੇ ਰਹਿ ਕੇ ਤੀਰਥਾਂ 'ਤੇ ਰਹਿਣ ਦੇ ਨਾਲ, ਹੋਰ ਜਿਹੜੇ ਦਾਨ ਕਰਨ ਦੇ ਨਾਲ, ਪੂਜਾ ਕਰਨ ਦੇ ਨਾਲ, ਹੋਰ ਸੂਰਮੇ ਬਣ ਕੇ ਭਿੜਨ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਇਹ ਦੁਆਰ ਨਹੀਂ ਖੁੱਲ੍ਹ ਸਕਦਾ। ਇਹ ਪਰਮਾਤਮਾ ਵਾਲੀ ਯਾਤਰਾ ਜਿਹੜੀ ਹੈ ਇਹ ਨਹੀਂ ਹੁੰਦੀ ਆ। ਤੇ ਲੇਖਾ ਲਿਖੀਏ ਮਨ ਕੇ ਭਾਏ, ਨਾਨਕ ਭੀਜੇ ਸਾਚੇ ਨਾਏ। ਜਦ ਤੱਕ ਆਪਣਾ ਮਨ ਦੇ ਵਿੱਚ ਪਿਆਰ, ਮਨ ਦੇ ਨਾਲ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਲੇਖਾ, ਇਹ ਧਿਆਨ ਸਿਮਰਨ ਵਾਲਾ ਲੇਖਾ ਨਹੀਂ ਲਿਖਦੇ, ਇਹ ਤੇ ਇਸ ਜਗ੍ਹਾ 'ਤੇ ਸਵਾਸ ਨਹੀਂ ਲਗਾਉਂਦੇ ਜਿਹੜੇ ਸਵਾਸ ਮਾਲਕ ਪਰਮਾਤਮਾ ਨੇ ਆਪਾਂ ਨੂੰ ਦਿੱਤੇ ਆ, ਤਦ ਤੱਕ ਉਹ ਮਾਲਕ ਪਰਮਾਤਮਾ ਨਹੀਂ ਭੇਜਦਾ ਪਾਏ, ਤਦ ਤੱਕ ਜਿਹੜਾ ਹੈਗਾ ਇਹ ਦਰ ਜਿਹੜਾ ਹੈਗਾ ਨਹੀਂ ਖੁੱਲ੍ਹਦਾ। ਉਹ ਸੱਚੇ ਨਾਮ ਦੇ ਦੁਆਰਾ ਹੀ ਖੋਲ੍ਹਣਾ ਆ। ਇਸ ਤੋਂ ਅੱਗੇ ਹੁਣ ਜਿਹੜਾ ਹੈਗਾ ਆਪਾਂ ਸ਼ਲੋਕ ਆਇਆ ਮਹੱਲਾ ਪਹਿਲਾ, 9-6 ਖਟਕਾ ਕਰੇ ਵਿਚਾਰ। 9 ਜਿਹੜੇ ਹੈਗੇ ਆ ਇਹ ਵਿਆਕਰਣ ਹੈਗੇ ਆ, 9 ਵਿਆਕਰਣਾਂ ਦਾ, 6 ਜਿਹੜੇ ਹੈਗੇ ਆ ਸ਼ਾਸਤਰਾਂ ਦਾ। ਫਿਰ ਖਟ ਦਾ ਮਤਲਬ ਆ, ਖਟ ਦਾ ਮਤਲਬ ਵੀ 6 ਹੀ ਹੁੰਦਾ ਹੈ। 6 ਜਿਹੜੇ ਹੈਗੇ ਆ ਇਹ ਵੇਦਾਂਗ ਹੈਗੇ, ਵੇਦਾਂ ਦੇ ਅੰਗ ਹੈਗੇ 6। ਜਿਸ ਤਰ੍ਹਾਂ ਉਹ ਜਿਹੜੇ ਹੈਗੇ ਇੱਕ ਜੋਤਿਸ਼ ਹੈ, ਇੱਕ ਵਿਆਕਰਣ ਹੈਗਾ ਉਹਦਾ ਅੰਗ। ਇਸ ਤਰ੍ਹਾਂ ਜਿਹੜੇ ਹੈਗੇ ਇੱਕ ਕਲਪ ਹੈਗਾ, ਇੱਕ ਸਿਕਸ਼ਾ ਹੈਗਾ। ਇਹ ਵੇਦਾਂ ਦੇ ਅੰਗ ਹੈਗੇ ਆ। ਨਿਰੁਕਤ, ਛੰਦ, ਇਹ 6 ਜਿਹੜੇ ਹੈਗੇ ਵੇਦ ਦੇ ਅੰਗ ਹੈਗੇ। ਜੇ ਇਹਨਾਂ ਦਾ ਵੀ ਕੋਈ ਜਿਹੜਾ ਹੈਗਾ ਬਹੁਤ ਪੂਰਾ ਗਿਆਤਾ ਹੋਏ, ਇਹਨਾਂ ਦਾ ਵੀ ਵਿਚਾਰਵਾਨ ਜਿਹੜਾ ਹੈਗਾ, ਸਾਰੇ ਜਿਹੜੇ ਹੈਗੇ ਇਹਨਾਂ ਦਾ ਗਿਆਨ, ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਉਹਨੇ ਘੋਖ ਲਿਆ, ਚੰਗੀ ਤਰ੍ਹਾਂ ਗਿਆਨ ਲੈ ਲਿਆ, ਇਹਨਾਂ ਦਾ ਵਿਚਾਰ ਕਰ ਲਿਆ। ਨਿਸ ਦਿਨ ਉਚਰੈ ਭਾਰ
18 और निस दिन हर रोज़ जिहड़ा हैगा 18 भागां वाला जिहड़ी महाभारत हैगी आ, गीता हैगी आ, रोज़ जिहड़ा हैगा ਉਹਨੂੰ ਪੜ੍ਹਦਾ ਹੋਏ, ਉਚਰਦਾ ਹੋਏ, ਉਚਰਨਾ ਮਤਲਬ ਉਚਾਰਦਾ ਹੋਏ, ਬੋਲਦਾ ਹੋਏ, ਪੜ੍ਹਦਾ ਹੋਏ, ਤਿੰਨ ਵੀ ਅੰਤ ਨਾ ਪਾਇਆ ਤੋਹੇ, ਉਸਨੇ ਵੀ ਉਸ ਮਾਲਕ ਪਰਮਾਤਮਾ ਦਾ ਅੰਤ ਨਹੀਂ ਪਾਇਆ, ਨਾ ਪਾ ਸਕਦਾ। ਅੰਤ ਤਾਂ ਉਹਦਾ ਕੋਈ ਪਾ ਹੀ ਨਹੀਂ ਸਕਦਾ। ਨਾਮ ਵਿਹੂਣ ਮੁਕਤ ਕਿਉਂ ਹੋਏ, ਨਾਮ ਤੋਂ ਬਗੈਰ ਲੇਖਾ ਲਿਖੀਏ ਮਨ ਕੇ ਭਾਏ, ਨਾਨਕ ਭੀਜੇ ਸਾਚੇ ਨਾਏ, ਨਾਮ ਤੋਂ ਬਗੈਰ ਨਾਮ ਵਿਹੂਣ ਮੁਕਤ ਕਿਉਂ ਹੋਏ। ਕਹਿੰਦੇ ਕੋਈ ਵੀ ਇਸ ਸੰਸਾਰ ਸਮੁੰਦਰ ਤੋਂ, ਇਸ ਸਰੀਰ ਦੀ ਕੈਦ ਚੋਂ ਮੁਕਤ ਨਹੀਂ ਹੋ ਸਕਦਾ। ਨਾਮ ਵਿਹੂਣ ਮੁਕਤ ਕਿਉਂ ਹੋਏ। ਨਾਭ ਵਸਤ ਬ੍ਰਹਮੈ ਅੰਤ ਨਾ ਜਾਣਿਆ। ਨਾਭੀ ਦੇ ਵਿੱਚੋਂ ਜਿਹੜਾ ਬ੍ਰਹਮਾ ਦਾ ਕਹਿੰਦੇ ਆ, ਕਮਲ ਦੀ ਨਾਭੀ ਚੋਂ ਪੈਦਾ ਹੋਇਆ ਬ੍ਰਹਮਾ, ਕਹਿੰਦੇ ਨਾਭੀ ਦੇ ਵਿੱਚ ਰਹਿਣ ਵਾਲੇ ਬ੍ਰਹਮਾ ਨੇ ਵੀ ਉਸ ਮਾਲਕ ਪਰਮਾਤਮਾ ਦਾ ਅੰਤ ਨਹੀਂ ਪਾਇਆ। ਬ੍ਰਹਮਾ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਉਹਦੀ ਜਿਹੜੀ ਪਰਮਾਤਮਾ ਨੇ ਜਿਹੜੀ ਕੁਦਰਤ ਬਣਾਈ ਆ, ਜਿਹੜੀ ਦੁਨੀਆ, ਜਿਹੜੇ ਆਕਾਰ ਹੈਗੇ, ਸ੍ਰਿਸ਼ਟੀ ਹੈਗੀ, ਸ੍ਰਿਸ਼ਟੀ 'ਚੋਂ ਉਹਨੇ ਬ੍ਰਹਮੇ ਨੇ ਬਈ ਸ੍ਰਿਸ਼ਟੀ ਦੇ ਨਾਲੋਂ ਮੈਂ ਕਰਤੇ ਦਾ ਪਤਾ ਕਰਨਾ ਹੈ, ਸ੍ਰਿਸ਼ਟੀ ਦਾ ਪਤਾ ਸ੍ਰਿਸ਼ਟੀ ਤੋਂ ਲਾਉਣਾ ਹੈ। ਪਰ ਜਿਹੜਾ ਹੈਗਾ ਉਹ ਵੀ ਅੱਗੇ ਅੱਗੇ ਨੇਤੀ ਕਰਦਾ ਹੀ ਜਿਹੜਾ ਹੈਗਾ ਬ੍ਰਹਮਾ ਚਲਾ ਗਿਆ। ਆ ਵੀ ਨਹੀਂ, ਉਹ ਅੰਤ ਨਹੀਂ ਪਾ ਸਕਿਆ। ਗੁਰਮੁਖੇ ਨਾਨਕ ਨਾਮ ਪਛਾਣਿਆ। ਜੋ ਗੁਰੂ, ਜੋ ਬ੍ਰਹਮ ਗਿਆਨੀ, ਜੋ ਜਿਹੜੇ ਹੈਗੇ ਆ ਉਹਨਾਂ ਦੇ ਰਾਹੀਂ ਉਹਨਾਂ ਦਾ ਉਹ ਜਿਹੜੇ ਬ੍ਰਹਮ ਗਿਆਨ ਜਿਹੜਾ ਰਸਤਾ ਦੱਸਦਾ ਹੈ, ਜਿਹੜੇ ਬ੍ਰਹਮ ਗਿਆਨੀ ਰਾਹ ਦੱਸਦੇ, ਉਸ ਰਸਤੇ 'ਤੇ ਚੱਲ ਕੇ ਜਿਹੜੇ ਹੈਗੇ ਆ ਉਸ ਮਾਲਕ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ, ਉਹਦੀ ਮਿਹਰ ਦਾ ਪਾਤਰ ਬਣਿਆ ਜਾ ਸਕਦਾ ਹੈ। ਔਰ ਦਾਤ ਜਿਹੜੀ ਹੈ ਮਾਲਕ ਪਰਮਾਤਮਾ ਨੇ ਆਪ ਟੁੱਟ ਕੇ ਦੇਣੀ ਹੈ। ਜੇ ਆਪਾਂ ਕਹੀਏ ਵੀ ਅਸੀਂ ਭਗਤੀ ਦੇ ਨਾਲ ਪਰਮਾਤਮਾ ਨੂੰ ਪਾ ਲਿਆ ਤੇ ਭਗਤੀ ਵੱਡੀ ਹੋ ਜਾਏਗੀ ਤੇ ਪਰਮਾਤਮਾ ਜਿਹੜਾ ਹੈਗਾ ਭਗਤੀ ਪਰਮਾਤਮਾ ਤੋਂ ਉੱਪਰ ਹੋ ਗਈ ਭਗਤੀ, ਨਹੀਂ ਬਾਈ, ਭਗਤੀ ਦੇ ਨਾਲ ਪਾਤਰ ਬਣ ਸਕਦੇ ਆ। ਅੱਗੇ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਨੇ ਜਿਹੜੀ ਹੈ ਕਿਰਪਾ ਉਸਨੇ ਆਪ ਕਰਨੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਸ਼ਚਿਤ ਸਾਹਿਬ। ਇਹ ਅੱਜ ਦੀ ਵਿਚਾਰ ਸਾਧ ਸੰਗਤ ਜੀ ਜਿਹੜੀ ਹੈ ਨਾ, ਆਪਾਂ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਆਪਾਂ ਵਿਚਾਰ ਕਰਨੀ ਛੋਟੀ ਜੀ। ਦੇਖੋ ਸਾਡੇ ਤੇ ਜਾਨਵਰਾਂ ਦੇ ਵਿੱਚ ਜੋ ਫਰਕ ਆ, ਉਹ ਫਰਕ ਹੈ ਕੇਵਲ ਜਿੰਨਾ ਕਿ ਸਾਡੇ ਕੋਲ ਬੁੱਧੀ ਹੈਗੀ ਆ ਤੇ ਜਾਨਵਰਾਂ ਕੋਲ ਬੁੱਧੀ ਨਹੀਂ ਹੈਗੀ। ਤੁਸੀਂ ਦੇਖ ਲਓ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਜਿੱਦਾਂ ਦਾ ਜੀਵਨ ਸੀ ਜਾਨਵਰਾਂ ਦਾ, ਉਸੇ ਤਰ੍ਹਾਂ ਦਾ ਜੀਵਨ ਅੱਜ ਵੀ ਹੈ। ਉਹਨਾਂ ਦੇ ਜੀਵਨ 'ਚ ਕੋਈ ਬਦਲਾਅ ਨਹੀਂ ਹੋਇਆ। ਸਾਡੇ ਜੀਵਨ 'ਚ ਪਰਿਵਰਤਨ ਦਾ ਕਾਰਨ ਕੀ ਹੈ? ਸਾਡੇ ਕੋਲ ਬੁੱਧੀ ਹੈਗੀ। ਤੇ ਸਭ ਸਹੀ ਹੈ ਨਾ? ਬਿਲਕੁਲ ਸਹੀ, ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ। ਇਸ ਲੈਵਲ ਤੇ ਸੋਚਣਾ ਬਹੁਤ, ਮਤਲਬ ਆਪਾਂ ਸੋਚਦੇ ਨਹੀਂ ਆ, ਬਹੁਤ ਕਮਾਲ ਦਾ ਗਿਆਨ ਹੈ। ਹਾਂ, 84 ਲੱਖ ਜੂਨੀ 'ਚ ਇੱਕ ਇਕੱਲਾ ਇਨਸਾਨ ਆ। ਕਿਸੇ ਐਲੀਫੈਂਟ ਨੇ ਵੇਖਿਆ ਘਰ ਬਣਾਇਆ? ਹਾਂ, ਇੱਟਾਂ ਦੀ ਪ੍ਰਯੋਗ ਕੀਤਾ ਉਹਨੇ, ਇੱਟਾਂ ਦਾ ਪ੍ਰਯੋਗ ਕਿਤੇ ਵੇਖਿਆ ਉਹਨੇ? ਬੰਬੀ ਲਾਲੀ ਸਾਡੇ ਕੋਲ ਖੂਹ ਪੁੱਟ ਰਿਹਾ? ਨਹੀਂ। ਉਹ ਨੈਚੁਰਲ ਰਿਸੋਰਸ ਜਿਹੜੇ ਹੈਗੇ ਉਹਨਾਂ ਤੇ ਸਰਵਾਈਵ ਕਰਦੇ ਨੇ ਤੇ ਉਹਨਾਂ ਦਾ ਜੀਵਨ ਉਸੇ ਹੀ ਤਰ੍ਹਾਂ ਦਾ ਰਹਿਣਾ। ਇਸ ਲਈ ਤੇ ਬਾਣੀ ਕਹਿੰਦੀ ਹੈ ਮਾਨਸ ਜਨਮ ਦੁਰਲਭ ਹੈ। ਹੋਏ ਨਾ ਬਾਰੰਬਾਰ, ਹੋਏ ਨਾ ਬਾਰੋਬਾਰ, ਨਾ ਬਾਰ ਹੋਏ ਨਾ ਬਾਰੰਬਾਰ। ਹਾਂ, ਉਹਦਾ ਕਾਰਨ ਕੀ ਹੈ ਕਿ ਕਾਫੀ ਪਾਵਰਫੁਲ ਚੀਜ਼ ਹੈ। ਹੁਣ ਇੱਥੇ ਆ ਕੇ ਬੰਦਾ ਨਾ ਦੇਖੋ, ਇੱਥੇ ਜੇ ਦੁਰਲਭ ਵੀ ਤੇ ਹੈਗਾ ਤੇ ਇੱਥੇ ਤੁਹਾਨੂੰ ਵੀ ਪਤਾ ਹੈ ਇੱਥੇ ਮਾਇਆ ਦਾ ਪ੍ਰਭਾਵ ਵੀ ਬੜਾ, ਕਿਉਂਕਿ ਇੱਥੇ ਤੇ ਜੀਵ ਆਖਰੀ ਪੁਆਇੰਟ 'ਚ ਹੈਗਾ। ਦੇਖੋ ਆਪ ਇੱਕ ਅੰਡਰਸਟੈਂਡ ਦੀ ਕੋਸ਼ਿਸ਼, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ, ਪਰਮਾਤਮਾ ਦੀ ਲੀਲਾ ਹੈ ਇਹ ਸੰਸਾਰ ਜਿਹੜਾ ਹੈ ਇਹ ਦੇਖਣ ਆਇਆ ਜਗਤ ਤਮਾਸ਼ਾ। ਬਾਣੀ ਜੀ ਕਹਿੰਦੇ ਨਾ, ਮੈਂ ਹਾਂ ਪਰਮ ਪੁਰਸ਼ ਕਾ ਦਾਤਾ, ਪਰਮ ਪੁਰਖ ਦੇਖਣ ਆਇਆ, ਮੈਂ ਹਾਂ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਹਾਂਜੀ, ਹਾਂ, ਮੈਂ ਉਹਦਾ ਦਾਤਾ ਹਾਂ ਤੇ ਜਗਤ ਤਮਾਸ਼ੇ ਨੂੰ ਦੇਖਣਾ ਹੈ। ਇੱਕ ਆਪ ਜੀ ਨੂੰ ਅੰਡਰਸਟੈਂਡ ਕਰੋ, ਇਹ ਜਗਤ ਨੂੰ ਜਿੰਨਾ ਚਿਰ ਤੁਸੀਂ ਤਮਾਸ਼ਾ ਨਹੀਂ ਨਾ ਸਮਝਦੇ ਉਹਨਾਂ ਚਿਰ ਤੱਕ ਗੱਲ ਨਹੀਂ ਬਣਨੀ, ਕਿਉਂਕਿ ਬੰਦੇ ਨੂੰ ਯਕੀਨ ਨਹੀਂ ਆਉਂਦਾ। ਇਹ ਨਹੀਂ ਕਿ ਸੰਤਾਂ ਨੇ ਨਹੀਂ ਸਮਝਾਇਆ, ਬੜੇ ਬੜੇ ਸੰਤ ਆਏ, ਬੜੇ ਬੜੇ ਬ੍ਰਹਮ ਗਿਆਨੀ ਆਏ ਆ, ਪਰ ਜੀਵ ਨੂੰ ਯਕੀਨ ਨਹੀਂ ਆਉਂਦਾ। ਜੀਵ ਨੂੰ ਆਖਰ ਤੱਕ ਯਕੀਨ ਨਹੀਂ ਆਉਂਦਾ।
ਹਾਂ ਆਉਂਦਾ ਜ਼ਰੂਰ ਆ, ਪਰ ਉਦੋਂ ਜਦੋਂ ਸਮਾਂ ਹੀ ਲੰਘ ਗਿਆ, ਹੁਣ ਤੇ ਕੁਛ ਵੀ ਨਹੀਂ ਰਹਿ ਗਿਆ, ਹੁਣ ਤੇ ਖਾਕ ਜੀ ਰਹਿ ਗਈ ਹੈ। ਉਹ ਟਾਈਮ ਤੇ ਉਹ ਕੰਮ ਹੋਣਾ ਹੀ ਨਹੀਂ। ਔਰ ਇਹ ਨਹੀਂ ਗੱਲ ਮੈਂ ਕਰਦਾ, ਦੇਖੋ ਆਤਮ ਗਿਆਨ ਪ੍ਰਾਪਤ ਕੀਤੇ ਬਿਨਾਂ ਜੀਵਨ ਜੀਣਾ ਵੀ ਸਹੀ ਨਹੀਂ ਆ, ਕਿਉਂਕਿ ਬੇਹੋਸ਼ੀ ਦੇ ਵਿੱਚ ਜੀਵਨ ਜਿਹੜਾ ਹੈ ਉਹ ਤੁਸੀਂ ਇੰਨਾ ਇੰਜੋਏ ਥੋੜੀ ਕਰ ਪਾਉਂਦੇ ਜੋ। ਬਿਲਕੁਲ ਜੀ। ਅੱਜ ਇੱਕ ਮੁੰਡਾ ਹਾਂ ਨਿਜਰ ਸਾਹਿਬ, ਅੱਜ ਨਾ ਮੁੰਡਾ ਗੁਰਪ੍ਰੀਤ ਹੈ, ਮੁੰਡਾ ਮੈਨੂੰ ਮੈਸੇਜ ਕਰ ਰਿਹਾ ਸੀ, ਕਹਿੰਦਾ ਵੀਰ ਜੀ ਮੈਂ ਨਾ ਸਾਈਕਲ ਤੇ ਪਤਾ ਨੀ ਇੱਕ ਕੰਮ ਤੇ ਜਾਣ ਆ, ਪਤਾ ਨੀ ਮੇਰੇ ਮਨ ਚ ਪਤਾ ਨੀ ਕੀ ਵਿਚਾਰ ਆਇਆ, ਮੈਂ ਸਾਈਕਲ ਰੋਕ ਲਿਆ, ਮੈਂ ਪਹਿਲਾਂ ਧਰਤੀ ਨੂੰ ਮੱਥਾ ਟੇਕਿਆ, ਫਿਰ ਕਹਿੰਦਾ ਮੈਂ ਸਮਾਨ ਨੂੰ ਵੇਖ ਕੇ ਉਹਨੂੰ ਮੱਥਾ ਟੇਕਿਆ, ਕਹਿੰਦਾ ਪਤਾ ਨੀ ਮੈਂ ਕਿਤੋਂ ਦਾ ਉੱਥੇ ਜੰਮਿਆ, ਕਿਤੋਂ ਦਾ ਮੈਂ ਵੇਖਿਆ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਕਦੇ ਕਿ ਇਹ ਤੇ ਕੁਦਰਤ ਨੇ ਇਹ। ਔਰ ਮੇਰੇ ਮਨ ਚ ਪਤਾ ਨੀ ਕਿੱਥੋਂ ਮਨ ਚ ਆਇਆ ਇੱਕ ਪੁਰਨਾ ਜਿਹਾ ਕਿ ਮੈਂ ਵੇਖਾਂ ਯਾਰ ਸਮਾਨ ਨੂੰ ਵੇਖਿਆ, ਕਹਿੰਦਾ ਮੈਨੂੰ ਬੜਾ ਚੰਗਾ ਲੱਗਾ, ਕਿਉਂਕਿ ਬੰਦਾ ਬੇਹੋਸ਼ ਕੇ ਪਤਾ ਹੀ ਨਹੀਂ ਬੰਦੇ ਨੂੰ ਲਾਗੇ ਪ੍ਰਕਿਰਤੀ ਹੈਗੀ ਆ। ਔਰ ਜਿਵੇਂ ਜਿਵੇਂ ਤੁਹਾਡੀ ਚੇਤਨਾ ਆਪਣੇ ਰੂਪ ਚ ਆਉਂਦੀ ਜਾ ਗਈ, ਤੁਹਾਨੂੰ ਆਲੇ ਦੁਆਲੇ ਜਾਨਵਰ, ਤੁਹਾਨੂੰ ਪ੍ਰਕਿਰਤੀ ਔਰ ਜੋ ਵੀ ਬ੍ਰਹਿਮੰਡ ਹੈਗੇ ਆ, ਇਹ ਤੁਹਾਨੂੰ ਬਹੁਤ ਖਿੱਚਣਗੇ ਆਪਣੇ ਵੱਲ, ਕਿਉਂਕਿ ਤੁਸੀਂ ਸੰਵੇਦਨਸ਼ੀਲ ਹੋ ਚੁੱਕੇ ਜੋ, ਤੁਸੀਂ ਸਧਾਰਨ ਬੁੱਧੀ ਨਹੀਂ ਰਹਿ ਗਏ। ਆਮ ਬੰਦਾ ਜਿਹੜਾ ਹੈਗਾ ਨਾ ਉਹਨੂੰ ਤੇ ਕੁਛ ਵੀ ਨਹੀਂ ਪਤਾ। ਤੁਸੀਂ ਜੇ ਰੋਟੀ ਵੀ ਖਾਓਗੇ ਨਾ ਤੇ ਤੁਹਾਨੂੰ ਰੋਟੀ ਦਾ ਟੇਸਟ ਦਾ ਫਰਕ ਅਲੱਗ ਹੀ ਅਨੁਭੂਤੀ ਹੋਊਗੀ। ਤੁਸੀਂ ਪਾਣੀ ਪੀਓਗੇ, ਦੁੱਧ ਪੀਓਗੇ ਜਾਂ ਚਾਹ ਐਰਾ ਵਗੈਰਾ ਜੋ ਵੀ ਪ੍ਰਕਿਰਤੀ ਦੀਆਂ ਚੀਜ਼ਾਂ ਅਵੇਲੇਬਲ ਨੇ, ਫਰੂਟ ਐਰਾ ਵਗੈਰਾ, ਉਹਨੂੰ ਅਨੁਭਵ ਬਹੁਤ ਜ਼ਿਆਦਾ, ਅਨੁਭਵ ਕਰਨ ਦੀ ਸ਼ਕਤੀ ਤੁਹਾਡੇ 'ਚ ਬਹੁਤ ਜ਼ਿਆਦਾ ਹੋਊਗੀ, ਇੱਕ ਸਧਾਰਨ ਬੰਦੇ 'ਚ ਨਹੀਂ ਹੁੰਦੀ। ਤੁਸੀਂ ਵੇਖੋ ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਉਹ 'ਚ ਇੰਨੀ ਜ਼ਿਆਦਾ ਚੇਤਨਾ ਹੁੰਦੀ ਹੈ ਨਾ, ਮਤਲਬ ਕਿ ਬਹੁਤ ਵੱਡੇ ਲੈਵਲ ਤੇ ਚੇਤਨਾ ਪ੍ਰਗਟ ਹੋ ਚੁੱਕੀ ਹੈ, ਬੜਾ ਜਾਗ ਚੁੱਕਿਆ। ਔਰ ਜਦੋਂ ਕੋਈ ਬੰਦਾ ਬ੍ਰਹਮ ਗਿਆਨੀ ਨੂੰ ਮਾਰ ਦਿੰਦਾ ਨਾ, ਉਹ ਧਰਤੀ ਜਿਹੜੀ ਉਹ ਧਰਤੀ ਬੜੀ ਧਰਤੀ ਤੇ ਸਮਝ ਲਓ ਕਿ ਐਸਾ ਸਿਸਟਮ ਹੋ ਜਾਂਦਾ ਹੈ, ਪਤਾ ਨਹੀਂ ਕਿੰਨੇ ਸਾਲਾਂ ਤੱਕ ਉਹ ਧਰਤੀ ਜਿਹੜੀ ਨਾ ਉਹ ਭ੍ਰਿਸ਼ਟ ਹੋ ਜਾਂਦੀ ਹੈ। ਬਿਲਕੁਲ ਨਿਜਰ ਸਾਹਿਬ, ਕਿਉਂਕਿ ਇੰਨਾ ਉੱਚਾ ਬੰਦਾ ਮਾਰਤਾ। ਹੁਣ ਵੇਖੋ ਨਿਜਰ ਸਾਹਿਬ, ਇਹਨਾਂ ਸੁਕਰਾਤ ਨੂੰ ਮਾਰਤਾ ਈਥਨ ਦੇ ਵਿੱਚ, ਮੁੜ ਕੇ ਈਥਨ ਖਤਮ ਹੋ ਗਿਆ। ਇਹ ਚੀਜ਼ ਨੂੰ ਵੇਖੋ, ਜਦੋਂ ਵੀ ਕੋਈ ਚੰਗੀ ਚੀਜ਼, ਜਦੋਂ ਵੀ ਇੰਨਾ ਉੱਚਾ ਬੰਦਾ ਇੰਨਾ ਬ੍ਰਹਮਲੀਨ ਹੋ ਗਿਆ, ਜਦੋਂ ਆਮ ਸਧਾਰਨ ਬੰਦੇ ਉਹਨੂੰ ਮਾਰ ਦਿੰਦੇ ਆ ਤੇ ਬਹੁਤ ਜ਼ਿਆਦਾ ਵੱਡਾ ਮਤਲਬ ਨਾ ਪ੍ਰਕਿਰਤੀ ਦੇ ਵਿੱਚ ਬੜੀ ਹਲਚਲ ਪੈਦਾ ਹੋ ਜਾਂਦੀ ਹੈ। ਤੇ ਇੱਥੋਂ ਚੀਜ਼ਾਂ ਹੈਗੀਆਂ ਨੇ। ਔਰ ਧਰਮ ਦੇ ਵਿੱਚ ਇੱਕ ਚੀਜ਼ ਆਪ ਨੋਟ ਕਰੋ। ਹੁਣ ਅੱਜ ਇੱਕ ਮਾਤਾ ਦਾ ਮੈਨੂੰ ਫੋਨ ਆਇਆ ਨਿਜਰ ਚੰਡੀਗੜ੍ਹੋਂ, ਦਿੱਲੀੋਂ, ਉਹਨੇ ਦੀ 65 ਸਾਲ ਉਮਰ ਹੈ, ਸਾਰਾ ਦਿਨ ਪਾਠ ਹੀ ਪਾਠ। ਮੈਂ ਸੁਣਦੇ ਕਿਤੇ ਕਿ ਨਹੀਂ ਗੁਰੂ ਜੀ ਦੇ ਕਮਰੇ 'ਚ ਸੁਣਦੇ, ਮੈਂ ਸੁਣਦੇ ਠੀਕ, ਮਤਲਬ ਕਹਿਣ ਤੋਂ ਭਾਵ ਮੈਂ ਕੋਈ ਪ੍ਰਾਪਤੀ ਨਹੀਂ ਹੋਈ। ਕਿਤੇ ਮੈਨੂੰ ਵਾਜੇ ਸੁਣਦੇ ਆ, ਮੈਂ ਕਿਹੜੇ ਵਾਜੇ ਸੁਣਦੇ ਆ? ਬਸ ਨਿਜਰ ਸਾਹਿਬ ਪਤਾ ਕੀ ਹੁੰਦਾ ਹੈ, ਬੰਦੇ ਨੂੰ ਗਿਆਨ ਹੀ ਨਹੀਂ ਹੈਗਾ। ਪਰ ਤੁਹਾਨੂੰ ਪਤਾ ਬਿਨਾਂ ਗਿਆਨ ਤੋਂ ਤੁਸੀਂ ਗਤੀ ਕਰੋਗੇ ਕਿੱਥੇ ਪਹੁੰਚੋਗੇ? ਹੁਣ ਆਪ ਇਹ ਦੇਖੋ, ਕਬੀਰ ਜੀ ਨੇ ਕਿਹਾ ਅੰਨਾ ਠੇਲ ਲਈਏ। ਇੱਕ ਅੰਨਾ ਬੰਦਾ ਦੂਜੇ ਬੰਦੇ ਨੂੰ, ਅੰਨੇ ਨੂੰ ਰਸਤਾ ਵਿਖਾਊਗਾ ਤਾਂ ਬੰਦਾ ਕਿੱਥੇ ਪਹੁੰਚੂਗਾ? ਬੜੀ ਮੁਸ਼ਕਿਲ ਹੋ ਜਾਣੀ। ਔਰ ਇਹ ਨਹੀਂ ਕਿ ਬੰਦਾ ਸਵਾਲ ਵੀ ਨਹੀਂ ਕਰਦਾ ਕਿ ਭਈ ਮੈਨੂੰ 10 ਸਾਲ ਹੋ ਗਏ, 8 ਸਾਲ ਹੋ ਗਏ, ਕੁਝ ਪ੍ਰਾਪਤ ਨਹੀਂ ਹੋ ਰਿਹਾ, ਮੈਨੂੰ ਮੇਰੇ ਜੀਵਨ 'ਚ ਕੋਈ ਪਰਿਵਰਤਨ ਨਹੀਂ ਆ ਰਿਹਾ। ਕਮ ਸੇ ਕਮ ਕਾਮਨ ਸੈਂਸ ਤੇ ਯਾਰ ਤੁਸੀਂ ਸਵਾਲ ਤੇ ਕਰੋ ਅਗਲੇ ਬੰਦੇ ਨੂੰ। ਅਗਲਾ ਤੇ ਤੁਹਾਨੂੰ ਕੁਛ ਵੀ ਕਹੀ ਜਾਂਦਾ, ਤੁਸੀਂ ਯਕੀਨ ਕਰੀ ਜਾਂਦੇ। ਇਹ ਬਾਣੀ ਤੇ ਕਹਿੰਦੀ ਆ ਕਿ ਬਾਣੀ ਕਹੇ ਤੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਿਸਤਾਰੇ। ਬਿਲਕੁਲ, ਇਹ ਤੇ ਲੰਮੀ ਕਹਾਣੀ ਤੇ ਕਹਿਣੀ ਨਹੀਂ ਦੇਖਦੇ। ਤੇ ਬਾਣੀ ਕਹੇ, ਤੂੰ ਕਹਿਤਾ ਬਾਣੀ ਦਾ ਕਹਿਣਾ ਮੰਨ ਲਿਆ ਤੇ ਸਾਹਮਣੇ ਗੁਰੂ ਪ੍ਰਗਟ ਹੋ ਗਿਆ, ਪਰਮਾਤਮਾ ਪ੍ਰਗਟ ਹੋ ਗਿਆ। ਇਹ ਤੇ ਬੜਾ ਫਾਸਟ ਪ੍ਰੋਸੈਸ। ਇਹ ਤੇ ਕਹਿਣੀ ਨਹੀਂ ਤੇ ਕਿ ਹਾਂ ਬਈ ਤੂੰ ਬਾਣੀ ਕਹੇ ਸੇਵਕ ਜਨ ਮਾਣੇ ਤੇ 20 ਸਾਲ ਬਾਅਦ ਪ੍ਰਤੱਖ ਗੁਰੂ ਨਿਸਤਾਰੇ। ਇਹਦਾ ਤੇ ਲਿਖਿਆ ਨਹੀਂ ਨਿਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਇਹ ਕੋਈ ਲੰਮੀ ਕਹਾਣੀ ਤੇ ਨਹੀਂ ਨਾ ਗਈ, ਇਹ ਤੇ ਫਾਰਸੀ ਤੇ ਨਹੀਂ ਆ, ਪੰਜਾਬੀ 'ਚ ਤੇ ਲਿਖਿਆ ਨਾ ਕਿ ਇੰਨਾ ਫਾਸਟ ਕੰਮ ਆ। ਔਰ ਮੈਂ ਇਹ ਮਹਿਸੂਸ ਕਰਦਾ ਵਾਂ, ਆਤਮ ਗਿਆਨ ਇੱਕ ਤੇ ਹੁੰਦਾ ਨਾ ਕਿ ਆਪਾਂ ਚਲੋ ਪ੍ਰਾਪਤ ਕਰਕੇ ਬ੍ਰਹਮਲੀਨ ਤੇ ਹੋ ਹੀ ਜਾਣਾ ਵਾ, ਪਰ ਆਤਮ ਗਿਆਨ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਉਹ ਇੱਕ ਬਹੁਤ ਘਟੀਆ ਕਿਸਮ ਦਾ ਜੀਵਨ ਹੈ। ਉਹ ਕੀ ਹੈ? ਉਹ ਤੇ ਕੁਛ ਵੀ ਨਹੀਂ, ਛਿੱਲੜ ਨਹੀਂ ਹੈਗੇ ਨਿਜਰ ਸਾਹਿਬ, ਮਸਮੀ ਦੀ ਛਿੱਲੜ। ਬਿਲਕੁਲ ਸਹੀ ਹੈ ਜੀ। ਇਹਦਾ ਤੁਹਾਨੂੰ ਗਿਆਨ ਹੀ ਨਹੀਂ ਹੈਗਾ, ਉਹ ਫਿਰ ਕਿੱਦਾਂ ਦਾ ਜੀਵਨ ਬਤੀਤ ਕਰੋਗੇ ਤੁਸੀਂ? ਹੋਰ ਤੇ ਫਿਰ ਕੁੱਕੜਾਂ ਨੂੰ ਲੜੀ ਜਾਓਗੇ ਬਸ, ਪ੍ਰਾਪਤੀ ਕੁਛ ਨਹੀਂ ਹੋਣੀ। ਹੁਣ ਇੱਥੇ ਆਪਾਂ ਦੋ ਗੱਲਾਂ ਕੀਤੀ। ਹਾਂਜੀ ਨਿਜਰ ਸਾਹਿਬ ਬੋਲੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਗਤੀ ਕਰੀ ਜਾਵਾਂਗੇ ਬਸ। ਔਰ ਬੰਦਾ ਲੜਦਾ ਵੀ ਉਹਦੀ ਚੀਜ਼ ਨਾਲ ਨਿਜਰ ਸਾਹਿਬ, ਪਰਛਾਵਿਆਂ ਦੇ ਨਾਲ ਲੜ ਰਿਹਾ, ਉਹਦੇ ਪਰਛਾਵੇਂ ਹੈਗੇ ਆ। ਉਹ ਕੋਈ ਅਸਲੀਅਤ ਥੋੜੀ ਹੈਗੀ, ਜਥਾਰਕ ਸੱਚ ਥੋੜੀ ਹੈਗਾ ਕੋਈ ਤੁਹਾਡਾ ਕੋਈ ਦੁਸ਼ਮਣ। ਬਿਲਕੁਲ ਸਹੀ ਹੈ ਜੀ। ਬਸ ਇਹ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੁਛ ਨਹੀਂ ਹੈਗੇ। ਇਹ ਕੋਈ ਭਲਵਾਨ ਥੋੜੀ ਇੱਥੇ ਬੈਠੇ ਜਿਹੜੇ ਲੜਨ ਵਾਸਤੇ ਤੁਹਾਡੇ ਨਾਲ ਲੜਦੇ ਆ।
ਉੱਥੇ ਕਿਤੇ ਸੁਭਾਵਨਾ ਵਾ। ਜਦੋਂ ਤੁਸੀਂ ਅੰਡਰਸਟੈਂਡ ਹੋ ਗਏ, ਹੁਣ ਦੇਖੋ ਤੁਸੀਂ ਆਮ ਬੰਦੇ ਨੂੰ ਪਾਣੀ ਸੁੱਟੋ ਉਹਨੇ ਡੁੱਬ ਜਾਣਾ, ਪਰ ਜਿਹਨੂੰ ਤੈਰਨਾ ਆਉਂਦਾ ਉਹ ਹੀ ਡੁੱਬਦਾ ਵਾ। ਨਿੱਜਰ ਸਾਹਿਬ ਦੋ ਹੱਥ ਮਾਰਦਾ ਦੂਜੇ ਬੰਨੇ ਚੱਲ ਜਾਂਦਾ। ਬਿਲਕੁਲ। ਇਹਦਾ ਮਤਲਬ ਕੀ ਆ, ਕੋਈ ਸਕਿੱਲ ਹੈਗਾ ਉਹਨੂੰ ਪਤਾ ਲੱਗ ਗਿਆ ਪਾਣੀ ਚ ਤਰਨਾ ਕਿੱਦਾਂ। ਇਸੇ ਲਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨੂੰ ਪਰੇਸ਼ਾਨ ਕਰਦੇ ਜਿਹਨੂੰ ਪਤਾ ਨਹੀਂ ਹੈ, ਜਿਹਨੂੰ ਗਿਆਨ ਨਹੀਂ ਹੈਗਾ। ਜਿਹਨੂੰ ਆਤਮ ਗਿਆਨ ਹੈਗਾ ਤਾਂ ਉਹਨੂੰ ਇਹਨਾਂ ਵਿਚਾਰਿਆਂ ਨੇ ਕੀ ਕਹਿਣਾ, ਉਹ ਤੇ ਆਪਣਾ ਕੰਮ ਕਰਨ ਦੇ। ਹੁਣ ਤੁਸੀਂ ਮੇਰੀ ਗੱਲ ਸੁਣੋ ਨਿੱਜਰ ਸਾਹਿਬ, ਹੁਣ ਮੈਂ ਤੁਰਨਿਆ ਤੇ ਕੋਈ ਪ੍ਰੋਬਲਮ ਨਹੀਂ, ਮੈਨੂੰ ਧਰਤੀ ਕੀ ਕਹਿੰਦੀ ਆ, ਮੈਂ ਠੇਡਾ ਖਾ ਕੇ ਡਿੱਗ ਜਾਂਗਾ ਤੇ ਹੱਡੀ ਤੇ ਮੇਰੀ ਆਪੇ ਟੁੱਟ ਜਾਣੀ ਹੈ। ਧਰਤੀ ਕਹਿੰਦੀ ਬਈ ਜਿੰਨਾ ਚਿਰ ਤੂੰ ਚਰਨਜੀਤ ਸਹੀ ਤੁਰਦਾ ਵਾ ਕੋਈ ਪ੍ਰੋਬਲਮ ਨਹੀਂ ਆ, ਤੂੰ ਡਿੱਗ ਗਿਆ ਤੇ ਮੈਂ ਕੀ ਕਰਾਂ, ਮੈਂ ਤਾਂ ਆਪਣਾ ਕੰਮ ਕਰਨਾ ਹੀ ਹੈ ਨਾ। ਆਪ ਮੇਰੀ ਗੱਲ ਸਮਝ ਗਏ ਨਾ ਮੈਂ ਕੀ ਕਿਹਾ? ਬਿਲਕੁਲ ਬਿਲਕੁਲ। ਉਹ ਕਹਿੰਦਾ ਗੱਡੀ ਸਹੀ ਚਲਾਈ ਜਾ, ਕੋਈ ਪ੍ਰੋਬਲਮ ਨਹੀਂ ਆ। ਹੁਣ ਤੂੰ ਅੱਖ ਝਮਕ ਕੇ ਟੀਵੀ ਚਾਲੂ ਕਰ ਲਿਆ ਜਾਂ ਕੁਝ ਹੋਰ ਚਾਲੂ ਕਰ ਲਿਆ ਤੇ ਸਪੀਡ ਬ੍ਰੇਕ ਜਰਾ ਵਗੈਰਾ ਦੂਜੀ ਗੱਡੀ 'ਚ ਤੇਰੀ ਗੱਡੀ ਵੱਜ ਗਈ, ਮੈਂ ਕੀ ਕਰਾਂ? ਮੋਬਾਈਲ ਦੇਖਣ ਲੱਗ ਗਿਆ, ਚੱਲ ਰਹੀ ਸੀ ਮੋਬਾਈਲ ਦੇਖਣ ਲੱਗ ਗਿਆ ਤੇ ਮੈਂ ਕੀ ਕਰਾਂ? ਹਾਂ, ਮਤਲਬ ਕਹਿਣ ਤੋਂ ਭਾਵ ਕਿ ਨੇਚਰ ਇਹ ਕਹਿਣ ਦਿਆ ਕਿ ਜੇ ਤੂੰ ਬੇਹੋਸ਼ੀ 'ਚ ਕੰਮ ਕਰੇਗਾ ਤੇ ਤੂੰ ਜੋ ਮਰਜੀ ਗੜਬੜ ਕਰਦਾ ਉਹਦਾ ਜ਼ਿੰਮੇਵਾਰ ਤੂੰ ਆ। ਪਰ ਜੇ ਤੂੰ ਹੋਸ਼ 'ਚ ਬੈਠਾ ਵਾ ਤੇ ਤੇ ਨਿੱਜਰ ਸਾਹਿਬ ਗੜਬੜੀ ਹੋਣ ਦਾ ਚਾਂਸ ਹੀ ਨਹੀਂ ਹੈਗਾ। ਤੇ ਇਹੋ ਹੀ ਤੇ ਕੁਦਰਤ ਸਮਝਾਉਂਦੀ ਆ ਕਿ ਜਦੋਂ ਤੂੰ ਆਪਣਾ ਬੈਲੈਂਸ ਨਹੀਂ ਕਰ ਪਾ ਰਿਹਾ, ਹੁਣ ਮੈਂ ਚੱਲੀ ਜਾਣ ਡਿਆ ਕੋਈ ਪ੍ਰੋਬਲਮ ਨਹੀਂ ਆ, ਕੁਦਰਤ ਕਹਿੰਦੀ ਭਾਵੇਂ ਜਿੰਨਾ ਚਿਰ ਮਰਜੀ ਤੁਰਿਆ ਜਾ। ਪਰ ਜਦੋਂ ਮੈਂ ਧਿਆਨ ਮੇਰਾ ਕਿਤੇ ਹੋ ਰਿਹਾ ਤੇ ਮੈਂ ਤੁਰਿਆ ਜਾ ਰਿਹਾ, ਪੱਥਰ ਪੁੱਥਰ 'ਚ ਵੱਜ ਕੇ ਮੈਂ ਠੇਡਾ ਲੱਗ ਗਿਆ, ਮੈਂ ਡਿੱਗ ਗਿਆ, ਤੇ ਉਹਦੇ 'ਚ ਤੇ ਕੁਦਰਤ ਦਾ ਕੀ ਕਸੂਰ ਹੈਗਾ? ਉਹ ਤੇ ਮੇਰਾ ਕਸੂਰ ਹੈ ਨਾ, ਕਿਉਂਕਿ ਮੈਂ ਵੇਖਿਆ ਨਹੀਂ, ਮੇਰਾ ਧਿਆਨ ਕਿਤੇ ਹੋਰ ਸੀ। ਇਸ ਲਈ ਜੀਵਨ ਦੇ ਵਿੱਚ ਵੀ ਨਾ ਇਹਨੂੰ ਦੇਖੋ, ਬਾਣੀ ਵੀ ਜਿਹੜੀ ਪੜ੍ਹਨੀ ਹੈ ਨਾ, ਜੋ ਗਿਆਨ ਪ੍ਰਾਪਤ ਕਰਨਾ, ਉਹਦੇ ਲਈ ਵੀ ਉਹ ਇੱਕ ਅਵਸਥਾ ਹੈ। ਆਪਾਂ ਜਦੋਂ ਦੇਖੋ ਹੁਣ ਸਕੂਲ ਦੇ ਵਿੱਚ ਜਾ ਕੇ ਆਪਾਂ ਇਹ ਥੋੜੀ ਕਿ ਇੱਕੋ ਹੀ ਕਲਾਸ ਹੈਗੀ ਤਾਂ ਆਪਾਂ ਸਾਰੀ ਜ਼ਿੰਦਗੀ ਇੱਕੋ ਕਲਾਸ 'ਚ ਪੜ੍ਹੀਏ। ਪਹਿਲੇ ਦਿਨ ਊੜਾ ਊਠ ਐੜਾ ਅੰਬ ਕਿਹਾ ਹੋਵੇ ਨਾ ਤੇ ਪਿਓ ਮਾਂ ਪਿਓ ਬੜੇ ਖੁਸ਼ ਹੁੰਦੇ ਆ। ਪਰ ਜਦੋਂ 10 ਸਾਲ ਦਾ ਬੱਚਾ ਵੀ ਊੜਾ ਊਠ ਤੇ ਐੜਾ ਅੰਬ ਕਹੇ ਤੇ ਫਿਰ ਮਾਂ ਪਿਓ ਦੀ ਚਿੰਤਾ ਵੱਧ ਜਾਣੀ ਆ। ਬਿਲਕੁਲ ਠੀਕ ਹੈ। ਫਿਰ ਪ੍ਰੋਬਲਮ ਹੋਈ ਨਹੀਂ, ਫਿਰ ਪ੍ਰੋਬਲਮ ਹੋਈ ਨਹੀਂ ਹੈ। ਤੇ ਔਰ ਤੁਹਾਡੀ ਮੈਂ ਵੇਖਿਆ ਨਾ ਪੰਜਾਬ, ਮੈਨੂੰ ਤਾਂ ਦੂਜਿਆਂ ਦਾ ਕੋਈ ਠੇਕਾ ਨਹੀਂ ਆ, ਮੈਂ ਪੰਜਾਬੀਆਂ ਦੀ ਗੱਲ ਕਰਦਾ, ਇਹ ਸਾਰੇ ਊੜਾ ਊਠ ਤੇ ਐਡਾ ਅੰਬ ਕਹਿੰਦੇ ਆ ਤੇ ਜਿਹੜੇ ਬਜ਼ੁਰਗ ਬੈਠੇ ਉਹ ਵੀ ਖੁਸ਼ ਹੁੰਦੇ ਆ ਕਿ ਸਾਡੇ ਬੱਚੇ ਬੜਾ ਵਧੀਆ ਕੰਮ ਕਰਦੇ ਆ, ਕਿਉਂਕਿ ਉਹ ਵੀ ਇੰਨਾ ਹੀ ਪੜ੍ਹੇ ਆ। ਸਾਰੀ ਦੁਨੀਆ ਇਸ ਤਰ੍ਹਾਂ ਹੀ ਕਰ ਰਹੀ ਹੈ ਗੁਰਕੀ ਸਾਹਿਬ, ਸਾਰੇ ਧਰਮ ਜਿਹੜੇ ਆ ਇਸ ਤਰ੍ਹਾਂ ਹੀ ਕਰ ਰਹੇ। ਊੜਾ ਊਠ ਐੜਾ ਅੰਬ ਤੇ ਉਹ ਤੇ ਫਿਰ ਗੜਬੜ ਹੋ ਜੂ ਨਾ। ਉਹ ਇਹ ਆ ਕਿ ਥੋੜਾ ਜਿਹਾ ਇਹ ਊੜਾ ਊਠ ਐੜਾ ਅੰਬ ਛੱਡ ਕੇ ਥੋੜਾ ਜਿਹਾ ਅੱਗੇ ਆਈਏ, ਮੈਚੁਅਰ ਕੰਮ ਕਰੀਏ। ਜਿੱਦਾਂ ਹੁਣ ਆਪਾਂ ਯੂਨੀਵਰਸਿਟੀ ਕਾਲਜ ਉਹਨਾਂ ਜਾਈਏ, ਮਹਾਂਵਿਦਿਆਲਿਆ 'ਚ ਜਾ ਕੇ ਉੱਥੇ ਪੜ੍ਹੀਏ, ਗ੍ਰੰਥ ਕਹਿੰਦੇ ਕੀ ਆ। ਅੱਛਾ, ਇਹਦੇ ਵਿੱਚ ਇੱਕ ਚੀਜ਼ ਨੋਟਿਸ ਕਰੋ, ਧਰਮ ਦੇ ਉੱਪਰ ਉਹ ਬੰਦਾ ਗਤੀ ਕਰ ਸਕਦਾ ਹੈ ਜਿਹਦਾ ਖੁਦ ਦਾ ਆਪਣਾ ਅਨੁਭਵ ਹੋਵੇ। ਕਿਸੇ ਦਾ ਦੂਜੇ ਦਾ ਅਨੁਭਵ ਪੜ੍ਹਿਆ ਕਿਸੇ ਤੁਹਾਡੇ ਜੀਵਨ 'ਚ ਕੋਈ ਤਰੱਕੀ ਨਹੀਂ ਲਿਆ ਸਕਦਾ। ਕਿਉਂਕਿ ਇੰਜੀਨੀਅਰ ਦੀ ਕਿਤਾਬ ਚੁੱਕ ਕੇ ਮੈਂ ਲੈ ਆਊਂਗਾ ਪੜ੍ਹਨਾ, ਮੈਨੂੰ ਕੀ ਪਤਾ ਲੱਗਣਾ ਕੀ ਆ। ਇਸ ਲਈ ਖੁਦ ਦਾ ਅਨੁਭਵ ਬੜਾ ਜ਼ਰੂਰੀ ਹੈ। ਅਗਰ ਤੁਹਾਡਾ ਖੁਦ ਦਾ ਅਨੁਭਵ ਨਹੀਂ ਹੈ ਤੇ ਤੁਸੀਂ ਕਿਸੇ ਦੀ ਹੱਥ ਫੜਿਆ ਤੇ ਪਿੱਛੇ ਤੁਰੇ ਫਿਰਦੇ ਜੋ, ਜੀਵਨ ਭਰ ਤੁਸੀਂ ਤੁਰਨ ਦੇ ਬਾਵਜੂਦ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚਣਾ ਤੇ ਜੀਵਨ ਤੁਹਾਡਾ ਨਸ਼ਟ ਹੋ ਜਾਣਾ। ਔਰ ਇਹਦੀ ਜ਼ਿੰਮੇਵਾਰ ਕੌਣ ਹੋਊਗਾ? ਤੁਸੀਂ ਖੁਦ। ਸਾਧ ਸੰਗਤ ਜੀ, ਤੁਸੀਂ ਜ਼ਿੰਮੇਵਾਰ ਹੋਗੇ ਜੇਕਰ ਤੁਸੀਂ ਅੱਖਾਂ ਬੰਦ ਕਰਕੇ ਸਫ਼ਰ ਕਰਦੇ। ਪਰਮਾਤਮਾ ਨੇ ਕਿਤੇ ਕਿਸੇ ਨੂੰ ਬਾਉਂਡ ਨਹੀਂ ਕੀਤਾ ਨਿੱਜਰ ਸਾਹਿਬ। ਇਹ ਲੋਕ ਐਵੇਂ ਝੂਠ ਮਾਰੀ ਜਾਂਦੇ ਆ ਕਿ ਪ੍ਰਮਾਤਮਾ ਦੀ ਮਰਜ਼ੀ ਹੋਊ ਤੇ ਤਾਂ ਸਾਨੂੰ ਲੈ ਜਾਊ। ਪ੍ਰਮਾਤਮਾ ਤੈਨੂੰ ਕਹਿੰਦਾ ਕਿ ਰੋਟੀ ਪਹੁੰਚੂਗੀ ਤੇ ਫਿਰ ਕੰਮ ਦੁਕਾਨ ਤੇ ਕਿਉਂ ਜਾਣਾ ਨਿੱਜਰ ਸਾਹਿਬ? ਬਿਲਕੁਲ। ਫਿਰ ਰੋਟੀ ਬਣਾਉਣਾ ਕਿਉਂ ਆ? ਨਾ ਬਣਾ ਰਸੋਈ 'ਚ। ਜੇ ਤੈਨੂੰ ਇੰਨਾ ਯਕੀਨ ਆ ਤੇ ਫਿਰ ਕਹਿ ਮੇਰੀ ਰੋਟੀ ਮੇਰੇ ਕਮਰੇ 'ਚ ਆਵੇ। ਇਹਦਾ ਮਤਲਬ ਤੂੰ ਨਾਮ ਦੀ ਵੀ ਗੱਲ ਕਰਦਾ, ਨਾਮ ਵੀ ਤੂੰ ਹੀ ਜਪਣਾ ਵਾ। ਤੇ ਇਹ ਚੀਜ਼ ਦਾ ਇਹ ਇੱਕ ਚੀਜ਼ ਆ, ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਗਿਆਨ ਜਿਹੜਾ ਹੈਗਾ ਲੈ ਕੇ ਗਿਆਨ ਦੇ ਨਾਲ, ਗਿਆਨ ਕੱਲਾ ਇੱਕ ਅੰਗ ਆ, ਗਿਆਨ ਦੇ ਨਾਲ ਮੁਕਤ ਥੋੜੀ ਨਾ ਹੋਵਾਂਗੇ। ਜੇ ਕਿਸੇ ਬ੍ਰਹਮ ਗਿਆਨ ਵੀ ਹੈਗਾ ਆਪਣੇ ਕੋਲ ਤੇ ਬ੍ਰਹਮ ਗਿਆਨ ਜਿਹੜਾ ਹੈਗਾ ਦੀਵਾ ਹੈਗਾ, ਉਹਦੇ ਨਾਲ ਪ੍ਰਕਾਸ਼ ਦੇ ਨਾਲ ਆਪਾਂ ਨੂੰ ਤੁਰਨਾ ਤਾਂ ਪਊਗਾ ਨਾ। ਪ੍ਰੈਕਟੀਕਲ ਤਾਂ ਆਪਣਾ ਹੀ ਹੈ ਨਾ, ਪ੍ਰੈਕਟੀਕਲ ਤਾਂ ਆਪਾਂ ਹੀ ਕਰਨਾ ਨਾ। ਹੁਣ ਤੁਹਾਡੇ ਘਰ ਕੋਈ ਪੱਖਾ ਲਾ ਜੇ, ਮੈਂ ਲਾ ਜਾ ਪੱਖਾ, ਤੁਸੀਂ ਮੈਨੂੰ ਕਹੋ ਕਿ ਚਰਨਜੀਤ ਪੱਖਾ ਲਾ ਦੇ, ਮੈਂ 3000 ਰੁਪਏ ਲੈ ਜਾ। ਮੈਂ ਕਿਹਾ ਤੁਹਾਡੀ ਛੱਤ ਤੇ ਪੱਖਾ ਟੰਗਦਾ ਤੇ ਮੈਂ ਕਹੀ ਜਾਵਾਂ ਕਿ ਵੇਖੋ ਨਿੱਜਰ ਸਾਹਿਬ ਕਿੱਦਾਂ ਘੁੰਮ ਰਿਹਾ, ਤੇ ਤੁਸੀਂ ਮੈਨੂੰ ਕਹਿਣਾ ਚਰਨਜੀਤ ਕਿੱਥੇ ਘੁੰਮਦੇ ਹੋ, ਤੇ ਖਲੋਤਾ ਤੇ ਚੱਲਿਆ ਹੀ ਨਹੀਂ। ਇਹ ਸਵਾਲ ਤੁਸੀਂ ਕਰਨਾ ਵਾ, ਅਗਲਾ ਤੇ ਤੁਹਾਨੂੰ ਦੇਈ ਜਾਂਦਾ ਰਬੜ ਦੇ ਬਣਾ ਕੇ
ਤੇ ਤੁਸੀਂ ਕਹੋ ਕਿ ਭਾਈ ਇੰਨੇ ਸਾਲ ਹੋ ਗਏ ਸਾਧਨਾ ਕਰਦੇ ਨੂੰ, ਸਾਡਾ ਤੇ ਗਤੀ ਕੋਈ ਹੋਈ ਨਹੀਂ ਰਹੀ, ਤੂੰ ਕਹੀ ਜਾਂਦਾ ਖਲੋਤੇ ਪੱਖੇ ਨੂੰ ਦੱਸੀ ਜਾਂਦਾ ਚੱਲਣ ਡਿਆ ਵੇਖੋ ਤੁਸੀਂ ਬ੍ਰਹਮ ਲੋਕ ਚ ਪਹੁੰਚ ਗਏ, ਅਗੰਮ ਲੋਕ ਚ ਪਹੁੰਚ ਗਏ, ਗੱਲੀ ਬਾਤੀ। ਇਹ ਬੁੱਧੀ ਜਿਹੜੀ ਆ ਸਾਡੀ ਆ। ਹੁਣ ਛੋਟੇ ਬੱਚੇ ਨੂੰ ਕਹੋ ਕਿ ਮੈਂ ਆਪਣੇ ਮੁੰਡੇ ਨੂੰ ਕਹਿੰਦਾ ਕਿ ਕੰਬਲੋ ਫਲਾਣਾ ਕੰਮ ਕਰ, ਉਹ ਮੈਨੂੰ ਪੁੱਛਦਾ ਕਿ ਪਾਪਾ ਕਿਉਂ ਕਰਾਂ ਕੰਮ ਹੈ। ਫਿਰ ਉਹਨੂੰ ਸਵਾਲ ਸਹੀ ਉਹਦਾ ਜਵਾਬ ਨਿੱਜਾ ਸਾਹਿਬ ਕਿਉਂ ਕਰਾਂ, ਫਿਰ ਮੈਨੂੰ ਐਕਸਪਲੇਨ ਕਰਦਾ, ਕਹਿੰਦਾ ਹਾਂ ਹੁਣ ਮੈਂ ਕਨਵਿੰਸ ਹੋ ਗਿਆ ਮੈਂ ਕੰਮ ਕਰਦਾ। ਇਹ ਕੋਈ ਨਾ ਕੋਈ ਤੇ ਸਾਡਾ ਧਰਮ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਲੋਕੀ ਚੱਲੀ ਜਾਂਦੇ ਭੀੜ ਵੇਖ ਕੇ ਤੁਰੇ ਜਾਂਦੇ ਆ, ਇਹ ਨਹੀਂ ਪੁੱਛਦੇ ਕਿ ਅਸੀਂ ਕਿੱਥੇ ਜਾ ਰਹੇ ਹਾਂ। ਹੁਣ ਉਹਦੀ ਮਾਤਾ ਵਾ, ਉਹਦੀ 65 ਸਾਲ ਉਮਰ ਆ, ਘੱਟੋ ਘੱਟ 25-30 ਸਾਲ ਤੋਂ ਗੁਰਬਾਣੀ ਪੜ੍ਹ ਰਹੀ ਹੈ। ਤੇ ਹੁਣ ਮੈਂ ਕਿਹਾ ਕਿ ਹੁਣ ਮੈਂ ਉਹਨੂੰ ਦੱਸਣ ਡਿਆ ਵਿਚਾਰੀ ਨੂੰ ਕਿ ਮੈਂ ਪ੍ਰਾਪਤੀ ਕੀ ਹੋਈ ਹੈ। ਇਹਦੀ ਪ੍ਰਾਪਤੀ ਤੇ ਕੁਛ ਨਹੀਂ, ਬਸ ਬਾਣੀ ਪੜ੍ਹੀ ਜਾ ਰਹੀਆਂ ਤੇ ਮੈਂ ਹੁਣ 65 ਸਾਲ ਤੇਰੀ ਉਮਰ ਹੋ ਗਈ, ਕਿੰਨਾ ਸਮਾਂ ਜ਼ਿਆਦਾ ਲੰਘ ਚੁੱਕਿਆ ਤੇਰਾ, ਹਨਾ। ਤੇ ਫਿਰ ਹੀ ਮੈਂ ਕਿਹਾ ਤੁਸੀਂ ਰਾਈਟ ਟਾਈਮ ਤੇ ਆ ਗਏ ਜੋ ਤੇ ਮਸਲੇ ਦਾ ਹੱਲ ਹੋ ਸਕਦਾ। ਹੁਣ ਸਾਧ ਸੰਗਤ ਦੀ ਬਾਣੀ ਜੋ ਕਹਿੰਦੀ ਹੈ ਨਾ, ਪਲੀਜ਼ ਉਹਨੂੰ ਰਿਕੁਐਸਟ ਆ ਧਿਆਨ ਨਾਲ ਸੁਣੋ ਔਰ ਆਪਣੇ ਆਪ ਨੂੰ ਧੋਖਾ ਨਾ ਦਿਓ। ਇਹ ਤੁਸੀਂ ਮੇਰੇ ਲਈ ਜਾਂ ਨਿੱਜਰ ਸਾਹਿਬ ਲਈ ਕੁਛ ਨਹੀਂ ਕਰਨਾ, ਤੁਸੀਂ ਆਪਣੇ ਲਈ ਕਰਨਾ। ਔਰ ਇਹ ਚੀਜ਼ ਅਗਰ ਤੁਸੀਂ ਕਿਸੇ ਗਲਤ ਜਗ੍ਹਾ ਫਸੇ ਜੋ, ਉਹ ਜਗ੍ਹਾ ਤੋਂ ਬਾਹਰ ਆਓ, ਥੋੜੀ ਜਿਹੀ ਵੇਖੋ ਦੁਨੀਆ ਲਾਗੇ ਬੰਨੇ ਕੀ ਹੋ ਰਿਹਾ। ਇਹ ਟਾਈਮ ਜਿਹੜਾ ਹੈਗਾ ਨਾ, ਇਹ ਹੋਸ਼ ਦਾ ਟਾਈਮ ਹੈ, ਬੇਹੋਸ਼ੀ ਦਾ ਟਾਈਮ ਨਹੀਂ ਹੈਗਾ। ਠੀਕ ਹੈ ਨਿੱਜਰ ਸਾਹਿਬ, ਸ਼ੁਰੂ ਕਰੋ ਜੀ। ਮਹੱਲਾ ਪਹਿਲਾ। ਮਹਾਰਾਜ ਇਹੀ ਗੱਲ ਗਿਆਨ ਦੀ ਗੱਲ, ਗਿਆਨ ਤੋਂ ਹੀ ਗੱਲ ਕਰ ਰਹੇ ਆ। ਪਹਿਲਾਂ ਵੀ ਮਹਾਰਾਜ ਨੇ ਜਿਹੜਾ ਹੈਗਾ ਇਹ ਸਾਰਾ ਪਿਛਲੇ ਸ਼ਲੋਕ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਖੰਡਨ ਕੀਤਾ ਆ ਵੀ ਪਰਮਾਤਮਾ ਨੂੰ ਜਿਹੜਾ ਹੈਗਾ ਬਾਹਰੀ ਜਿਹੜੇ ਹੈਗੇ ਆ ਕਰਮ ਕਾਂਡਾਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਇੱਥੇ ਮਹਾਰਾਜ ਗਿਆਨ ਦੀ ਗੱਲ ਕਰ ਰਹੇ ਆ ਵੀ ਗਿਆਨ ਦੇ ਨਾਲ ਪਰਮਾਤਮਾ ਨੂੰ ਇਕੱਲੇ ਗਿਆਨ ਦੇ ਨਾਲ ਨਹੀਂ ਪਾਇਆ ਜਾ ਸਕਦਾ। ਮਹੱਲਾ ਪਹਿਲਾ। 9-6 ਖਟਕਾ ਕਰੇ ਵਿਚਾਰ, 9 ਵਿਆਕਰਣ और 6 शास्त्र और फिर 6 खट का मतलब 6 वेद के अंग वेदांग जिहड़े हैगे आ, ये कल्प ज्योतिष व्याकरण इन्हां दे नाल कहंदे आ, इन्हां दा विचार जे बंदा कर ले, विचारवान हो जाए, इन्हां दा ज्ञाता हो जाए बंदा, इन्हां दा विद्वान हो जाए बंदा, निस दिन उचरे भार 18 और निस दिन हर रोज़ जिहड़ा हैगा 18 भागां वाली जिहड़ी हैगी आ महाभारत जिहड़ी हैगी, गीता जिहड़ी हैगी, निस दिन हर रोज़ रात दिन हर रोज़ बगैर नागा जिहड़ा हैगा उहदा पाठ करदा रहे, उचरदा रहे, उहनूं तिने भी अंत ना पाया तोहे नाम विहूण मुक्त क्यों होए। कहंदे उन्हां ने भी, ऐसे ज्ञान लैण वालियां ने भी, ऐसे पाठ करन वालियां ने भी, तिने भी अंत, तिने नन्ने दी सियारी है, उन्हां ने भी अंत नहीं पाया तेरा। नाम तो बगैर कहते हैं मुक्त क्यों हो सकता इंसान, अंत तो मालक का पाया ही नहीं जा सकता, पर नाम तो बगैर इस संसार जिहड़ी कैद पाई है, जिहड़ी खेड मालक ने बनाई है शरीर ते आत्मा दी, ये हर बारी जिहड़ा हैगा इस शरीर तो आपां नूं मुक्ति जिहड़ी हैगी आ, ये जिहड़ी माया है मालक ने माया पाई है, माया तो जित किवें हो सकती है, मन जीते जग जीत, ये अवस्था किवें पाई जा सकती है। हाँ जी वीर जी। हाँ जी साध संगत जी, देखो एक चीज नूं आप अंडरस्टैंड करो, जिहड़े ग्रंथ हुंदे नक्शे ने, जिद्दां कोई नक्शा होया ते नक्शे का मतलब हुंदा कि कोई कंस्ट्रक्शन करनी है, वो जिस तुहानूं इशारा करदे ने कि ऐनूं उंगल करदे कि आ जाओ मंजिल ते आउणू जाओ। हुण आपां उंगल फड़ के बह जाइए ते गड़बड़ हो जाऊगी, फिर आपां मंजिल ते थोड़ी पहुंचना। बिल्कुल, जिथे उंगल है उत्थे आपां बैठे रहना। बाणी ब्रह्म विचार ते बिरला विचारे। हाँ जी, ये जिहड़ी है ना इस तरह गल है कि बई ਜਿਹੜੇ ਮਹਾਂਪੁਰਖ ਜਿਹੜੇ ਹੈਗੇ ਆਪਣੇ ਗੁਰੂ ਜਿਹੜੇ ਹੈਗੇ ਆ, ਜਿਵੇਂ ਗੁਰੂ ਨਾਨਕ ਸਾਹਿਬ ਹੁਣ ਜਿਹੜੇ ਹੈਗੇ ਉਹ ਕਹਿ ਰਹੇ ਉਹ ਦੇਖ ਉਹ ਮੇਰਾ ਸਾਹਿਬ ਹੈਗਾ, ਉਹ ਚੰਦਰਮਾ ਹੈ, ਉਹ ਸਾਹਿਬ ਆ ਮੇਰਾ। ਆਪਾਂ ਜਿਹੜੇ ਕਹਿ ਰਹੇ ਆ ਕਿ ਬਾਬਾ ਤੇਰੀ ਉਂਗਲ ਹੀ ਸਾਹਿਬ ਆ, ਤੂੰ ਹੀ ਸਾਹਿਬ ਹੈਗਾ बस। हाँ, और साध संगत जी एक चीज होर भी आप देखो, परमात्मा दे बारे लिखिया नहीं जा सकता, आप समझने की कोशिश करो। तो जिहड़ा भी लिखता तो वही ते मिट्टी हो गया, आप नहीं लिख सकते परमात्मा के बारे, क्योंकि आप की लिखांगे ओदियां की खूबी कोई लिख सकते, ओदी खूबी कोई तुसीं एक कीड़ी की खूबी नहीं लिख सकते। तुसीं एक मामूली जी कीड़ी मैं तुहानूं दे देना कि इहदे बारे लिख दो, जाओ की लिखोगे इहदे बारे, लिख सकदा कोई परमात्मा के बारे?
ਕੀੜੀ ਬਾਰੇ ਨਹੀਂ ਲਿਖਿਆ ਜਾ ਰਿਹਾ। ਅੰਬ ਬਾਰੇ ਦੱਸੋ ਅੰਬ ਦੇ ਟੇਸਟ ਬਾਰੇ ਲਿਖ ਦਿਓ ਕਿ ਏਦਾਂ ਦਾ ਅੰਬ ਦਾ ਟੇਸਟ ਹੈ। ਲਿਖ ਸਕਦਾ ਕੋਈ ਦੁਨੀਆ ਦਾ ਬੰਦਾ? ਉਹ ਤੇ ਇੱਕ ਅਨੁਭਵ ਦੀ ਚੀਜ਼ ਹੈ, ਔਰ ਅਨੁਭਵ ਹੀ ਇੱਕ ਐਸੀ ਸ਼ਕਤੀ ਹੈ ਜਿਹਦੇ ਵਿੱਚ ਜਦੋਂ ਅਸੀਂ ਆਪਣੇ ਅੰਤਰਾਕਰਨ ਚੋਂ ਪ੍ਰਮਾਤਮਾ ਨੂੰ ਅਨੁਭਵ ਕਰਦੇ ਹਾਂ ਤਾਂ ਸਾਨੂੰ ਉਹਦਾ ਅਨੁਭੂਤੀ ਪ੍ਰਾਪਤ ਹੋ ਜਾਂਦੀ। ਜੇ ਕਹੀਏ ਉਹਨੂੰ ਕਿਸੇ ਤਰੀਕੇ ਨਾਲ ਉਹਦੀ ਵਡਿਆਈ ਨੂੰ ਜਾਂ ਉਹਦੇ ਕਿਸੇ ਵੀ ਚੀਜ਼ ਬਾਰੇ ਦੱਸਿਆ ਜਾਵੇ, ਬਹੁਤ ਮੁਸ਼ਕਲ, ਬਹੁਤ ਬੋਲੇ ਤੇ ਬਹੁਤ ਜ਼ਿਆਦਾ ਮੁਸ਼ਕਲ ਹੈ। ਔਰ ਉਹਦੇ ਬਾਰੇ ਵੀ ਇਸ ਤਰ੍ਹਾਂ ਆਪਣੇ ਆਪ ਨੂੰ, ਹੁਣ ਜੇ ਅਸੀਂ ਗ੍ਰੰਥਾਂ ਦੇ ਵਿੱਚ ਗ੍ਰੰਥਾਂ ਜਿਹਦੇ ਨਕਸ਼ੇ ਲਿਖੇ ਆ, ਨਕਸ਼ੇ ਪੜ੍ਹੀ ਜਾਓ, ਉਹਦੇ ਨਾਲ ਕੀ ਉਹ ਬਿਲਡਿੰਗ ਥੋੜੀ ਬਣ ਜਾਣੀ। ਹੁਣ ਤੇ ਮੈਂ ਗਿਆ ਆਰਕੀਟੈਕਟ ਕੋਲ ਇੱਕ ਨਕਸ਼ਾ ਬਣਵਾ ਲਿਆਂਦਾ, ਸਾਰਾ ਦਿਨ ਮੈਨੂੰ ਵੇਖਦਾ ਰਹਿਣਾ, ਇੱਥੇ ਇੰਨੇ ਕਮਰੇ ਆ, ਉੱਥੇ ਇੰਨਾ ਕਮਰੇ, ਉੱਥੇ ਬਾਥਰੂਮ, ਰਸੋਈ, ਇੱਥੇ ਸੈਂਟਰੀ ਦਾ ਕੰਮ ਹੈਗਾ, ਉੱਤੇ ਤੇ ਪੱਖਾ ਲੱਗੂਗਾ, ਝੂਮਰ ਲੱਗੂਗਾ, ਫਿਰ ਮੈਂ ਕਲੀਨ ਵਿਛਾਵਾਂਗਾ, ਫਲਾਨੀ ਕੰਪਨੀ ਦੀਆਂ ਟਾਈਲਾਂ ਲਾਊਂਗਾ। ਕੇਵਲ ਇਹਦੇ ਨਾਲ ਬਿਲਡਿੰਗ ਬਣ ਜੂਗੀ? ਦੱਸੋ ਮੈਨੂੰ। ਪਾਣੀ ਤੇ ਇਹੋ ਕੁਝ ਕਰ ਰਹੇ ਆਪਾਂ ਸਾਰਾ ਦਿਨ, ਉਹੀ ਨਕਸ਼ਾ। ਰਸੋਈ ਦੇ ਵਿੱਚ ਨਹੀਂ ਵੀ ਉੱਥੇ ਵੱਡੀ ਟੂਟੀ ਲਾਊਂਗਾ ਮੈਂ, ਉੱਥੇ ਸਲੈਬ ਆਹ ਪਾਉਣੀ ਆ, ਗ੍ਰੇਨਾਈਟ ਲਾਉਣਾ ਵਾ। ਕੇਵਲ ਮਨ ਤੱਕ ਹੀ ਗੱਲ ਰਹਿ ਗਈ ਨੇਜਰ ਸਾਹਿਬ। ਇਹੋ ਤੇ ਹੋ ਰਿਹਾ ਬਾਣੀ ਚ। ਹੋ ਕੀ ਰਿਹਾ? ਬੰਦਾ ਉੱਠਦਾ ਤੇ ਉਹ ਨਕਸ਼ਾ ਕੱਢ ਲੈਂਦਾ, ਜਪਜੀ ਸਾਹਿਬ ਦਾ ਨਕਸ਼ਾ, ਨੇਜਰ ਸਾਹਿਬ ਸੁਖਮਨੀ ਸਾਹਿਬ ਦਾ ਨਕਸ਼ਾ, ਨਕਸ਼ਾ ਪੜ੍ਹਨਾ ਸ਼ੁਰੂ ਕਰਦਾ, ਸ਼ਾਮ ਤੱਕ ਨਕਸ਼ਾ ਪੜ੍ਹਦਾ ਮੁੜ ਕੇ ਨਕਸ਼ਾ ਫਿਰ ਉੱਥੇ ਰੱਖ ਦਿੰਦਾ। ਹਾਂ, ਕਹਿੰਦਾ ਹੋ ਗਈ ਭਗਤੀ ਹੋ ਗਈ। ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਆਉਣ ਤੇ ਵਿਚਾਰੇ ਉਹ ਵੀ ਪਰੇਸ਼ਾਨ ਹੋਏ ਨੇ। ਉਹਨਾਂ ਨੇ ਵੀ ਕਹਿਣਾ ਕਿ ਆ ਕੀ ਹੋਏ, ਇਹ ਤੇ ਨਕਸ਼ਾ ਹੀ ਪੜ੍ਹੀ ਜਾਂਦਾ ਚਰਨਜੀਤ। ਔਰ ਇਹ ਚਰਨਜੀਤ ਇੱਕ ਵਾਰੀ ਨਹੀਂ, ਇਹ ਚਰਨਜੀਤ ਨੇ ਪਤਾ ਨਹੀਂ ਕਿੰਨੇ ਸਾਲਾਂ ਦਾ ਪੜ੍ਹ ਲਿਆ ਵਾ। ਤੇ ਨਿੱਜਰ ਸਾਹਿਬ ਇਹ ਦੇਖੋ ਗੋਰਖੀ ਸਾਹਿਬ, ਇੱਕ ਨਾ ਮੈਨੂੰ ਕਬੀਰ ਜੀ ਦੀ ਗੱਲ, ਕਬੀਰ ਜੀ ਦਾ ਜਿਹੜਾ ਸ਼ਬਦ ਹੈਗਾ ਉਹ ਬਹੁਤ ਢੁਕਦਾ ਹੈ ਇਹਦੇ ਉੱਤੇ। ਕਬੀਰ ਜੀ ਕਹਿੰਦੇ ਆ, ਕਿਆ ਪੜ੍ਹੀਏ ਕਿਆ ਗੁਣੀਏ। ਕਹਿੰਦੇ ਕੀ ਪੜ੍ਹ ਰਹੇ ਆ ਤੇ ਕੀ ਉਹਦੇ ਵਿੱਚੋਂ ਗੁਣ ਕੱਢ ਰਹੇ ਆ, ਕੀ ਉਹਦੇ ਅਰਥ ਕਰ ਰਹੇ ਆ, ਕੀ ਉਹਦੇ ਟੀਕੇ ਕਰ ਰਹੇ ਆ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣ ਨਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਆ ਦੇਖੋ, ਕਹਿੰਦੇ ਪ੍ਰੈਕਟੀਕਲ ਤਾਂ ਤੂੰ ਕਰ ਹੀ ਨਹੀਂ ਰਿਹਾ। ਉਹ ਜਿੰਨੇ ਵੀ ਗ੍ਰੰਥ ਹੈਗੇ ਨੇ, ਗ੍ਰੰਥ ਜਿਹੜੇ ਨਾਮ ਨੂੰ ਪ੍ਰਗਟ ਕਰਨ ਵਾਸਤੇ ਹੀ ਨੇ। ਬਿਲਕੁਲ ਸਹੀ। ਸਾਰੇ ਕਿ ਨਾਮ ਪ੍ਰਗਟ ਕਰ ਲਾ ਤੇ ਇਹ ਤੇਰਾ ਕੰਮ ਰੋਕ ਆ ਜੂ। ਇਸ ਪੱਧਰ ਤੇ ਗੱਲ ਹੋਈ ਨਹੀਂ ਅਜੇ ਤੱਕ। ਤੇ ਹੁਣ ਇਹ ਲੋਕ ਪਤਾ ਕੀ ਕਰੀ ਜਾਂਦੇ ਆ। ਹੁਣ ਕੋਈ ਕਹਿੰਦਾ ਕਿ 3 ਨਾਮ ਲੈ ਲਾ, ਕੋਈ ਹੁਣ ਆਰਾਮ ਪਾਲਗਾ 7 ਨਾਮ ਦੇਈ ਜਾਂਦਾ ਵਾ, ਕੋਈ 5 ਨਾਮ ਦੇਈ ਜਾਂਦਾ। ਕੋਈ ਨਾਮ ਜਿਹੜੇ ਆ ਇਹ ਨਾਮ ਨਹੀਂ ਆ, ਇਹ ਅੱਖਰਾਂ ਚ ਨਹੀਂ ਨਾਮ ਹੈਗਾ। ਨਾਮ ਤੇ ਤੁਹਾਡੇ ਦੇ ਪ੍ਰਾਣ ਸ਼ਕਤੀ ਹੈ, ਉਹਨੂੰ ਪ੍ਰਗਟ ਕਰਨਾ। ਉਹਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸ਼ਰਾਮ। ਹਾਂ, ਵਿਸ਼ਰਾਮ, ਤ੍ਰਿਏ ਦੇ ਅੰਦਰ ਵਿਸ਼ਰਾਮ ਅਵਸਥਾ ਚ ਉਹ ਵੀ ਜਿਹੜਾ ਬੰਦਾ ਨਾਮ ਜਪਦਾ ਤੇ ਪ੍ਰਗਟ ਹੋ ਜਾਂਦਾ। ਉਹ ਕੋਈ ਔਖਾ ਕੰਮ ਥੋੜੀ ਹੈਗਾ। ਇਹ ਨਹੀਂ ਹੈ ਕਿ ਤੁਸੀਂ 100 ਸਾਲ ਭਗਤੀ ਦੀ ਲੋੜ ਹੈ। ਉਹ ਤੇ ਜਿੱਤੇ ਜਿਹਦੇ ਤੇ ਕਿਰਿਆ ਸ਼ੁਰੂ ਹੋ ਜਾਂਦੀ। ਬਿਲਕੁਲ ਠੀਕ ਹੈ ਜੀ। ਪਰ ਪਰ 2-3 ਦਿਨ ਚ ਨਹੀਂ ਬੰਦਾ ਜਾਣ ਨੂੰ ਤਿਆਰ। ਬੰਦਾ ਤੇ 5 ਮਹੀਨੇ, ਮੈਂ ਕਹਿੰਦਾ 5 ਮਹੀਨੇ ਚ ਨਿਰਵਿਚਾਰ ਪੂਰਾ ਬੰਦਾ ਟੌਪ ਦੀ ਸਮਾਧੀ ਮਿਲਦੀ ਬੰਦੇ। ਬੰਦਾ 5 ਮਹੀਨੇ ਵੀ ਨਹੀਂ ਜਾਣ ਨੂੰ ਤਿਆਰ, ਕਿਉਂਕਿ ਬੰਦਾ ਰੈਡੀ ਨਹੀਂ ਹੈਗਾ। ਤੇ ਬੰਦਾ ਇੱਕ ਆਮ ਸੜਿਆ ਜੀਵਨ ਇੱਕਦਮ ਸਭ ਤੋਂ ਲੋ ਕੁਆਲਿਟੀ ਦਾ ਜੀਵਨ ਬਤੀਤ ਕਰਦਾ। ਔਰ ਇੱਕ ਬੇਹੋਸ਼ੀ, ਔਰ ਬੇਹੋਸ਼ੀ ਦੇ ਵਿੱਚ ਹੀ ਸਾਰਾ ਦਿਨ ਮਿੱਠੂ ਰਾਮ ਦੇ ਆਂਡੇ ਬਣਾਈ ਜਾਂਦਾ ਵਾ। ਨਿੱਜਰ ਸਾਹਿਬ, ਸਾਰਾ ਦਿਨ ਮਨ ਆਂਡੇ ਬਣਾਈ ਜਾਂਦਾ ਵਾ ਕਿ ਇਹ ਚ ਖੁਸ਼ ਆ। ਉੱਥੇ ਟੈਲ ਲੱਗੂਗੀ, ਉੱਥੇ ਬਲਬ ਲੱਗਣਗੇ, ਫਿਰ ਸੀਲਿੰਗ ਜਿਹੜੀ ਆ ਨਾ ਉਹ ਬਲੂ ਕਲਰ ਦੀ ਲਾਉਣੀ ਆ। ਤੇ ਉਹ ਕਰਨਾ ਕੁਛ ਵੀ ਨਹੀਂ, ਬਸ ਉਹੀ ਸਾਰਾ ਦਿਨ ਨਕਸ਼ੇ ਪੜੀ ਜਾਣੇ। ਆਉਣ ਬਾਣੀ ਇਹ ਸਮਝਾਉਂਦੀ ਆ ਕਿ ਇਹ ਜਿਹੜੇ ਗ੍ਰੰਥਾਂ ਨੂੰ ਪੜ੍ਹ ਕੇ ਤੂੰ ਸੋਚ ਰਿਹਾ ਕਿ ਬੜੀ ਵੱਡੀ ਗੱਲ ਕਰ ਰਿਹਾ, ਕੁਛ ਵੀ ਨਹੀਂ ਹੈਗਾ। ਇੱਥੇ ਤੇਰੀ ਬੁੱਧੀ ਦਾ ਇੱਕ ਜਿਸ ਉਹਦੇ ਦੰਦਾਂ ਨੂੰ ਮੰਜਨ ਫੇਰ ਰਿਹਾ ਤੂੰ। ਹਾਂਜੀ ਨਿਜੋ ਸਾਹਿਬ, ਅੱਗੇ ਚਲੀਏ। 9-6 ਖਟਕਾ ਕਰੇ ਵਿਚਾਰ, ਨਿਸ ਦਿਨ ਉਚਰੇ ਭਾਰ 18। ਤਿੰਨ ਵੀ ਅੰਤ ਨਾ ਪਾਇਆ ਤੋਹੇ, ਨਾਮ ਵਿਹੂਣ ਮੁਕਤ ਕਿਉਂ ਹੋਏ। ਆ ਦੇਖ ਲਓ, ਪਹਿਲੀ ਪਾਤਸ਼ਾਹੀ ਕਹਿ ਰਹੇ, ਕਹਿੰਦੇ ਨਾਮ ਤੋਂ ਬਗੈਰ, ਪ੍ਰੈਕਟੀਕਲ ਤੋਂ ਬਗੈਰ ਮੁਕਤੀ ਕਿਵੇਂ ਹੋ ਜਾਏਗੀ। ਦੱਸ ਦੇ ਮੈਨੂੰ, ਕਿਵੇਂ ਮੁਕਤ ਹੋਏਗਾ। ਇਹ ਜਿਹੜੇ ਹੈਗੇ, ਤੈਨੂੰ ਜਿਹੜਾ ਹੈਗਾ ਇਹ ਖੇਡ ਪਾਈ ਹੈ ਮਾਲਕ ਪਰਮਾਤਮਾ ਨੇ। ਤੇਰਾ ਮਨ ਜਿਹੜਾ ਹੈਗਾ ਇਸ ਤਰ੍ਹਾਂ ਖਿੱਚਿਆ ਜਾਂਦਾ ਹੈ ਦੁਨੀਆ ਦੇ ਪਦਾਰਥ ਭੋਗ ਵਿਲਾਸ ਦੇ ਵਿੱਚ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ। ਇਹ ਵਿਸ਼ੇ ਵਿਕਾਰ ਤੈਨੂੰ ਛੱਡਦੇ ਨਹੀਂ ਆ। ਤੇਰਾ ਜੀਵਨ ਉੱਚਾ ਨਹੀਂ ਹੋ ਪਾ ਰਿਹਾ। ਕਹਿੰਦੇ ਕਿਸ ਤਰੀਕੇ ਦੇ ਨਾਲ ਉੱਚਾ ਹੋਏਗਾ, ਕਿਵੇਂ ਇਹਨਾਂ ਤੋਂ ਮੁਕਤ ਹੋਏਗਾ। ਆਪਾਂ ਮੁਕਤ ਕਿੱਥੋਂ ਹੋਣਾ। ਆਪਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ ਇਹ ਖਲੂਸ ਹੈਗੇ। ਇਹਨਾਂ ਨੇ ਆਪਣੀ ਜਿਹੜਾ ਗੁਬਾਰਾ ਜਿਹੜਾ ਹੈਗਾ ਆਪਣਾ ਉੱਡਣ ਨਹੀਂ ਦੇ ਰਹੇ। ਇਹ ਵੇਟ ਹੈਗੇ ਥੱਲੇ ਲੱਗੇ ਹੋਏ, ਤੇ ਇਹਨਾਂ ਨੂੰ ਕੱਟ ਦੋ ਤੇ ਦੇਖੋ ਗੁਬਾਰਾ ਕਿੱਥੇ ਜਾਂਦਾ ਹੈ। ਫਿਰ ਨਾਮ ਵਿਹੂਣ ਮੁਕਤ ਕਿਉਂ ਹੋਏ।
ਨਾਭ ਵਸਤ ਬ੍ਰਹਮੇ ਅੰਤ ਨਾ ਜਾਣਿਆ। ਔਰ ਜਿਹੜਾ ਨਾਭੀ ਨਾਭ ਕਮਲ ਤੋਂ ਬ੍ਰਹਮਾ ਜਿਹੜਾ ਹੈ ਪੈਦਾ ਹੋਇਆ ਹੈ, ਉਹਨੇ ਨਾਭ ਕਮਲ ਦੇ ਵਿੱਚ ਵਸਣ ਵਾਲੇ ਬ੍ਰਹਮਾ ਨੇ ਵੀ ਮਾਲਕ ਪਰਮਾਤਮਾ ਦਾ ਅੰਤ ਜਿਹੜਾ ਹੈਗਾ ਬਾਹਰ ਆਕਾਰ ਤੋਂ ਜਿਹੜਾ ਹੈਗਾ ਉਸ ਨਿਰੰਕਾਰ ਨੂੰ ਨਹੀਂ ਬੁੱਝ ਪਾਇਆ, ਨਹੀਂ ਉਹਦੇ ਮਾਲਕ ਪਰਮਾਤਮਾ ਨੂੰ ਪ੍ਰਗਟ ਕਰ ਪਾਇਆ। ਇਹ ਜਿਹੜਾ ਹੈਗਾ ਕੁਦਰਤ ਦੇ ਵਿੱਚੋਂ, ਪਦਾਰਥਾਂ ਦੇ ਵਿੱਚੋਂ, ਦੁਨੀਆ ਦੇ ਵਿੱਚੋਂ ਗੁਰਮੁਖੇ ਨਾਨਕ ਨਾਮ ਪਛਾਣਿਆ। ਨਾਮ ਵਸਤ ਬ੍ਰਹਮੇ ਅੰਤ ਨਾ ਜਾਣਿਆ, ਗੁਰਮੁਖੇ ਨਾਨਕ ਨਾਮ ਪਛਾਣਿਆ। ਗੁਰੂ ਦੇ ਰਾਹੀਂ ਜਿਨ੍ਹਾਂ ਨੇ ਗਿਆਨ, ਇਹ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਜਿਹੜਾ ਹੈਗਾ, ਇਹਨੂੰ ਲੈ ਕੇ ਇਮੀਡੀਏਟਲੀ ਪ੍ਰੈਕਟੀਕਲ ਕੀਤਾ ਜਿਨ੍ਹਾਂ ਨੇ, ਉਹਨਾਂ ਨੇ ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ, ਉਹ ਜਿਹੜੇ ਹੈਗੇ ਇਸ ਖੇਡ ਤੋਂ ਬਾਹਰ ਆ ਗਏ, ਉਹਨਾਂ ਨੇ ਜਿਹੜਾ ਹੈਗਾ ਯਾਤਰਾ ਪੂਰੀ ਕਰ ਲਈ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਕਹਿੰਦੇ ਆ ਕਿ ਨਕਸ਼ੇ ਪੜਿਆ ਗੱਲ ਨਹੀਂ ਬਣਨੀ, ਤੁਹਾਨੂੰ ਨਾਮ ਦੀ ਲੋੜ ਪੈਣੀ ਹੈ। ਨਾਮ ਵਿਹੂਣ ਮੁਕਤੀ ਕਿਉਂ ਹੋਈ। ਹੁਣ ਦੇਖੋ ਨਾਮ ਤੋਂ ਬਿਨਾਂ ਕਹਿੰਦੇ, ਨਾਮ ਤੋਂ ਬਿਨਾਂ ਤੈਨੂੰ ਜੀਵਨ ਦੀ ਜਿਉਣਾ ਕਿੱਦਾਂ ਹੈ ਤੈਨੂੰ ਪਤਾ ਕਿੱਦਾਂ ਲੱਗ ਸਕਦਾ। ਪਰ ਜਦ ਤੱਕ ਤੂੰ ਸਹੀ ਤਰੀਕੇ ਨਾਲ ਜੀਵਨ ਹੀ ਨਹੀਂ ਬਤੀਤ ਕਰੇਗਾ, ਤੂੰ ਇਸ ਸਿਸਟਮ ਚੋਂ ਬਾਹਰ ਨਹੀਂ ਆ ਸਕਦਾ। ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਸਮਝਣਾ ਪਊਗਾ ਕਿ ਜੇ ਅਸੀਂ ਵਿਚਾਰਾਂ ਰੂਪੀ ਬਿਮਾਰੀ ਤੋਂ ਪੀੜਿਤ ਹਾਂ, ਵਿਚਾਰਾਂ ਦੇ ਰੂਪੀ ਜਿਹੜੀ ਬਿਮਾਰੀ ਹੈ ਉਹ ਤੋਂ ਹੀ ਪੀੜਿਤ ਆ, ਤੇ ਫਿਰ ਤਾਂ ਉਹਦਾ ਇਲਾਜ ਵੀ ਹੋ ਜਾਊਗਾ। ਹੁਣ ਬੰਦਾ ਪਤਾ ਕੀ ਸੋਚਦਾ ਵਾ, ਬੰਦਾ ਤੇ ਇੱਥੇ ਖਾਲੀ ਹੱਥ ਆਉਂਦਾ, ਜੱਫੀਆਂ ਪਾਈ ਜਾਂਦਾ ਚੀਜ਼ਾਂ ਨੂੰ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਔਰ ਉਹ ਬੰਦੇ ਨੂੰ ਇਹ ਨਹੀਂ ਸਮਝ ਆਉਂਦੀ ਕਿ ਭੋਲਿਆ ਤੂੰ ਕੁਛ ਲੈ ਕੇ ਆਇਆ ਸਾ ਸੰਸਾਰ ਤੇ, ਤੂੰ ਜਿੱਦਾਂ ਜਾਏਗਾ ਕੁਛ ਲੈ ਕੇ ਜਾਏਗਾ ਸੰਸਾਰ ਤੋਂ, ਪਰ ਤੈਨੂੰ ਵੀ ਪਤਾ ਤੇਰੀ ਲੋੜ ਤੋਂ ਵੱਧ ਆ, ਕਿਤੇ ਵੱਧ ਆ ਤੇਰੇ ਕੋਲ, ਤੇ ਤੇਰੀ ਅੰਦਰ ਦੀ ਤੂੰ ਨਹੀਂ ਮਹਿਸੂਸ ਕਰਦਾ ਕਿ ਤੇਰਾ ਮਨ ਬਿਮਾਰ ਹੈ ਔਰ ਇੱਕ ਚੀਜ਼ ਤੋਂ ਮ੍ਰਿਗ ਤ੍ਰਿਸ਼ਨਾ ਤੋਂ ਜੰਪ ਕਰ ਰਿਹਾ ਔਰ ਤੈਨੂੰ ਗਾਂ ਦੀ ਗਾਂ ਤੋਰੀ ਜਾ ਰਿਹਾ ਔਰ ਤੂੰ ਇਹਦੀਆਂ ਗੱਲਾਂ ਮੰਨੀ ਜਾ ਰਿਹਾ। ਦੁਰਯੋਧਨ ਦੇ ਪਿਓ ਨੂੰ, ਉਹ ਦੁਰਯੋਧਨ ਦਾ ਪਿਓ ਵੀ ਤੇ ਮੁੰਡੇ ਆਪਣੀ ਦੀਆਂ ਗੱਲਾਂ ਮੰਨੀ ਜਾਂਦਾ, ਉਹ ਗਲਤ ਵੀ ਕਹਿੰਦਾ ਤੇ ਉਹਦਾ ਮੰਨੀ ਜਾਂਦਾ, ਇਹਨੇ ਜੈਸਾ ਕਹਿਣਾ। ਇਹੋ ਤੇਰਾ ਚੱਕਰ ਹੈ, ਤੂੰ ਹੀ ਆਪਣੇ ਮਨ ਦੀ ਗੱਲ ਨਹੀਂ ਸਮਝਣ ਦਿਆ। ਮਨ ਤੇਰਾ ਜਿਹੜਾ ਬਿਮਾਰ ਆ ਤੇ ਉਹ ਤੇ ਬੇਵਕੂਫ ਹੈਗਾ, ਤੇ ਤੂੰ ਉਹਦੀਆਂ ਗੱਲਾਂ ਸੁਣ ਕੇ ਤੂੰ ਵੱਡੀ ਬੇਵਕੂਫੀ ਕਰੀ ਜਾਂਦੇ ਆ ਔਰ ਇਹਦੇ ਕਰਕੇ ਤੇਰੀ ਮੁਸ਼ਕਲ ਵੱਧਦੀ ਜਾਣੀ। ਹੁਣ ਕਹਿੰਦੇ ਆ ਕਿ ਵੇਖੋ ਬ੍ਰਹਮਾ ਵਾ, ਤੇ ਉਹ ਬ੍ਰਹਮਾ, ਦੇਖੋ ਬ੍ਰਹਮਾ ਉੱਥੇ ਪਤਾ ਹੀ ਕੋਈ ਨਹੀਂ ਕੀ ਕੁਝ ਹੈਗਾ। ਪਰਮਾਤਮਾ ਦੇ ਤੱਕ ਜਿਹੜਾ ਨਾ ਦੇਖੋ ਆਪ ਪਹੁੰਚ ਰਹੇ ਜੋ, ਇਹ ਪ੍ਰਕਿਰਤੀ ਚ ਇਕੱਲਾ ਜੀਵ ਹੀ ਪਹੁੰਚ ਸਕਦਾ ਵਾ, ਮਨੁੱਖਾ ਜੀਵ। ਪਰਮਾਤਮਾ ਹੋਰ ਕਿਸੇ ਨੂੰ ਕੁਛ ਨਹੀਂ ਪਤਾ ਪਰਮਾਤਮਾ ਕਿੱਥੇ ਹੈ। ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹ ਇਸੇ ਲਈ ਬਾਣੀ ਕਿਹਾ ਵਾ ਕਿ ਮਾਨਸ ਜਨਮ ਹੈ ਉਹਦੀ ਬੜੀ ਕੀਮਤ ਹੈਗੀ ਆ, ਪਰ ਮਾਨਸ ਜਨਮ ਹੁਣ ਕਲਯੁਗ ਦਾ ਟਾਈਮ ਹੈ ਨਾ, ਬੰਦੇ ਦੀ ਮਾਇਆ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਨਾ, ਬੰਦਾ ਸਾਰੇ ਕੰਮ ਕਰੂਗਾ। ਤੁਸੀਂ ਹੁਣੇ ਕਿਸੇ ਬੰਦੇ ਨੂੰ ਕਹੋਗੇ ਨਾ ਕਿ ਆ ਸ਼ਰਾਬ ਪੀਣੀ ਆ ਜਾਂ ਕੋਈ ਉੱਥੇ ਡਿਸਕੋ ਕਲੱਬ ਤੇ ਜਾਣਾ ਹੈ ਜਾਂ ਕੋਈ ਫਿਲਮ ਵੇਖਣੀ ਆ, 1 ਮਿੰਟ ਚ ਤਿਆਰ ਹੋ। ਜੇ ਬਿਮਾਰ ਵੀ ਹੋਏਗਾ ਉਹਨੇ ਠੀਕ ਹੋ ਜਾਣਾ। ਨੇ ਸਾਹਿਬ ਬਿਲਕੁਲ ਠੀਕ ਹੈ। ਤੁਸੀਂ ਉਹਨੂੰ ਔਗਣ ਕਹੋਗੇ, ਔਗਣ ਕਰਨਾ 1 क्षण ਚ ਤਿਆਰ ਹੋਊਗਾ। ਤੁਸੀਂ ਕਿੱਡਾ ਮਰਜੀ ਬੰਦਾ ਕਿਤੇ ਬੈਠਾ ਹੋਵੇ ਨਾ, ਉਹਨੂੰ ਕਹੋਗੇ ਆਪ ਫਲਾਣਾ ਕੰਮ ਤੇ ਕਰਨਾ, ਉਹਨੇ ਕਹਿਣਾ ਅੱਛਾ ਉੱਥੇ ਜਾਣਾ ਚਲੀਏ। ਤੇ ਜਾਂ ਉਹਨੂੰ ਕਹੋਗੇ ਚੰਗਾ ਕੰਮ ਕਰਨਾ, ਇਹਨੇ ਕਹਿਣਾ ਨਹੀਂ ਕੱਲ ਕਰੂੰਗਾ। ਕੱਲ ਫੇਰ ਆ ਜਾਣਾ ਵਾ, ਇਹਨੇ ਇਹ ਨੀ ਕਹਿਣਾ ਮਹੀਨੇ ਬਾਅਦ ਕਰੂੰਗਾ, ਕੱਲ ਫੇਰ ਆ ਜਾਣਾ, ਇਹਨੇ ਫੇਰ ਕਹਿਣਾ ਕੱਲ ਕਰੂੰਗਾ। ਇਹ ਜਵਾਬ ਨਹੀਂ ਦੇਣਾ ਚਾਹੁੰਦਾ, ਬਸ ਐਸਾ ਬਹਾਨਾ ਦਿੰਦਾ, ਛੋਟਾ ਜਿਹਾ ਬਹਾਨਾ ਜਿਹੜਾ ਕੱਲ ਕਰੂੰਗਾ। ਹੁਣ ਤੁਸੀਂ ਤੁਹਾਨੂੰ ਪਤਾ ਹੈ ਮਨ ਨੇ ਜੈਸਾ ਛੋਟਾ ਮੋਟਾ ਜੇ ਕਸ਼ਟ ਚੁੱਕਦਾ ਨਾ, ਉਹਦਾ ਕਾਰਨ ਇਹਦੇ ਪਿੱਛੇ ਪਤਾ ਕੀ ਹੈ? ਇਹਦਾ ਕਾਰਨ ਹੈ ਇਹਨੂੰ ਵੱਡੇ ਲਾਲਚ ਹੈ ਕਿਸੇ ਚੀਜ਼ ਦਾ, ਇਸ ਕਰਕੇ ਛੋਟਾ ਮੋਟਾ ਕਸ਼ਟ ਵੀ ਚੁੱਕ ਲੈਂਦਾ ਜੀ। ਬਿਲਕੁਲ ਚੁੱਕਦਾ, ਬਹੁਤ ਵੱਡੇ ਕਸ਼ਟ ਚੁੱਕ ਲੈਂਦਾ। ਅੱਛਾ, ਛੋਟੇ ਨਹੀਂ ਵੱਡੇ ਚੁੱਕ ਲੈਂਦਾ, ਬਿਲਕੁਲ ਸਹੀ ਹੈ। ਇਹ ਕੀ ਕਰਦਾ ਜੇ ਸਵੇਰੇ 5-6 ਵਜੇ ਉੱਠਦਾ ਵੀ ਹੈ ਨਾ, ਤੇ ਇਹਨੂੰ ਲਾਲਚ ਹੈ ਕਿ ਉੱਥੇ ਤਨਖਾਹ ਮਿਲਣੀ ਆ, 50-60 ਹਜ਼ਾਰ ਰੁਪਏ ਮਿਲੂਗਾ ਤੇ ਫਿਰ ਫਲਾਣੇ ਕੰਮ ਕਰਾਂਗਾ। ਇਹ ਸਕੀਮੀ ਆ ਪੂਰਾ, ਇਹ ਤਕੜੀ ਚ ਪਾਉਂਦਾ ਚੀਜ਼ ਨੂੰ। ਲਗਾਤਾਰ ਨਾਈਟ ਡਿਊਟੀ ਕਰਦੇ ਆ, ਲਗਾਤਾਰ ਨਾਈਟ ਡਿਊਟੀ ਕਰਦੇ ਆ, ਲਗਾਤਾਰ। ਹਾਂ, ਉਹ ਡਿਊਟੀ ਕਰਾ ਲੈਂਦਾ ਬੰਦੇ ਕੋ, ਕਹਿੰਦਾ ਵੀ ਏਦਾਂ ਕਰ ਚਰਨਜੀਤ, ਚੱਲ ਵੀ ਕੰਮ ਤੇ ਚੱਲ, ਮੁੜ ਕੇ ਇੰਨੀ ਤਨਖਾਹ ਮਿਲੂਗੀ, ਆਪਾਂ ਫਲਾਣੇ ਕੰਮ ਕਰਾਂਗੇ। ਲਾਲਚ ਫਿਰ ਵੇਂਦਾ ਨਾ ਤਕੜੀ ਚ ਪਾ ਕੇ, ਕਿਉਂਕਿ ਪੈਸੇ ਤੇ ਬਿਨਾਂ ਤੇ ਭੋਗਿਆ ਨਹੀਂ ਜਾ ਸਕਦਾ। ਇਹ ਕੀ ਕਰਦਾ ਕਿ ਛੋਟੇ ਮੋਟੇ ਕਸ਼ਟ ਵੀ ਬਰਦਾਸ਼ਤ ਕਰ ਜਾਂਦਾ। ਇਸੇ ਲਈ ਠੀਕ ਹੈ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਲਿਖਿਆ ਗੁਰਮੁਖ ਨਾਨਕ ਨਾਮ ਪਛਾਣਿਆ। ਨਾਮ ਪਛਾਣਿਆ ਜਿਹੜਾ ਹੈਗਾ, ਦੇਖ ਲਓ, ਗੁਰੂ ਤੋਂ ਜਿਹੜਾ ਹੈਗਾ, ਗੁਰਮੁਖ ਤੋਂ, ਗਿਆਨ ਤੋਂ ਜਿਹੜਾ ਹੈਗਾ, ਬ੍ਰਹਮ ਗਿਆਨ ਤੋਂ
ਕਿਉਂਕਿ ਨਾਮ ਦੇ ਬਾਰੇ ਪਤਾ ਹੀ ਨਹੀਂ ਲੱਗਦਾ। ਕੋਈ ਹੁਣੇ ਤੁਸੀਂ ਦੱਸਿਆ ਹੈ, ਕੋਈ 5 ਨਾਮ ਦੇ ਰਿਹਾ ਹੈ, ਕੋਈ 7 ਨਾਮ ਦੇ ਰਿਹਾ ਹੈ, ਕੋਈ ਕਹਿ ਰਿਹਾ ਆਹ ਨਾਮ ਹੈਗਾ, ਕੋਈ ਆਹ ਨਾਮ ਹੈ, ਉਹਦੇ ਤੇ ਹੀ ਲੜੀ ਜਾਂਦੇ, ਆਪਸ 'ਚ ਭਿੜੀ ਜਾਂਦੇ ਆ, ਤੇ ਉਹ ਨਾਮ ਪਦਾਰਥ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਹੈ, ਪਛਾਣਦੇ ਹੀ ਨਹੀਂ ਹੈ। ਤੇ ਬ੍ਰਹਮ ਗਿਆਨੀਆਂ ਤੋਂ ਬਗੈਰ ਕਿਵੇਂ ਪਛਾਣਨਗੇ ਜਿਹੜੇ ਹੈਗੇ? ਨਿੱਜਰ ਸਾਹਿਬ ਅੱਖਰਾਂ ਦੇ ਵਿੱਚ ਨਾਮ ਨਹੀਂ ਆਉਂਦਾ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਅੱਖਰਾਂ 'ਚ ਤਾਂ ਬ੍ਰਹਮ ਗਿਆਨ ਵੀ ਨਹੀਂ ਆ ਸਕਦਾ। ਅੱਖਰ ਤੇ ਹੀ ਖੁਦ ਯਾਦ ਕੀਤੇ ਆ। ਹੁਣ ਇਹਦਾ ਮਤਲਬ ਥੋੜੀ ਇਕੱਲੇ ਪੰਜਾਬੀਆਂ ਕੋਈ ਨਾਮ ਹੋਊਗਾ ਫਿਰ, ਇਹਦਾ ਮਤਲਬ ਕਿ ਜਿਨ੍ਹਾਂ ਨੂੰ ਹਿੰਦੀ ਆਉਂਦੀ ਭਾਸ਼ਾ ਜਿਹਨਾਂ ਦੀ, ਫਿਰ ਉਹਨਾਂ ਨੂੰ ਤਾਂ ਨਾਮ ਦਾ ਪਤਾ ਨਾ ਲੱਗੂ। ਹੁਣ ਕਹਿਣਗੇ ਹਿੰਦੀ 'ਚ ਆਉਂਦਾ, ਫਿਰ ਅੰਗਰੇਜ਼ਾਂ ਨੂੰ ਕਿੱਦਾਂ ਪਤਾ ਲੱਗੂ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਅਰਬੀਆਂ ਨੂੰ ਕਿੱਦਾਂ ਪਤਾ ਲੱਗੂ? ਫਰੈਂਚ ਨੂੰ ਕਿੱਦਾਂ ਪਤਾ ਲੱਗੂ ਜੇ ਤੁਹਾਡੇ ਕੋਈ ਨਾਮ ਹੋਇਆ? ਨਾਮ ਦੇਖੋ ਪਤਾ ਕੀ ਹੈ, ਨਾਮ ਦਾ ਮਤਲਬ ਹੈ ਕਿ ਤੁਹਾਡੇ ਮਾਨਸਿਕ ਇੱਕ ਅਵਸਥਾ ਹੈ। ਤੁਹਾਡੀ ਜਦੋਂ ਵਿੰਡੋ ਕਲੀਨ ਹੋ ਗਈ, ਨਾਮ ਦਾ ਮਤਲਬ ਕਿ ਤੁਹਾਡੀ ਵਿੰਡੋ ਜਿਹੜੀ ਆ ਭਰਮ ਤੋਂ ਕਲੀਨ ਹੋ ਗਈ, ਬਸ ਮਾਇਆ ਤੋਂ ਚੰਗੀ ਤਰ੍ਹਾਂ ਦਿਖਣ ਡਿਆ। ਬਸ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਕਰ ਦੇਣਾ। ਨਾਮ ਦਾ ਮਤਲਬ ਕਿ ਇੱਕ ਹੋਰ ਸੌਖਾ ਬੋਲਾਂ, ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਕਰ ਦੇਣਾ। ਜਿਹੜਾ ਮੋਤੀਆ ਬਿੰਦ ਨਾ ਮਾਇਆ ਦਾ ਲਾ ਦੇਣਾ, ਬਸ ਇਹਨਾਂ ਹੀ ਤੇ ਕੰਮ ਹੈ। ਇਸ ਤੋਂ ਵੱਧ ਤੇ ਗੱਲ ਹੀ ਨਹੀਂ ਅਜੇ ਕੋਈ। ਪਰ ਇਹ ਨਾ ਕਿਤੇ ਸੋਚਿਓ ਕਿਤੇ ਤੂੰ ਰੱਬ ਨੂੰ ਮਿਲ ਜਾਣਾ ਵਾ। ਰੱਬ ਦੇ ਅੰਦਰ ਹੈ ਆਪਾਂ। ਹੁਣ ਸਮੁੰਦਰ ਦੇ ਅੰਦਰ ਹੀ ਮੱਛੀ ਹੈ, ਤੇ ਮੱਛੀ ਕਵੇ ਮੈਂ ਸਮੁੰਦਰ ਨੂੰ ਮਿਲਣਾ, ਕਿੱਥੋਂ ਪਹੁੰਚ ਜੂਗੇ? ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਆਪਣੇ ਆਪ ਨੂੰ ਪਛਾਣ ਲਓਗੇ ਨਾ। ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣ ਲਿਆ ਨਾ, ਤੇ ਉਦੋਂ ਤੁਸੀਂ ਰੱਬ ਦੀ ਵੀ ਡਿਮਾਂਡ ਨਹੀਂ ਕਰਨੀ, ਤੈਨੂੰ ਗਿਆਨ ਹੋ ਜਾਣਾ। ਉਹ ਜਿਹੜਾ ਕਹਿੰਦੇ ਨਾ ਕਿ ਉਹ ਹਿਰਨ ਹੈ, ਹਿਰਨ ਦੇ ਅੰਦਰ ਹੀ ਕਸਤੂਰੀ, ਤੇ ਸਾਰੀ ਜ਼ਿੰਦਗੀ ਝਾੜੀਆਂ ਚ ਲੱਭਦਾ ਫਿਰਦਾ। ਹਾਂ ਬਿਲਕੁਲ। ਖੁਸ਼ਬੂ ਨੂੰ ਪਤਾ ਹੀ ਨਹੀਂ ਕਿ ਉਹਦੇ ਅੰਦਰੋਂ ਆਉਂਦੀ। ਤੁਸੀਂ ਇਹ ਦੇਖੋ, ਪਾਣੀ ਦਾ ਬੁਲਬੁਲਾ ਪਾਣੀ ਤੋਂ ਬਿਨਾਂ ਹੋ ਸਕਦਾ ਵਾ? ਦੱਸੋ। ਇੱਕ ਚੀਜ਼, ਇਹ ਜੀਵ ਹੈ, ਇਹ ਤੇ ਸਾਰੇ ਤੇ ਆਤਮਾ ਦੇ ਅੰਦਰ ਹੈ ਆਪਾਂ ਸਾਰੇ। ਪਰ ਆਪਾਂ ਕੀ ਹੋ ਗਏ ਆ? ਆਪਾਂ ਮਾਇਆ ਦੇ ਇੰਨਾ ਜ਼ਿਆਦਾ ਪ੍ਰਭਾਵ ਦੇ ਵਿੱਚ ਆ। ਆਪਾਂ ਆਪਣੇ ਆਪ ਨੂੰ ਭੁੱਲ ਚੁੱਕੇ। ਇਨਸਾਨ ਸਾਰੀ ਦੁਨੀਆ ਨੂੰ ਵੇਂਦਾ, ਪਰ ਕਦੇ ਆਪਣੇ ਆਪ ਨੂੰ ਤੇ ਵੇਂਦਾ ਹੀ ਨਹੀਂ ਕਿ ਮੈਂ ਵੀ ਹਾਂ। ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਲੋਕਾਂ ਦੇ ਲਈ ਕੰਮ ਕਰਦਾ ਹੈ, ਕੱਪੜਾ ਵੀ ਲੋਕਾਂ ਲਈ ਪਾਉਂਦਾ ਹੈ, ਗੱਡੀ ਵੀ ਲੋਕਾਂ ਲਈ ਲੈਂਦਾ ਹੈ, ਘਰ ਵੀ ਲੋਕਾਂ ਲਈ ਬਣਾਉਂਦਾ ਹੈ। ਇਹਨੇ ਆਪਣੇ ਲਈ ਤੇ ਕੁਛ ਬਣਾਇਆ ਹੀ ਨਹੀਂ ਨਾ। ਇਹਨੇ ਖੁਦ ਸੋਚਿਆ ਕਿ ਮੈਨੂੰ ਕੀ ਮਿਲੂਗਾ, ਪਰ ਮੈਂ ਏਦਾਂ ਕਿਉਂ ਕਰ ਰਿਹਾ? ਅਨੰਤ ਜਨਮ ਤੇ ਇਸੇ ਤਰ੍ਹਾਂ ਹੀ ਕਰਦਾ। ਹਾਂਜੀ ਨਿੱਜਰ ਸਾਹਿਬ ਅੱਗੇ ਬੋਲੀਏ। ਪੌੜੀ ਆ ਗਈ ਜੀ। ਅੱਗੇ ਪੌੜੀ, ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਆਪੇ ਆਪ ਹੈਗਾ। ਇਸ ਸੰਸਾਰ ਜੋ ਵੀ ਦਿਸ ਰਿਹਾ ਆ, ਇਹਦਾ ਕਰਤਾ ਉਹ ਮਾਲਕ ਪਰਮਾਤਮਾ ਆਪ ਹੈਗਾ। ਇਹਨੂੰ ਪੈਦਾ ਕਰਨ ਵਾਲਾ, ਇਹਦਾ ਸੋਰਸ ਜਿਹੜਾ ਹੈਗਾ, ਇਹ ਸਾਰੀ ਸੰਸਾਰ ਦਾ, ਦੁਨੀਆ ਦਾ ਮੂਲ ਸਰੋਤ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਆਪ ਹੈਗਾ। ਉਹਦੇ ਵਿੱਚੋਂ ਹੀ ਜਿਹੜੀ ਹੈ ਸਾਰਾ ਸੰਸਾਰ ਪੈਦਾ ਹੋਇਆ ਹੈ। ਆਪੇ ਆਪ ਨਿਰੰਜਨਾ। ਔਰ ਇਹ ਜਿਹੜਾ ਸੰਸਾਰ ਹੈਗਾ, ਇਹ ਮਾਲਕ ਪਰਮਾਤਮਾ ਦੀ ਮਾਇਆ ਹੈਗੀ ਆ, ਇਹ ਰੀਅਲ ਨਹੀਂ ਹੈਗਾ। ਇਹਦੇ ਪਿੱਛੇ ਜਿਹੜੀ ਹੈ ਉਹਦੀ ਸ਼ਕਤੀ ਹੈਗੀ, ਉਸ ਨਿਰੰਜਨ ਦੀ। ਇਹ ਅੰਜਨ ਹੈਗਾ, ਉਹ ਮਾਲਕ ਪਰਮਾਤਮਾ ਦੀ ਸ਼ਕਤੀ ਜਿਹੜੀ ਹੈਗੀ, ਉਹ ਇਹਦੇ ਪਿੱਛੇ ਕੰਮ ਕਰ ਰਹੀ ਆ। ਜਿਹਨੇ ਆਪ ਉਪਾਇਆ। ਆਪ ਉਪਾਇਆ ਮਤਲਬ ਵੀ ਆਪ ਪਰਮਾਤਮਾ ਨੇ ਇਹਨੂੰ ਪੈਦਾ ਕੀਤਾ ਨਹੀਂ, ਪਾਏ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਮਾਲਕ ਨੇ। ਆਪਣੇ ਵਿੱਚੋਂ ਹੀ ਕੱਢਿਆ ਹੈ ਇਹ ਸੰਸਾਰ ਸਾਰਾ। ਇਹ ਸ਼ਕਤੀ ਉਹਦੇ ਅੰਦਰੋਂ ਹੀ ਨਿਕਲੀ ਹੈ ਸਾਰੀ ਦੀ ਸਾਰੀ। ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ, ਆਪੇ ਖੇਲ ਰਚਾਇਨ ਸਭ ਜਗਤ ਸਬਾਇਆ। ਔਰ ਇਹ ਸਾਰਾ ਸੰਸਾਰ, ਸਾਰੇ ਜੀਵ ਜਿਹੜੇ ਹੈਗੇ ਆ, ਸਾਰੇ ਪਹਾੜ, ਪਾਣੀ, ਜੋ ਕੁਝ ਵੀ ਨਜ਼ਰ ਆ ਰਿਹਾ ਆ, ਇਹ ਸਾਰਾ ਉਹਦਾ ਖੇਡ ਹੈਗਾ। ਇਹ ਮਾਲਕ ਪਰਮਾਤਮਾ ਦਾ ਖੇਡ ਹੈ। ਆਪੇ ਆਪ ਰਚਾਇਨ, ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ, ਆਪੇ ਖੇਲ ਰਚਾਇਨ ਸਭ ਜਗਤ ਸਬਾਇਆ। ਸਾਰਾ ਜਗਤ, ਸਾਰਾ ਦਾ ਸਾਰਾ ਇਹ ਖੇਡ, ਇਹ ਜਿਹੜਾ ਦੇਖਣ ਆਇਆ ਜਗਤ ਤਮਾਸ਼ਾ, ਇਹ ਤਮਾਸ਼ਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਆਪ ਪਰਪਸਲੀ ਜਿਹੜਾ ਹੈਗਾ ਮਾਲਕ ਨੇ ਰਚਿਆ ਹੈ ਤਮਾਸ਼ਾ। ਇਹ ਖੇਡ ਮਾਲਕ ਆਪ ਖੇਡ ਰਿਹਾ ਆ। ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ। ਔਰ 3 ਗੁਣੇ ਤਮੋ ਰਜੋ ਸਤੋ, 3 ਗੁਣੇ ਜਿਹੜੇ ਆ, 3 ਗੁਣ ਮਾਲਕ ਨੇ ਮਾਇਆ ਦੇ ਆਪ ਪੈਦਾ ਕੀਤੇ ਆ। ਤੇ ਆਪ ਮਾਇਆ ਦੇ 3 ਗੁਣ ਪੈਦਾ ਕਰਕੇ ਔਰ ਇਹਨਾਂ ਦੇ ਨਾਲ ਜਿਹੜਾ ਹੈਗਾ ਇਨਸਾਨ ਦੇ ਅੰਦਰ, ਇਨਸਾਨ ਵੀ ਜਿਹੜਾ ਹੈਗਾ ਇਸੇ ਮਾਇਆ ਤੋਂ ਬਣਾਇਆ। ਇਸ ਕਰਕੇ ਮਾਇਆ ਦਾ, ਮਾਇਆ ਪਦਾਰਥ ਦਾ ਪਦਾਰਥ ਦੇ ਨਾਲ ਅਟਰੈਕਸ਼ਨ ਹੈਗਾ। ਇਸ ਕਰਕੇ ਮਾਇਆ ਦਾ ਮੋਹ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੇ ਆਪ ਜਿਹੜਾ ਹੈਗਾ ਪਰਪਸਲੀ ਪਾਇਆ ਹੋਇਆ ਆ। ਇਹ ਮੋਹ ਮਮਤਾ
ਮੋਹ ਦੇ ਨਾਲ ਹੀ ਸਾਰਾ ਸੰਸਾਰ ਹੈਗਾ, ਮੋਹ ਦੇ ਨਾਲ ਹੀ ਜਿਹੜਾ ਹੈਗਾ ਸਾਰਾ ਕੁਝ, ਸਭ ਤੋਂ ਵੱਡਾ ਜਿਹੜਾ ਮੇਨ ਚੀਜ਼ ਮੋਹ ਹੈਗਾ। ਗੁਰ ਪ੍ਰਸਾਦੀ ਉਬਰੇ ਜਿਹਨੇ ਭਾਣਾ ਪਾਇਆ, ਕਹਿੰਦੇ ਉਹ ਇਸ ਤੋਂ ਉੱਭਰ ਸਕਦੇ ਆ ਆਪਾਂ ਗੁਰੂ ਦੀ ਕਿਰਪਾ ਦੇ ਨਾਲ, ਬ੍ਰਹਮ ਗਿਆਨ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਉਹਨਾਂ ਤੋਂ ਗਿਆਨ ਲੈ ਕੇ ਪ੍ਰੈਕਟੀਕਲ ਕਰਕੇ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਇਸ ਖੇਡ ਚੋਂ ਜਾਂ ਆਪਾਂ ਨਿਕਲ ਸਕਦੇ ਹਾਂ, ਬਾਹਰ ਉੱਭਰ ਸਕਦੇ ਹਾਂ। ਨਹੀਂ ਤਾਂ ਇਹਦੇ ਵਿੱਚ ਹੀ ਆਪਾਂ ਬਾਰ-ਬਾਰ ਜਨਮ ਲਈ ਜਾ ਰਹੇ ਹਾਂ, ਇਹਦੇ ਵਿੱਚ ਹੀ ਗੋਤੇ ਖਾਏ ਜਾ ਰਹੇ ਹਾਂ। 84 ਲੱਖ ਜੂਨਾਂ ਹੈਗੀਆਂ, ਇਹਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਆਪਣੇ ਇਨਸਾਨ ਜਿਹੜਾ ਹੈਗਾ ਉਹਦੇ ਕੋਲ ਹੈਗਾ ਚਾਂਸ ਜਿਹੜਾ ਹੈਗਾ ਨਿਕਲਣ ਦਾ। ਬਾਕੀ ਸਾਰੇ ਤਾਂ ਭੋਗੀ ਚੂਨਾ ਹੈਗੀਆਂ, ਉਹਨਾਂ ਨੇ ਤਾਂ ਭੋਗੀ ਜਾਣਾ ਹੈ ਵਿਚਾਰਿਆਂ ਨੇ। ਨਾਨਕ ਸੱਚ ਵਰਤਦਾ ਸਭ ਸੱਚੇ ਸਮਾਇਆ, ਕਹਿੰਦੇ ਸੱਚ ਹੈਗਾ ਸਾਰੀ ਜਗ੍ਹਾ ਤੇ। ਇਹ ਖੇਡ ਉਹ ਕਿਉਂਕਿ ਉਹ ਮਾਲਕ ਪਰਮਾਤਮਾ ਹੈਗਾ, ਆਪ ਉਹਦੇ ਵਿੱਚੋਂ ਖੇਡ ਹੋ ਰਹੀ ਆ, ਤੇ ਇਹ ਸਾਰੀ ਖੇਡ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ, ਇਹ ਸੱਚ ਪੂਰੀ ਤਰ੍ਹਾਂ ਹਰ ਜਗ੍ਹਾ ਤੇ ਮਾਲਕ ਪਰਮਾਤਮਾ ਹੈਗਾ। ਇਸ ਖੇਡ ਦੇ ਵਿੱਚ ਸਭ ਸੱਚ ਸਮਾਇਆ, ਹਰ ਪਾਸੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ। ਇਸ ਖੇਡ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਮਾਲਕ ਪਰਮਾਤਮਾ ਨਾ ਹੋਏ। ਹਰ ਜ਼ਰਰੇ ਜ਼ਰਰੇ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਸਮਾਇਆ ਹੋਇਆ ਹੈ। ਉਹਦਾ ਇਹ ਖੇਡ ਜਿਹੜੀ ਹੈਗੀ ਉਹਦੇ ਹੁਕਮ ਦੇ ਵਿੱਚ, ਉਹ ਹੁਕਮ ਕੀ ਉਹ ਆਪ ਹੀ ਖੇਡ ਰਿਹਾ ਹੈ ਮਾਲਕ ਪਰਮਾਤਮਾ। ਹਾਂਜੀ ਗੋਲਪੀ ਸਾਹਿਬ। ਹਾਂਜੀ ਠੀਕ ਹੈ ਨਿਜਰ ਸਾਹਿਬ, ਬਾਣੀ ਤੇ ਆਪਾਂ ਨੂੰ ਇਹੋ ਸਮਝਾ ਰਹੀ ਹੈ ਪਹਿਲੀ ਤੁਕ ਦੇ ਵਿੱਚ, ਆਪੇ ਆਪ ਨਿਰੰਜਨ ਜਿਹਨੇ ਆਪ ਉਪਾਇਆ। ਹਾਂ, ਆਪੇ ਆਪ ਨਿਰੰਜਨਾ ਜਿਹਨੇ ਆਪ ਉਪਾਇਆ। ਹਾਂਜੀ ਵੀਰ। ਹਾਂ ਬਿਲਕੁਲ। ਦੇਖੋ ਇਹ ਸੰਸਾਰ ਜਿਹੜਾ ਨਾ, ਦੇਖੋ ਇਹ ਸੰਸਾਰ ਇੱਕ ਮਾਇਆ ਦੇ ਦੁਆਰਾ ਹੀ ਪ੍ਰਮਾਤਮਾ ਨੇ ਆਪ, ਉਸ ਪਵਿੱਤਰ ਸਤਾ ਨੇ ਇਸ ਜਗਤ ਨੂੰ ਰਚਨਾ ਕੀਤੀ ਹੈ ਆਪਣੇ ਵਿੱਚੋਂ ਔਰ ਆਪਣੇ ਅੰਦਰੋਂ ਕੀਤੀ ਹੈ, ਕੋਈ ਬਾਹਰ ਨਹੀਂ ਹੈ। ਜਿੱਦਾਂ ਸਮੁੰਦਰ ਦੇ ਵਿੱਚ ਇੱਕ ਛੱਲ ਪੈਦਾ ਹੋਈ, ਉਸੇ ਤਰ੍ਹਾਂ ਧਰਤੀਆਂ, ਉਸ ਸਮੁੰਦਰ ਚੋਂ ਕਈ ਛੱਲਾਂ ਪੈਦਾ ਹੁੰਦੀਆਂ, ਉਸੇ ਤਰ੍ਹਾਂ ਕਈ ਧਰਤੀਆਂ ਜਿਹੜੀਆਂ ਨੇ ਉਹ ਉਸ ਪਰਮਾਤਮਾ ਰੂਪੀ ਸਮੁੰਦਰ ਦੇ ਵਿੱਚੋਂ ਪੈਦਾ ਹੋ ਰਹੀਆਂ ਨੇ। ਹਾਂ, ਉਹਦੇ 'ਚ ਹੀ ਸਮਾ ਰਹੀਆਂ, ਇਹ ਉਹਦੇ ਵਿੱਚ ਹੀ ਸਮਾ ਜਾਣੀਆਂ। ਇਹ ਚੀਜ਼ ਨੂੰ ਜਦ ਤੱਕ ਆਪ ਸਮਝਦੇ ਨਹੀਂ ਆ ਤਦ ਤੱਕ ਸਾਧਨਾ ਨਹੀਂ ਕੀਤੀ ਜਾ ਸਕਦੀ। ਆਪ ਦੇਖੋ, ਜਦ ਤੱਕ ਫੈਕਟ ਨਹੀਂ ਵਹਿੰਦੇ, ਅਸਲੀਅਤ ਨੂੰ ਅਸਲੀਅਤ ਤੌਰ ਤੇ ਦੇਖਣਾ ਪਊਗਾ, ਤਾਂ ਹੀ ਤੇ ਗਤੀ ਹੋਣੀ। ਉਹਦਾ ਤੇ ਪਤਾ ਨਹੀਂ ਲੱਗਣਾ। ਆਪ ਕੀ ਨੂੰ ਨੋਟਿਸ ਕਰੋ, ਆਪ ਕਿੰਨੇ ਸਾਲਾਂ ਤੋਂ ਤੁਰਦੇ ਜੋ, ਕਿਤੇ ਪਹੁੰਚੇ? ਦੱਸੋ ਮੈਨੂੰ, ਕਿਤੇ ਪਹੁੰਚੇ ਜੋ? ਆਪ ਸਵੇਰੇ ਉੱਠਦੇ ਜੋ, ਕੰਮ ਤੇ ਜਾਂਦੇ, ਫਿਰ ਵਾਪਸ ਕੰਮ ਤੇ ਜਾਂਦੇ, ਫਿਰ ਵਾਪਸ ਕੰਮ ਤੇ ਜਾਂਦੇ, ਫਿਰ ਵਾਪਸ, ਸਾਰਾ ਦਿਨ ਉੱਥੇ ਤੇ ਘੁੰਮੀ ਜਾ ਰਹੇ ਹੋ। ਇੱਕ ਸਰਕਲ ਜਿਹਾ ਹੈਗਾ, ਤੁਸੀਂ ਉੱਥੇ ਘੁੰਮੀ ਜਾ ਰਹੇ, ਔਰ ਇਸੇ ਤਰ੍ਹਾਂ ਹੀ ਸਾਰਾ ਘੁੰਮਦੇ ਸਾਰਾ ਤੁਹਾਡਾ ਜੀਵਨ ਲੰਘ ਜਾਣਾ। ਔਰ ਜਿੰਨਾ ਆਪਾਂ ਲੇਟ ਕਰੀ ਜਾਂਦੇ ਹਾਂ ਉਨੇ ਹੀ ਉਸ ਸਫ਼ਰ ਨੂੰ ਕਰਨਾ ਮੁੜ ਕੇ ਔਖਾ ਹੋ ਜਾਂਦਾ, ਕਿਉਂਕਿ ਫਿਰ ਮਤਲਬ ਸਰੀਰ ਦੀ ਤੰਦਰੁਸਤੀ ਵੀ ਬੜੀ ਜ਼ਰੂਰੀ ਹੈ, ਔਰ ਇਸ ਸਾਧ ਨੂੰ ਕੰਪਲੀਟ ਕਰਨ ਲਈ ਟਾਈਮ ਵੀ ਲੱਗਦਾ। ਹੁਣ ਬਾਣੀ ਆਪ ਕਹਿ ਰਹੀ ਹੈ ਕਿ ਆਪੇ ਪ੍ਰਮਾਤਮਾ ਨੇ ਇਹ ਜਗਤ ਦਾ, ਆਪ ਹੀ ਜਗਤ ਨੂੰ ਉਹਨੇ ਬਣਾਇਆ ਤੇ ਔਰ ਆਪਣੇ ਵਿੱਚੋਂ ਬਣਾਇਆ। ਆਪ ਖੇਲੇ ਆਪ ਖੇਲ ਰਚਾਏ, ਆਪੇ ਖੇਲ ਰਚਾਇਨ ਸਭ ਜਗਤ ਸਵਾਇਆ। ਆਪ ਹੀ ਖੇਲ ਰਚਾ ਦਿੱਤਾ ਮਾਲਕ ਨੇ। ਸਾਰਾ ਜਗਤ ਜਿਹੜਾ ਹੈਗਾ, ਸਾਰਾ ਦਾ ਸਾਰਾ ਜਗਤ ਜਿਹੜਾ ਹੈਗਾ ਉਹ ਮਾਲਕ ਨੇ ਇਹ ਤਮਾਸ਼ਾ ਆਪ ਹੀ ਰਚਿਆ ਆ। ਇਹ ਖੇਡ ਹੈਗੀ ਮਾਲਕ ਦੇ ਵਾਸਤੇ। ਹਾਂ ਦੇਖੋ, ਹੁਣ ਤੁਸੀਂ ਵੇਖੋ ਲਾਗਲੇ ਬੰਨੇ ਕਿੱਦਾਂ ਇੰਟਰਟੇਨਮੈਂਟ ਕੀਤਾ, ਕਿੰਨੇ ਕਿਸਮ ਦੇ ਪੰਛੀ, ਕਿੰਨੀਆਂ ਕਿਸਮ ਦੇ ਜਾਨਵਰ, ਕਿੰਨੀਆਂ ਕਿਸਮ ਦੀਆਂ ਮੱਛੀਆਂ, ਕਿੰਨੇ ਕਿਸਮ ਦੇ ਕੀੜੇ, ਇਹ ਸਾਰਾ ਪ੍ਰਕਿਰਤੀ ਪਲਾਨ ਕੀਤੀ ਹੋਈ ਹੈ, ਰਚਿਆ ਹੋਇਆ ਸਾਰਾ ਸੰਸਾਰ। ਔਰ ਜਿੱਦਾਂ ਦਾ ਉਹਨੇ ਡਿਜ਼ਾਈਨ ਕੀਤਾ ਉਸੇ ਤਰ੍ਹਾਂ ਦੀਆਂ ਚੀਜ਼ਾਂ ਨੇ, ਉਸੇ ਤਰ੍ਹਾਂ ਦਾ ਸਿਸਟਮ ਚੱਲ ਰਿਹਾ, ਦੇਖ ਲਓ। ਔਰ ਉਹ ਖੁਦ ਹੀ ਉਹਨੇ ਰਚਿਆ ਹੈ ਸਾਰਾ। ਅਗਲੇ ਬੰਨੇ ਬੋਲੋ ਨਿਜਰ ਸਾਹਿਬ। ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ। ਤਿੰਨ ਗੁਣ ਜਿਹੜੀ ਹੈਗੀ, ਤਿੰਨ ਗੁਣ ਮਾਇਆ ਦੇ ਤਮੋ ਰਜੋ ਸਤੋ, ਇਹ ਪਰਮਾਤਮਾ ਨੇ ਆਪ ਹੀ ਤਿੰਨ ਗੁਣੀ ਮਾਇਆ ਬਣਾਈ ਹੈ, ਤਿੰਨ ਗੁਣਾਂ ਦੇ ਵਿੱਚ ਬਣਾਈ ਹੈ ਮਾਲਕ ਪਰਮਾਤਮਾ ਨੇ। ਭਾਵੇਂ ਆਪਾਂ ਸਤੋ ਗੁਣ ਦੇ ਵਿੱਚ ਹੈਗੇ ਆ, ਹਮੇਸ਼ਾ ਆਪਾਂ ਜਿਹੜੇ ਹੈਗੇ ਝੂਠ ਨਹੀਂ ਬੋਲਦੇ, ਸੱਤ ਦੇ ਉੱਤੇ ਰਹਿੰਦੇ ਆ, ਜਾਂ ਦੂਜਿਆਂ ਦੀ ਹੈਲਪ ਕਰਦੇ ਆ, ਇਹ ਸਾਰੇ ਗੁਣ ਹੈਗੇ ਆਪਣੇ ਕੋਲ, ਪਰ ਧਿਆਨ ਸਿਮਰਨ ਨਹੀਂ ਹੈਗਾ। ਤੇ ਫਿਰ ਪਾਏ ਆਪਾਂ ਇਸ ਸੰਸਾਰ ਦੇ ਵਿੱਚ ਹੀ ਗਤੀ ਕਰਦੇ ਰਵਾਂਗੇ। ਇਹਦਾ ਫਲ ਆਪਾਂ ਨੂੰ ਮਿਲੂਗਾ ਜੋ ਕੁਛ ਵੀ ਆਪਾਂ ਕਰ ਰਹੇ, ਕਿਉਂਕਿ ਆਪਾਂ ਕਰਮ ਭੂਮੀ ਦੇ ਵਿੱਚ ਹੈਗੇ ਆ, ਫਲ ਮਿਲਣਾ ਹੀ ਆ। ਪਰ ਇਹਦਾ ਫਲ ਜਿਹੜਾ ਹੈਗਾ, ਵਧੀਆ ਪਰਿਵਾਰ ਦੇ ਵਿੱਚ ਜਨਮ ਹੋ ਜਾਊਗਾ, ਵਧੀਆ ਜਿਹੜੇ ਹੈਗੇ ਰਾਜੇ ਮਹਾਰਾਜੇ ਬਣ ਜਾਵਾਂਗੇ, ਸਾਰੀਆਂ ਸੁਵਿਧਾਵਾਂ ਹੋ ਜਾਣਗੀਆਂ, ਇਹ ਸਾਰਾ ਘਰ ਵਾਲੀ ਵਧੀਆ, ਬੱਚੇ ਵਧੀਆ, ਸਾਰਾ ਕੁਝ ਵਧੀਆ ਹੋ ਜਾਏਗਾ। ਪਰ ਜਿਹੜਾ ਹੈਗਾ ਨਿਕਲ ਨਹੀਂ ਸਕਦੇ ਇਸ ਖੇਡ ਚੋਂ ਧਿਆਨ ਸਿਮਰਨ ਤੋਂ ਇਲਾਵਾ।
ਇਹ ਤਿੰਨ ਗੁਣੀ ਮਾਇਆ ਹੈਗੀ ਭਾਈ। ਹਾਂਜੀ ਵੀਰ ਜੀ। ਹਾਂਜੀ, ਮਾਇਆ ਤੋਂ ਭਾਵ ਸਾਧ ਸੰਗਤ ਜੀ, ਮਾਇਆ ਇਹ ਤਿੰਨਾਂ ਰਜੋ ਤਮੋ ਤੇ ਸਤੋ, ਇਹ ਤਿੰਨ ਗੁਣਾਂ ਤੋਂ ਜਿਹੜੀ ਹੈ ਮਾਇਆ ਜਿਹੜੀ ਹੈ ਪ੍ਰਕਿਰਤੀ ਦੀ ਰਚਨਾ ਕਰਦੀ ਹੈ। ਤੇ ਹੁਣ ਪ੍ਰਕਿਰਤੀ ਜਿਹੜੀ ਦੇਖੋ, ਪ੍ਰਕਿਰਤੀ ਦੇ ਵਿੱਚ ਬੇਸ਼ੱਕ ਆਪਾਂ ਸਤੋ ਗੁਣੀ ਹੈਗੇ ਆ, ਇਹਦੇ ਬਾਵਜੂਦ ਵੀ ਜਿੰਨਾ ਚਿਰ ਤੱਕ ਅਸੀਂ ਦੇਖੋ, ਜਿੰਨਾ ਚਿਰ ਤੱਕ ਮੈਂ ਭਾਵ ਤੋਂ ਬੰਦਾ ਅੱਗੇ ਨਹੀਂ ਲੰਘ ਜਾਂਦਾ, ਉਹਨਾਂ ਚਿਰ ਤੱਕ ਸੰਸਕਾਰ ਬਣਦੇ ਰਹਿਣੇ। ਜਦੋਂ ਮੈਂ ਕੋਈ ਚੰਗਾ ਕੰਮ ਵੀ ਕੀਤਾ, ਮੈਂ ਹੀ ਕੀਤਾ, ਹਉਮੈ ਤੇ ਹੈਗੀ ਨਾ ਉੱਥੇ। ਬਿਲਕੁਲ। ਸਰੀਰ ਦੇ ਤੌਰ ਤੇ ਆਪਾਂ ਬੈਠੇ ਆ, ਚਲੋ ਸਰੀਰ ਦੇ ਤੌਰ ਤੇ ਕੋਈ ਵੀ ਕੰਮ ਆਪਾਂ ਕਰਦੇ ਆ, ਚਾਹੇ ਵਧੀਆ ਹੀ ਕੰਮ ਕਰਦੇ ਆ, ਪਰ ਹਉਮੈ ਮੈਂ ਭਾਵ ਤੇ ਹੈਗਾ ਹੀ ਨਾ, ਤੇ ਕਰਨ ਵਾਲਾ ਤੇ ਬੈਠਾ ਨਾ। ਬਿਲਕੁਲ ਬੈਠਾ ਹੈ ਜੀ। ਔਰ ਜਦੋਂ ਵੀ ਮੈਂ ਕਰਨ ਵਾਲੇ ਭਾਵ ਦੇ ਨਾਲ ਕੰਮ ਕੀਤਾ, ਨਾਲ ਹੀ ਸੰਸਕਾਰ ਬਣ ਜਾਣਾ ਹੈ। ਕੰਮ ਦੇਖੋ, ਇਹ ਨਹੀਂ ਕਿ ਬ੍ਰਹਮ ਗਿਆਨੀ ਕੰਮ ਨਹੀਂ ਕਰਦਾ, ਬ੍ਰਹਮ ਗਿਆਨੀ ਵੀ ਕੰਮ ਕਰਦਾ, ਪਰ ਕਰਦਾ ਉਹ ਕੰਮ ਹੁੰਦਾ ਵੇਂਦਾ ਵਾ, ਕੰਮ ਕਰਦਾ ਨਹੀਂ ਉਹ ਇਹ ਫਰਕ ਆ। ਜਿਹੜਾ ਜਿੰਨਾ ਚਿਰ ਤੱਕ ਆਪਾਂ ਮੈਂ ਭਾਵ ਦੇ ਨਾਲ ਕੋਈ ਵੀ ਕੰਮ ਕਰਦੇ ਆ, ਉਸ ਚੀਜ਼ ਨੇ ਫਲੀਭੂਤ ਹੋਣਾ। ਤੁਸੀਂ ਕੋਈ ਵੀ ਚੀਜ਼ ਕਰਕੇ ਦੇਖ ਲਓ, ਪਰ ਜਦ ਤੱਕ ਮੈਂ ਹੈਗੀ ਤਦ ਤੱਕ ਜਿਹੜਾ ਹੈ ਸਿਸਟਮ ਹੈਗਾ। ਹਾਂਜੀ ਨਿੱਜਰ ਸਾਹਿਬ, ਅੱਗੇ ਚਲੀਏ। ਹਾਂ, ਜਦ ਮੈਂ ਨਹੀਂ ਹੈਗੀ ਆ, ਕਰਤਾ ਭਾਵ ਨਹੀਂ ਹੈਗਾ, ਤੇ ਫਿਰ ਜਿਹੜਾ ਹੈਗਾ ਫਿਰ ਆਪਾਂ ਨੂੰ ਜਿਹੜਾ ਹੈਗਾ, ਫਿਰ ਮਾਲਕ ਨੇ ਜਿਹੜਾ ਹੈਗਾ ਉਹਦਾ ਰਿਜ਼ਲਟ ਕੀ ਦੇਣਾ ਹੈ? ਕਿਵੇਂ ਮਾਲਕ ਜਿਹੜਾ ਹੈ ਉਹਦਾ ਦੰਡ ਜਿਹੜਾ ਹੈਗਾ ਉਹਨੂੰ ਆਪਾਂ ਨੂੰ ਜ਼ਿੰਮੇਵਾਰੀ ਠਹਿਰਾ ਸਕਦਾ ਹੈ। ਜਦ ਆਪਾਂ ਕਹਿ ਰਹੇ ਵੀ ਮੈਂ ਹੈ ਨਹੀਂ ਗਾ ਭਾਈ, ਤੂੰ ਹੀ ਹੈਗਾ ਮਾਲਕਾ, ਬਸ ਫਿਰ ਜਦ ਤੂੰ ਹੈਗਾ ਤੇ ਫਿਰ ਕਾਹਦੇ ਵਾਸਤੇ ਮਾਲਕ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਫਿਰ ਭੋਗਣ ਵਾਲਾ ਵੀ ਤਾਂ ਮਾਲਕ ਹੀ ਹੋਇਆ ਨਾ, ਮੈਂ ਤਾਂ ਹੈ ਨੀ ਗਾ। ਹਾਂ, ਪਰ ਨਿੱਜਰ ਸਾਹਿਬ ਇਹ ਏਦਾਂ ਨਹੀਂ ਕਹਿ ਸਕਦੇ। ਜੇ ਆਮ ਬੰਦਾ ਕਵੇ ਨਾ ਕਿ ਮੇਰੇ ਚ ਹਉਮੈ ਨਹੀਂ ਹੈਗੀ ਤੇ ਮੈਂ ਸਮਝਦਾ ਕਿ ਪ੍ਰਮਾਤਮਾ ਹੀ ਕਰਦਾ, ਇਹ ਗੱਲ ਕਹਿਣ ਦੇ ਨਾਲ ਨਹੀਂ ਹਉਮੈ ਖਤਮ ਹੋ ਜਾਣੀ, ਨਹੀਂ ਹੁੰਦੀ। ਹਉਮੈ ਸਾਧਨਾ ਨਹੀਂ ਖਤਮ ਹੋਣੀ ਆ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਬਿਲਕੁਲ। ਕਿਤੇ ਇਹ ਨਾ ਕਹਿ ਦਿਓ ਕਿ ਮੈਂ ਨਹੀਂ ਕੀਤਾ, ਰੱਬ ਨੇ ਕੀਤਾ ਵਾ, ਕਹਿ ਦਿੰਦੇ ਲੋਕੀ। ਉਹ ਤਾਂ ਬਹੁਤ ਜਲਦੀ ਕਹਿ ਦਿੰਦੇ ਨੇ। ਇਹ ਜੀ ਉਹ ਚ ਸ਼ਰਾਰਤ ਹੁੰਦੀ ਹੈ। ਅਸਲ ਤੇ ਚਾਹੁੰਦਾ ਕਿ ਮੇਰੀ ਤਾਰੀਫ ਹੋਵੇ। ਹਾਂਜੀ ਭਾਈ, ਬੜਾ ਵਧੀਆ ਲੰਗਰ ਲਾਇਆ। ਨਹੀਂ ਵੀਰ ਜੀ, ਹੱਥ ਜੋੜ ਕੇ ਤੇ ਪ੍ਰਮਾਤਮਾ ਦੀ ਮਿਹਰਬਾਨੀ ਹੈ, ਮਤਲਬ ਉਹ ਚ ਵੀ ਫੀਲਿੰਗ ਲੈਂਦਾ ਹੈ ਬੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ, ਤੇ ਇਹ ਚੀਜ਼ ਇਹ ਨਹੀਂ ਕਿ ਤੁਸੀਂ ਪਰਮਾਤਮਾ ਨੂੰ ਕਹਿਤਾ ਤੇ ਤੁਹਾਡੀ ਗੱਲ ਖਤਮ ਹੋ ਗਈ, ਤੁਹਾਡੇ ਅੰਦਰ ਤੇ ਉਹੀ ਬੈਠਾ ਵਾ, ਉਹ ਅੰਦਰ ਜਿਹੜਾ ਹਉਮੈ। ਵਾਹ ਵੀ ਵਾਹ, ਲੋਕੀ ਕਹਿਣ ਕੀ ਬੜਾ ਝਾੜੂ ਮਾਰਦਾ ਚਰਨਜੀਤ, ਬੜੀ ਲੀਰ ਫੇਰਦਾ ਗੁਰਦੁਆਰੇ ਆ ਕੇ, ਬੜੇ ਬਰਤਨ ਮਾਂਜਦਾ, ਥਾਲੀਆਂ ਖੋਹਦੇ ਥੇ ਲੋਕੀ ਦਰਬਾਰ ਸਾਹਿਬ ਵੇਖੋ ਜਾ ਕੇ, ਜਾਂ ਹੋਰ ਵੀ ਡੇਰਿਆਂ ਟੂਰਿਆਂ ਚ ਮੈਂ ਵੇਖਿਆ ਲੋਕੀ ਥਾਲੀਆਂ ਚਾਦਰਾਂ ਖੋਈ ਜਾਂਦੇ ਆ ਕਿ ਜਿੱਦਾਂ ਇੱਥੇ ਸੇਵਾ ਕੀਤਿਆਂ ਪਤਾ ਨੀ ਕੀ ਰੱਬ ਇੱਥੇ ਬੈਠਾ ਵਾ, ਹੋਰ ਧਰਤੀ ਓਦਾਂ ਹੀ ਛੱਡੀ। ਉੱਥੇ ਜਿੱਥੇ ਸਾਫ਼ ਜਗ੍ਹਾ ਨੂੰ ਫੇਰ ਸਾਫ਼ ਕਰੀ ਜਾਣਾ, ਤੇ ਘਰ ਤੇ ਨਹੀਂ ਵੇਖਣਾ ਕਿ ਸਰਕਾਰੀ ਡਿਊਟੀ ਚੱਲਣ ਦੀ ਆ, ਪਾਣੀ ਉੱਥੇ ਵੇਸਟ ਹੋਣ ਦਿਆ ਧਰਤੀ ਤੇ ਉਹ ਕਿਹਦੀ ਜ਼ਿੰਮੇਵਾਰੀ? ਉਹ ਵੀ ਸਾਡੀ ਜ਼ਿੰਮੇਵਾਰੀ। ਕਿਸੇ ਵੀ ਚੀਜ਼ ਦੀ ਆਪਾਂ ਦੁਰਵਰਤੋਂ ਕਰਦੇ ਆ। ਪਾਣੀ ਦੇਖੋ, ਪਾਣੀ ਤੇ ਦੇਵਤਾ ਹੈ, ਪਾਣੀ ਤੇ ਕਹਿੰਦੀ ਆ ਪਾਣੀ ਦੇਵਤਾ ਹੈ, ਔਰ ਉਹਦੀ ਦੁਰਵਰਤੋਂ ਨਾ ਕਰੋ। ਹੁਣ ਪਿੰਡਾਂ ਚ 10-20 ਰੁਪਏ ਦੀ ਲੋਕੀ ਟੂਟੀ ਨਹੀਂ ਲਾਉਂਦੇ, ਸਾਰਾ ਦਿਨ ਟੂਟੀ ਚੱਲਦੀ ਰਹਿੰਦੀ। ਨਿੱਜਰ ਸਾਹਿਬ, ਇਹ ਕਿਹਦੀ ਜ਼ਿੰਮੇਵਾਰੀ ਹੈ? ਸਾਡੀ ਜ਼ਿੰਮੇਵਾਰੀ। ਸਾਨੂੰ ਰੱਬ ਨੇ ਅਕਲ ਦਿੱਤੀ ਹੈ। ਹੁਣ ਮੈਂ ਕਈ ਵੇਖਿਆ ਕਿ ਇੱਕ ਜਾਨਵਰ ਹੀ ਬਣੇ, ਬਾਂਦਰ ਟੂਟੀ ਬੰਦ ਕਰਦੇ ਨੇ। ਨਿੱਜਰ ਸਾਹਿਬ, ਟੂਟੀ ਪਾਣੀ ਦੀ ਚੱਲਣ ਦੀ ਬੰਦ ਕਰਦੀ ਉਹਨੇ। ਉਹਨੂੰ ਵੀ ਪਤਾ ਵਾ ਕਿ ਪਾਣੀ ਵੇਸਟ ਹੋ ਰਿਹਾ, ਪਰ ਬੰਦਿਆਂ ਨੂੰ ਨਹੀਂ ਪਤਾ। ਇਹ ਜਾਨਵਰ ਜਿਹੜੇ ਹੈਗੇ ਬਸ ਇਹ ਮਨੁੱਖ ਜੂਨ ਦੇ ਕੋਲ ਹੀ ਆ, ਨੇੜੇ ਹੀ ਹੈਗੇ। ਬਾਂਦਰ ਹੋਏ ਜਿਹੜੇ, ਹਾਥੀ ਹੋਏ ਜਿਹੜੇ ਹੈਗੇ, ਘੋੜਾ ਹੋਇਆ ਜਿਹੜਾ ਹੈਗਾ, ਇਹ ਬਿਲਕੁਲ ਨੇੜੇ ਹੈਗੇ। ਸਹੀ ਗੱਲ। ਤੇ ਇਹ ਸਾਧ ਸੰਗਤ ਜੀ ਦੇਖੋ, ਜਦ ਤੱਕ ਤੁਸੀਂ ਨਾ ਆਪਣੇ ਆਲੇ ਦੁਆਲੇ ਧਿਆਨ ਨਹੀਂ ਦੇਣ ਦੇ, ਉਹਨਾਂ ਚਿਰ ਤੱਕ ਹੋਸ਼ ਨਹੀਂ ਆਉਣੀ। ਲਾਗੇ ਬੰਨੇ ਵੇਖੋ ਦੁਨੀਆ ਤੇ ਹੁਣ ਕੀ ਦਿਆ, ਤੇਰੀ ਹੋਸ਼ ਆਵੇਗੀ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਹਾਂ, ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ। ਕਹਿੰਦੇ ਦੇਖੋ, ਉਭਰਨਾ ਹੈਗਾ ਤੇ ਭਾਈ ਗੁਰੂ ਗਾਈਡ ਜਿਹੜਾ ਹੈਗਾ, ਗੁਰੂ ਜਿਹੜਾ GPS ਜੋ ਗਿਆਨ ਦੇ ਰਿਹਾ ਹੈ, ਗੁਰੂ ਨੇ ਵੀ ਗਿਆਨ ਦੇਣਾ ਹੈ। ਇਹ ਥੋੜੀ ਨਾ ਗੁਰੂ ਨੇ ਜਿਹੜਾ ਪਿੱਠ ਤੇ ਥਾਪੀ ਮਾਰ ਦੇਣੀ ਆ ਵੀ ਪਿੱਠ ਤੇ ਮੋਢੇ ਤੇ ਹੱਥ ਰੱਖਣਾ, ਜਾ ਵੀ ਲੈ ਤੂੰ ਹੋ ਗਿਆ ਪਾਰ, ਤੇਰਾ ਹੋ ਗਿਆ ਪਾਰ ਉਤਾਰਾ, ਤੂੰ ਖੇਡ ਤੋਂ ਬਾਹਰ ਹੋ ਗਿਆ। ਗੁਰੂ ਨੇ ਗਿਆਨ ਦੇਣਾ ਹੈ, ਰਸਤਾ ਦਿਖਾ ਦੇਣਾ ਹੈ, ਤੁਰਨਾ ਤਾਂ ਆਪਾਂ ਨਹੀਂ ਹੈ। ਗੁਰੂ ਦੇ ਪ੍ਰਸਾਦ ਇਹੀ ਹੈ ਭਾਈ, ਉਹ ਪ੍ਰੈਕਟੀਕਲ ਕਰਕੇ ਜਿਹੜੇ ਉੱਭਰ ਜਾਂਦੇ ਆ। ਪਰ ਨਾਲ ਇਹ ਵੀ ਗੱਲ ਹੈ ਵੀ ਭਾਣਾ ਵੀ ਪਾਇਆ, ਜਿਨ ਭਾਣਾ ਪਾਇਆ। ਭਾਣਾ ਜੋ ਮਾਲਕ ਕਰ ਰਿਹਾ ਹੈ ਭਾਈ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ, ਸਬਰ ਸੰਤੋਖ ਰੱਖਣਾ, ਤਾਂ ਜਿਹੜੇ ਹੈਗੇ ਖੇਡ ਜਿੱਤੀ ਜਾ ਸਕਦੀ ਹੈ। ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ। ਹਾਂ, ਹਾਂਜੀ, ਕਹਿੰਦੇ ਸਾਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਇਹ ਪੂਰੀ ਖੇਡ ਦੇ ਵਿੱਚ ਆਪ ਇਨਵਾਲਵ ਹੈਗਾ, ਆਪ ਵਰਤ ਰਿਹਾ ਹੈ। ਉਹ ਮਾਲਕ ਪਰਮਾਤਮਾ, ਸੱਚ ਮਤਲਬ ਪਰਮਾਤਮਾ ਵਰਤ ਰਿਹਾ ਹੈ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਪੂਰਾ ਸਮਾਇਆ ਹੋਇਆ ਹੈਗਾ ਇਸ ਸੰਸਾਰ ਦੇ ਵਿੱਚ, ਹਰੇਕ ਦੇ ਅੰਦਰ, ਇਸ ਖੇਡ ਦੇ ਵਿੱਚ।
ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਇੱਕ ਚੀਜ਼ ਨੂੰ ਸਮਝੋ, ਕਹਿੰਦੇ ਕਿ ਗੁਰਪ੍ਰਸਾਦੀ ਉਪਰੇ ਦਿਨ ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਠੀਕ ਹੈ, ਬਿਲਕੁਲ ਠੀਕ ਹੈ ਜੀ। ਹੁਣ ਦੇਖੋ ਬਾਣੀ ਚ ਉਹ ਕਹਿੰਦੇ ਕਿ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਦੋਂ ਜਾਵੇਂਗਾ ਤੈਨੂੰ ਗਿਆਨ ਹੋ ਜਾਊਗਾ ਤੇ ਗੁਰਮੁਖਾਂ ਨੇ ਤੈਨੂੰ ਇਹ ਕਹਿਣਾ ਵੀ ਜੋ ਵੀ ਕੁਝ ਹੋ ਰਿਹਾ ਪ੍ਰਮਾਤਮਾ ਦਾ ਭਾਣਾ ਵਾ, ਪਰ ਇਹ ਮਨਜ਼ੂਰ ਕਰ। ਨਿੱਜਰ ਸਾਹਿਬ ਇੱਕ ਚੀਜ਼ ਹੋਰ ਸੋਚੋ, ਮੇਰੀ ਅੱਜ ਗੱਲ ਤੇ ਥੋੜਾ ਵਿਚਾਰ ਕਰੋ। ਜੇਕਰ ਪ੍ਰਕਿਰਤੀ ਮੇਰੇ ਅਨੁਸਾਰ ਚੱਲੇ ਤੇ ਇਹ ਤੇ ਧਰਤੀ ਤੇ ਨਸ਼ਟ ਹੋ ਜੂਗੀ ਦਿਨਾਂ ਚ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ, ਇਹ ਤੇ ਬਦਸੂਰਤ ਹੋ ਜੂਗੀ। ਜੋ ਮੈਂ ਚਾਹੁੰਦਾ ਵਾਂ, ਮੈਂ ਚਾਹੁੰਦਾ ਫਲਾਨੀ ਚੀਜ਼ ਮੈਨੂੰ ਮਿਲ ਜੇ, ਉਹ ਮਿਲ ਜੇ, ਆਹ ਮਿਲ ਜੇ, ਉਹ ਮਰ ਜੇ, ਉਹ ਜੀ ਕੇ ਧਰਤੀ ਤੇ ਇਹ ਤੇ ਸ਼ੈਤਾਨ ਇੱਥੇ ਨੱਚੂਗਾ, ਕੇ ਤਾਂਡਵ ਕਰੂਗਾ। ਲੋਕਾਂ ਨੂੰ ਵੀਰ ਜੀ 40-40 ਸਾਲ ਹੋ ਗਏ ਇਸੇ ਦੇ ਵਿੱਚ, 40-40 50-50 ਸਾਲ ਹੋ ਗਏ ਬਈ ਫਲਾਨਾ ਇਸ ਤਰ੍ਹਾਂ, ਟਿਮਕਾ ਇਸ ਤਰ੍ਹਾਂ ਕਰਦੇ ਨੂੰ ਵੀ ਤੁਸੀਂ ਜਿਹੜਾ ਹੈਗੇ ਰੱਬ ਹੋ ਜਿਹੜਾ ਫਲਾਨੇ ਨੂੰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ। ਹਾਂ, ਉਹ ਕਹਿੰਦੇ ਨਾ ਨਿੱਜਰ ਸਾਹਿਬ, ਉਹ ਕੋਈ ਮੇਰੇ ਵਰਗੇ ਏਦਾਂ ਹੀ 3-4 ਇਕੱਠੇ ਹੋ ਗਏ ਤੇ ਉਹ ਕਹਿੰਦੇ ਕਿ ਇਹਦੇ ਚ ਰੱਬ ਦੀਆਂ ਗਲਤੀਆਂ ਕੱਢਦੇ ਆ ਆਪਾਂ। ਤੇ ਉਹਨਾਂ ਕਿਤਾਬ ਫੜ ਲਈ, ਕਾਪੀ ਨਾਲ ਕਲਮ ਵੀ ਫੜ ਲਈ, ਲਿਖਣਾ ਸ਼ੁਰੂ ਕਰਤਾ। ਚਲੋ ਜੰਗਲ ਚ ਚੱਲ ਗਏ। ਪਹਿਲਾਂ ਤੇ ਕਹਿੰਦੇ ਕਿ ਆਹ ਦੇਖੋ ਜੀ, ਆਹ ਨਿੱਕੀ ਜੀ ਵੇਲ ਆ ਤੇ ਕਿੱਡਾ ਵੱਡਾ ਦਵਾਣਾ ਲਾਇਆ ਇਹਨੂੰ, ਹਨਾ। ਕਹਿੰਦੇ ਲਿਖੋ, ਪਹਿਲੀ ਗਲਤੀ ਲਿਖੋ। ਲਿਖਦੇ ਕਹਿੰਦੇ ਗਾਂਹ ਤੁਰ ਗਏ। ਫਿਰ ਉੱਤੇ ਬੈਠੇ ਅੰਬ ਵੇਖਿਆ, ਉਹ ਕਹਿੰਦੇ ਕਿੱਡਾ ਵੱਡਾ ਅੰਬ ਦਾ ਔਖ ਤੇ ਨਿੱਕੀ ਜਿਹੀ ਅੰਬੀ ਲਾਈ ਇਹਨੂੰ, ਹੈ ਇਹ ਵੀ ਦੂਜੀ ਗਲਤੀ ਲਿਖੋ। ਤੇ ਉੱਤੇ ਜਾ ਬੈਠਾ ਹੀ ਲਾਗੇ, ਉਹ ਕਹਿੰਦਾ ਬੜਾ ਦੁਪਹਿਰ ਹੈ ਯਾਰ, ਥੱਕ ਗਏ, ਆਰਾਮ ਕਰੀਏ। ਤੇ ਕਹਿੰਦੇ ਸੌਂ ਜਾਓ। ਕਹਿੰਦੇ ਸੌਂ ਜਾਂਦੇ, ਸੁੱਤੇ ਹੁੰਦੇ ਤੇ ਨਿੱਕੀ ਜਿਹੀ ਅੰਬੀ ਟੁੱਟਦੀ ਨਿੱਜਰ ਸਾਹਿਬ, ਤੇ ਜਿਹੜਾ ਕਹਿੰਦਾ ਉਹਦੀ ਨਾਸਾਂ ਤੇ ਆ ਕੇ ਵੱਜਦੀ ਤੇ ਲਹੂ ਨਿਕਲ ਲੈ ਬੰਦੇ ਨਾਸਾਂ ਚ। ਤੇ ਨਾਲ ਦਾ ਕਿ ਸ਼ਰਾਰਤੀ ਹੁੰਦਾ, ਦੱਸੋ ਕਰੀ ਦਵਾਣਾ ਨਹੀਂ ਲੱਗਾ, ਨਹੀਂ ਤੇ ਤੈਨੂੰ ਮਾਰ ਦੇਣਾ ਦਵਾਣੇ ਨੇ। ਬਿਲਕੁਲ ਸਹੀ ਹੈ। ਸੋ ਕਹਿਣ ਤੇ ਭਾਵੇਂ ਕੁਦਰਤ ਨੇ ਜਿਹੜੀ ਡਿਜ਼ਾਈਨਿੰਗ ਕੀਤੀ ਆ ਬਹੁਤ ਸਹੀ ਹੈ, ਪਰ ਸਾਡੇ ਜਿੱਦਾਂ ਹੀ ਸੋਚਦੇ ਹਾਂ ਨਾ ਉਦਾਂ ਜੀਵਨ ਨਹੀਂ ਚੱਲ ਸਕਦਾ। ਜੇਕਰ ਉਦਾਂ ਚੱਲ ਜੇ ਤੇ ਜੀਵਨ ਬਹੁਤ ਬਦਸੂਰਤ ਹੋ ਜਾਏਗਾ, ਕਿਉਂਕਿ ਸਾਨੂੰ ਅਕਲ ਹੀ ਨਹੀਂ ਹੈਗੀ। ਸਾਡੀ ਸੋਚ ਜਿਹੜੀ ਹੈ ਨਾ 1 ਫੁੱਟ ਤੋਂ ਵੱਧ ਨਹੀਂ ਹੈਗੀ। ਕੁਦਰਤ ਨੇ ਪਤਾ ਨਹੀਂ ਕਿੰਨੇ ਲੱਖਾਂ ਸਾਲਾਂ ਦਾ ਅਰੇਂਜਮੈਂਟ ਕੀਤਾ, ਔਰ ਉਸ ਹਿਸਾਬ ਨਾਲ ਜੀਵਨ ਚ ਚੱਲੂਗੇ ਤਾਂ ਸਹੀ ਆ। ਤੁਸੀਂ ਇੱਕ ਚੀਜ਼ ਨੂੰ ਵੇਖੋ, ਕੁਦਰਤ ਨੇ ਉਹਦੀ ਜਿਹੜੀ ਪ੍ਰਕਿਰਤੀ ਉਹ ਚ ਗਲਤੀ ਨਹੀਂ ਹੈਗੀ। ਗਲਤੀ ਕਿਉਂ ਦਿਖਦੀ ਹੈ? ਕਿਉਂਕਿ ਇਹ ਨੈਰੋ ਮਾਈਂਡਡ ਆ, ਅਸੀਂ ਲਾਲਚੀ ਆ, ਅਸੀਂ ਕੇਵਲ ਆਪਣੇ ਬਾਰੇ ਸੋਚਦੇ। ਅਸੀਂ ਉਹ ਨਹੀਂ ਸੋਚਦੇ ਕਿ ਕੁਦਰਤ ਨੇ ਜਿਹੜਾ ਵਾ ਉਹਦਾ ਸਿਸਟਮ ਬਣਾਇਆ ਉਹ ਕਿੱਦਾਂ ਬਣਾਇਆ। ਹੁਣ ਵੇਖੋ, ਜਿਹੜਾ ਤੁਹਾਡਾ ਜੀਵਨ ਸਾਥੀ ਆ, ਜੀਵਨ ਸਾਥੀ ਦੇ ਨਾਲ ਬੱਚੇ ਹੋਣੇ, ਫਿਰ ਉਹਨਾਂ ਦਾ ਤੁਹਾਡੇ ਪਰਿਵਾਰ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਹੋਣਾ, ਫਿਰ ਬੱਚੇ ਗਾਂਹ ਪਰਵਿਸ਼ ਹੋਣੀ, ਏਡਾ ਲੰਮਾ ਚੌੜਾ ਕਹਾਣੀ ਹੈ ਅਗਲੇ ਬੰਨੇ। ਇਹ ਨਹੀਂ ਕਿ ਬੰਦਾ ਮਰਜ਼ੀ ਜਾ ਕੇ ਆਪਣਾ ਵਿਆਹ ਕਰਕੇ ਬਹਿ ਜਾਊਗਾ। ਜਿੱਦੇ ਵੇਖੋ ਤੁਹਾਡੇ ਕਹਿੰਦੇ ਸੰਜੋਗ ਤੇ ਵਿਜੋਗ ਕਾਰਜ ਚਲਾਵੇ ਤੇ ਲੇਖੇ ਆਵੇ ਭਾਗ, ਹਨਾ ਨਿੱਜਰ ਸਾਹਿਬ? ਹਾਂ, ਸੰਜੋਗ ਜੋ ਦੋ ਕਾਰਜ ਚਲਾਵੇ ਲੇਖੇ ਆਵੇ ਭਾਗ। ਹਾਂ, ਦੇਖੋ ਇਹ ਕਾਰਜ ਚਲਾਉਂਦੇ ਨੇ, ਜਿੱਥੇ ਤੁਹਾਡਾ ਸੰਯੋਗ ਹੈਗਾ ਉੱਥੇ ਹੋਣਾ ਹੀ ਹੋਣਾ। ਜੇ ਨਹੀਂ ਸੰਯੋਗ ਹੈਗਾ ਤਾਂ ਟੁੱਟ ਜਾਣਾ। ਜਿੰਨਾ ਸੰਯੋਗ ਹੀ 6 ਮਹੀਨੇ ਦਾ, ਸਾਲ ਦਾ ਹੈ ਕਿ 2 ਦਿਨ ਦਾ ਹੈ ਕਿ ਮਹੀਨੇ ਦਾ ਹੈ, ਉੱਥੇ ਜਿੰਨਾ ਹੈਗਾ ਤੁਹਾਡਾ ਉਹਨਾਂ ਚੱਲਣਾ। ਜਦੋਂ ਉਹ ਸੰਯੋਗ ਖਤਮ ਹੋ ਗਿਆ ਤਾਂ ਸਤਿ ਸ੍ਰੀ ਅਕਾਲ ਹੈ। ਇਹ ਵੀ ਹੈ ਕਿ ਸੰਯੋਗ ਹੋਵੇ ਤੇ ਸਾਰੀ ਜ਼ਿੰਦਗੀ ਦੇ ਇਕੱਠੇ ਵੀ ਰਹਿ ਸਕਦੇ। ਗਰੰਟੀ ਤੇ ਕੁਛ ਨਹੀਂ ਨਾ ਹੈਗੀ। ਬਿਲਕੁਲ। ਬਾਕੀ ਜਿੰਨਾ ਚਿਰ ਰਹਿਣਾ ਵਾ ਤੁਸੀਂ ਉਹਦਾ ਸ਼ੁਕਰ ਕਰੋ, ਚੀਜ਼ ਹੈਗੀ ਹੈ, ਮਿਲੀ, ਇੰਜੋਏ ਕਰੋ। ਜਦੋਂ ਚੀਜ਼ ਉਹਨੇ ਵਾਪਸ ਲੈ ਲਈ। ਹੁਣ ਮੈਨੂੰ ਨਿੱਜਰ ਸਾਹਿਬ ਨੇ ਏਦਾਂ ਕੀਤਾ ਕਿ ਫੋਨ ਦਿੱਤਾ, ਕਹਿੰਦਾ ਚਰਨਜੀਤ ਲੈ ਵੀ ਫੋਨ ਲੈ ਤੇ ਨਜ਼ਾਰੇ ਲੈ। ਹੁਣ 6-7 ਮਹੀਨੇ ਮੈਂ ਚਲਾ ਲਿਆ ਤੇ ਇੱਕ ਦਿਨ ਨਿੱਜਰ ਸਾਹਿਬ ਮੇਰੇ ਤੋਂ ਵਾਪਸ ਮੰਗ ਲੈਂਦੇ ਆ। ਇਹ ਚੌਖੇ ਹੋਣ ਵਾਲੀ ਕਿਹੜੀ ਗੱਲ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਹੈ ਜੀ। ਮੈਂ ਨਿੱਜਰ ਸਾਹਿਬ ਦੀ ਕੰਪਲੇਂਟ ਕਰੀ ਜਾਵਾਂ ਕਿ ਨਿੱਜਰ ਸਾਹਿਬ ਨੇ ਵਾਪਸ ਤੋਂ ਮੰਗ ਲਿਆ, ਪਰ ਉਹਨਾਂ ਨੇ ਕਿਹਾ ਵੀ ਤੈਨੂੰ ਦਿੱਤਾ, ਉਧਾਰਾ ਦਿੱਤਾ ਵਾ। ਤੇ ਜੇ ਆਪਾਂ ਏਦਾਂ ਜੀਵਨ ਨੂੰ ਸੋਚੀਏ ਤੇ ਜੀਵਨ ਫਿਰ ਸੌਖਾ ਵੀ ਹੈ। ਕੋਈ ਚੀਜ਼ ਮਿਲੀ ਹੈ, ਵਰਤੀ ਹੈ, ਵਾਪਸ ਲੈ ਲਈ ਉਹਨੇ। ਤੇ ਉਹ ਚ ਕੋਈ ਮੇਰੇ ਹਿਸਾਬ ਨਾਲ ਤੇ ਕੋਈ ਔਖੀ ਹੋਣ ਵਾਲੀ ਕੋਈ ਗੱਲ ਨਹੀਂ। ਇਹਦੇ ਨਾਲ ਔਖਾ ਜਾਂ ਸੌਖੀ ਹੋਣ ਦੀ ਗੱਲ ਨਹੀਂ। ਇਹਦੇ ਨਾਲ ਤੁਹਾਡਾ ਮਨ ਸ਼ਾਂਤ ਰਹੂਗਾ ਕਿ ਭਾਈ ਤਾਂ ਜੀਵਨ ਨੂੰ ਸੋਚੀਏ ਕਿ ਹਾਂ ਪ੍ਰਮਾਤਮਾ ਨੇ ਕੋਈ ਚੀਜ਼ ਦਿੱਤੀ ਆ, ਟੈਂਪਰੇਰੀ ਦਿੱਤੀ ਆ, ਉਹ ਵਾਪਸ ਵੀ ਲੈ ਸਕਦਾ ਹੈ, ਕਿਉਂਕਿ ਜੀਵਨ ਸੌਖਾ। ਤੇ ਜੇ ਉਹਨੂੰ ਆਪਾਂ ਛੱਡਾਂਗੇ ਨਹੀਂ, ਚੰਬੜਾਂਗੇ, ਫਿਰ ਉਹ ਚੰਬੜਨ ਦੇ ਨਾਲ ਮਿਲ ਥੋੜੀ ਜਾਣੀ ਆ, ਜੀਣਾ ਔਖਾ ਹੋ ਜਾਣਾ। ਹਾਂਜੀ ਨਿੱਜਰ ਸਾਹਿਬ, ਤੇ ਅੱਜ ਦੀ ਵਿਚਾਰ ਹਾਂਜੀ ਬਸ ਇੱਥੇ ਸਮਾਪਤ ਕਰੀਏ। ਬਿਲਕੁਲ, ਇੱਕ ਪੌੜੀ ਹੋ ਗਈ ਜੀ। ਹਾਂ, ਬਾਕੀ ਸਾਧ ਸੰਗਤ ਜੀ ਦੇਖੋ, ਇਹਦੇ ਵਿੱਚ ਨਾ
ਤੇ ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਦੇਖੋ ਗੁਰੂ ਜਿਹੜੇ ਨੇ, ਜਿਹੜਾ ਲਾਸਟ ਤੇ ਜਿਹੜਾ ਧਰਮ ਆਇਆ ਨਾ, ਸਿੱਖ ਧਰਮ ਆਇਆ, ਉਹਦਾ ਕਾਰਨ ਇਹੋ ਹੀ ਸੀ ਕਿ ਅਗਿਆਨ ਬਹੁਤ ਸੀ। ਲੋਕੀ ਕੋਈ ਮੂਰਤੀ ਪੂਜਾ ਕਰੀ ਜਾਂਦਾ ਹੈ, ਕੋਈ ਪਾਠ ਪੂਜਾ ਕਰੀ ਜਾਂਦਾ ਹੈ, ਕੋਈ ਝਾੜੂ ਮਰੀ ਜਾਂਦਾ ਹੈ, ਕੋਈ ਨੰਗੇ ਪੈਰੀ ਰਹਿਣਾ ਹੀ ਸੋਚਦਾ ਕਿ ਧਰਮ ਹੈ, ਕੋਈ ਲੰਗੋਟ ਬੰਨ ਕੇ ਸੋਚਦਾ ਇਹੋ ਹੀ ਧਰਮ ਹੈ, ਕੋਈ ਨੇ ਜਟਾਂ ਵਧਾਈਆਂ, ਉਹ ਸੋਚਦਾ ਦਾੜੀ ਵਧਾਉਣ ਦੇ ਨਾਲ ਹੀ ਪਰਮਾਤਮਾ ਦੇ ਕੋਲ ਪਹੁੰਚਿਆ ਜਾ ਸਕਦਾ ਹੈ। ਬੜੇ ਬੜੇ ਲੋਕਾਂ ਨੇ ਦਾੜੀਆਂ ਲੋਕਾਂ ਦੀਆਂ ਲੰਮੀਆਂ ਕਰ ਲਈਆਂ, ਜਟਾਂ ਬੜੀਆਂ ਲੰਮਾ ਕਰ ਲਈਆਂ, ਕੋਈ ਮੋਰਾਂ ਤੇ ਸਵਾਹ ਮਰੀ ਜਾਂਦਾ, ਕੋਈ ਭੁੰਜੇ ਸੋਈ ਜਾਂਦਾ, ਕਿਸੇ ਨੇ ਮੂੰਹ ਤੇ ਛਿੱਕਾ ਲਾ ਲਿਆ, ਕੋਈ ਕਹਿੰਦਾ ਮੈਂ ਫਸਲ ਨਹੀਂ ਵੱਢਣੀ। ਇਹ ਮਤਲਬ ਕਹਿਣ ਤੋਂ ਭਾਵ ਕਿ ਸਾਰੀਆਂ ਚੀਜ਼ਾਂ ਨੂੰ ਡਿਲੀਟ ਕੀਤਾ ਸੀ ਪਰਮਾਤਮਾ, ਮਤਲਬ ਗੁਰੂ ਸਾਹਿਬ ਮਤਲਬ ਕਿਹਾ ਸੀ ਗੁਰੂਆਂ ਸਾਹਿਬਾਂ ਨੇ ਇਹ ਕਿਹਾ ਕਿ ਪਰਮਾਤਮਾ ਦੇ ਮਿਲਣ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ, ਇਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀਆਂ। ਤੁਸੀਂ ਕਿਉਂਕਿ ਬਾਹਰੀ ਭੇਸ ਨੂੰ ਚੇਂਜ ਕਰ ਰਹੇ ਹੋ। ਤੁਹਾਡੇ ਮਨ ਦੀ ਵ੍ਰਿੱਤੀ ਕੀ ਹੈ, ਤੁਹਾਡਾ ਮਨ ਕੀ ਹੈ, ਉਹਦੇ ਅੰਦਰ ਤੁਹਾਡੇ ਚਿੰਤਨ ਕੀ ਹੈ। ਔਰ ਤੁਸੀਂ ਦੇਖੋਗੇ ਕਿ ਜਿਹਨੂੰ ਆਪ ਅੰਡਰਸਟੈਂਡ ਕਰੋ, ਹਰ ਇੱਕ ਇਨਸਾਨ ਦੇ ਅੰਦਰ ਇੱਕ ਸ਼ੈਤਾਨ ਹੁੰਦਾ ਹੈ, ਔਰ ਉਹ ਜਿਹੜਾ ਸ਼ੈਤਾਨ ਹੁੰਦਾ ਹੈ ਨਾ, ਇਨਸਾਨ ਪ੍ਰਗਟ ਨਹੀਂ ਕਰਦਾ, ਉਹ ਆਪਣੇ ਕੋਲ ਰੱਖਦਾ ਹੈ। ਇਨਸਾਨ ਹਮੇਸ਼ਾ ਹੀ ਉਸ ਚੀਜ਼ ਨੂੰ ਪ੍ਰਗਟ ਕਰਦਾ ਜਿਹੜੀ ਸਾਫ਼ ਸੁਥਰੀ ਹੈ, ਇਸ ਲਈ ਉਹ ਫਾਲਤੂ ਚੀਜ਼ ਨਹੀਂ ਕਰਦਾ। ਜਿੱਦਾਂ ਫਰੂਟ ਵਾਲੀ ਦੁਕਾਨ ਨਹੀਂ ਹੁੰਦੀ, ਦੇਖੋਗੇ ਉਹ ਗੰਦੇ ਫਰੂਟ ਜਿਹੜੇ ਹੁੰਦੇ ਨੇ ਲਗਾਏ ਹੁੰਦੇ ਨੇ, ਨਜ਼ਰ ਸਾਹਿਬ ਅੰਦਰ ਰੱਖੇ ਹੁੰਦੇ ਨੇ ਜਾਂ ਥੱਲੇ ਲਗਾ ਕੇ ਰੱਖੇ ਹੁੰਦੇ ਆ। ਜਿਹੜੇ ਗੁੱਡ ਫਰੂਟ ਹੁੰਦੇ, ਸਾਫ਼ ਸੁਥਰੇ ਫਰੂਟ, ਉਹਦੀ ਨੁਮਾਇਸ਼ ਕਰਦੇ ਨੇ, ਗਾਹਕ ਨੂੰ ਅਟਰੈਕਟ ਕੀਤਾ ਜਾਵੇ। ਇਸੇ ਤਰ੍ਹਾਂ ਇਨਸਾਨ ਹੈ, ਇਨਸਾਨ ਬੜੀਆਂ ਉੱਚੀਆਂ ਗੱਲਾਂ ਕਰਦਾ ਹੈ, ਪਰ ਅਸਲ ਦੇ ਵਿੱਚ ਨਾ ਇਹਦੇ ਪੱਲੇ ਕੁਛ ਨਹੀਂ ਹੁੰਦਾ। ਇੱਕ ਮੈਂ ਛੋਟੀ ਜਿਹੀ ਕਹਾਣੀ ਸੁਣਾਉਣਾ ਤੁਹਾਨੂੰ, ਮੈਂ ਪਤਾ ਨਹੀਂ ਆਪਣੇ ਅੰਮ੍ਰਿਤਸਰ ਦੇ FM ਦੇ ਵਿੱਚ ਆਈ ਸੀ ਨੇਜਰ ਸਾਹਿਬ, ਤੇ ਉਹ ਬਸ ਉਹਨੇ ਏਦਾਂ ਹੀ ਕਿਹਾ ਸੀ, ਉਹਨੇ ਐਂਕਰ ਨੇ ਫੋਨ ਕੀਤਾ ਇੱਕ ਬੰਦੇ ਨੂੰ, ਤੇ ਕਹਿੰਦੇ ਕੌਣ ਬੋਲਦੇ ਜੇ? ਕਹਿੰਦੇ ਜੀ ਮੈਂ ਫਲਾਣਾ ਬੋਲਦਾ। ਕਹਿੰਦੇ ਬਹੁਤ ਵਧੀਆ ਜੀ, ਹੋਰ ਸੁਣਾਓ ਕੀ ਹਾਲ ਨੇ? ਕਹਿੰਦੇ ਬਹੁਤ ਵਧੀਆ। ਕੀ ਕੰਮ ਕਰਦੇ ਜੋ? ਕਹਿੰਦਾ ਮੇਰਾ ਨਾ ਫਲਾਣਾ ਬਿਜ਼ਨਸ ਹੈਗਾ। ਕਹਿੰਦੇ ਠੀਕ ਹੈ ਬਹੁਤ ਵਧੀਆ। ਕਹਿੰਦੇ ਤੁਹਾਡਾ ਬਜ਼ੁਰਗਾਂ ਦੇ ਪ੍ਰਤੀ ਕੀ ਵਿਚਾਰ ਹੈ? ਕਹਿੰਦਾ ਬਜ਼ੁਰਗ ਤੇ ਬੜੇ ਵਧੀਆ ਜੀ, ਬਜ਼ੁਰਗ ਤੇ ਛਾਵਾਂ ਹੁੰਦੀਆਂ ਨੇ, ਟਾਹਲੀਆਂ ਦੀਆਂ ਛਾਵਾਂ, ਹਨਾ, ਸੋਖੀ ਸੁੱਖ। ਕਹਿੰਦੇ ਹਾਂ, ਤੇ ਔਰ ਕਹਿੰਦੇ ਕੀ ਮਤਲਬ ਤੁਸੀਂ ਕੀ ਕੋਈ ਸੁਨੇਹਾ ਦੇਣਾ ਚਾਹੁੰਦੇ? ਕਹਿੰਦਾ ਹਾਂ, ਮੈਂ ਤੇ ਇਹੋ ਕਹਿੰਦਾ ਕਿ ਜਿਹੜੇ ਬਜ਼ੁਰਗ ਹੁੰਦੇ ਇਹਨਾਂ ਦਾ ਮਾਣ ਕਰਿਆ ਕਰੋ, ਇਹ ਮਾੜਾ ਚੰਗਾ ਬੋਲਣਗੇ ਤੇ ਕੋਈ ਗੱਲ ਨਹੀਂ, ਪਰਵਾਹ ਨਾ ਕਰਿਆ ਕਰੋ, ਇਹਨਾਂ ਦੀ ਸੇਵਾ ਕਰਿਆ ਕਰੋ, ਹਨਾ। ਦੁੱਖ ਸੁੱਖ ਵੇਲੇ ਦੇਖੋ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਸਾਂਭਿਆ ਵਾ, ਤੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਇਹਨਾਂ ਨੂੰ ਸਾਂਭਣ ਦੀ। ਬੜੀਆਂ ਨਿੱਜਰ ਸਾਹਿਬ ਮੇਰੇ ਨੂੰ ਬੜੀਆਂ ਗੱਪਾਂ ਮਾਰੀ ਜਾਵੇ ਉਹ, ਤੇ ਉਹ ਤੁਹਾਨੂੰ ਪਤਾ ਐਂਕਰ ਜਿਹੜੇ ਹੁੰਦੇ ਕਿੱਡੇ ਖਤਰਨਾਕ ਬੰਦੇ ਹੁੰਦੇ ਆ। ਉਹ ਕਹਿੰਦੇ ਆ ਕਿ ਇੱਕ ਭਾਈ ਥੋੜੀ ਗੱਲ ਸੁਣੋਗੇ ਮੇਰੀ? ਕਹਿੰਦੇ ਹਾਂਜੀ ਦੱਸੋ। ਕਹਿੰਦੇ ਇੱਥੇ ਇੱਕ ਬਜ਼ੁਰਗ ਹੈ, ਇਹਨਾਂ ਨਾਲ ਗੱਲ ਕਰੋਗੇ? ਅਸੀਂ ਪਤਾ ਨੀ ਕਿਹੜੇ ਅਨਾਥ ਆਸ਼ਰਮ 'ਚ ਬੈਠੇ ਆ ਨਿੱਜਰ ਸਾਹਿਬ, ਤੇ ਉਹ ਮੁੰਡੇ ਦੀ ਮਾਂ ਹੀ ਉਹ ਕਹਿੰਦੀ ਪੁੱਤ ਦੇਖ, ਮੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਨੇ, ਅੱਜ ਪਤਾ ਨੀ 10 ਸਾਲ ਹੋ ਗਏ ਆ, ਪੈਨਸ਼ਨ ਕੱਟੀ ਹੋਈ ਹੈ ਥੋੜੀ ਬਹੁਤੀ, ਸਰਕਾਰੀ ਪੈਨਸ਼ਨ ਪਤਾ ਨੀ ਕਿੰਨੀ ਮਿਲਦੀ ਹੈ, ਪੁੱਤ ਤੂੰ ਲੈ ਲਾ ਤੇ ਮੈਨੂੰ ਇੱਥੇ ਨਾ ਆਸ਼ਰਮ 'ਚ ਰਹਿਣ ਦੇ। ਫਿਰ ਉਹ ਗੱਲ ਨਾ ਹੋਵੇ ਇਹਨੂੰ। ਲੋਕੀ ਪਤਾ ਕੀ ਹੁੰਦਾ ਵਾ, ਇਨਸਾਨ ਜਿਹੜਾ ਨੇਜਰ ਸਾਹਿਬ ਬੜਾ ਇੱਕ ਫਾਲਤੂ ਜਿਹੀ ਕਿਸਮ ਦਾ ਜੀਵਨ ਬਤੀਤ ਕਰਦਾ। ਮੈਂ ਪਤਾ ਕੀ ਕਹਿਣਾ, ਮੈਂ ਕਿਸੇ ਨੂੰ ਦੇਖੋ, ਮੇਰੇ ਜੋ ਆਪਣੇ ਅਨੁਭਵ ਆ, ਜਦੋਂ ਆਪਾਂ ਚੰਗੀ ਤਰ੍ਹਾਂ ਜੀਵਨ ਨੂੰ ਬਤੀਤ ਕਰਦੇ ਆ ਨਾ, ਸਹੀ ਤਰੀਕੇ ਨਾਲ ਬਤੀਤ ਕਰਦੇ ਤਾਂ ਪਰਮਾਤਮਾ ਬਲੈਸ ਕਰਦਾ। ਇਹ ਤੋਂ ਏਦਾਂ ਨਹੀਂ ਹੋ ਸਕਦਾ ਨੇਜਰ ਸਾਹਿਬ, ਕਿਸੇ ਚੀਜ਼ ਨੂੰ ਛੱਡ ਕੇ ਭੱਜ ਨਹੀਂ ਸਕਦੇ। ਇਹ ਜਿਹੜਾ ਪੌੜੀ ਦਾ ਡੰਡਾ ਨਾ, ਤੁਹਾਡੇ ਜੀਵਨ ਇੱਕ ਪੌੜੀ ਦਾ ਡੰਡਾ ਹੈ, ਤੁਸੀਂ ਇੱਕ ਡੰਡਾ ਛੱਡ ਕੇ ਤੁਸੀਂ ਚੜੋ ਦੂਜੇ ਡੰਡੇ ਦੇ ਡਾਇਰੈਕਟ ਚੜ੍ਹਨਾ ਸੌਖਾ? ਬਿਲਕੁਲ ਠੀਕ ਹੈ। ਇਹਦੇ ਵਿੱਚ ਤੁਸੀਂ ਐਸਕੇਪ ਨਹੀਂ ਕਰ ਸਕਦੇ। ਹਾਂ, ਇਟ ਡਜ਼ਨਟ ਮੈਟਰ ਕਿ ਦੂਜੇ ਬੰਦੇ ਦਾ ਕਿੱਦਾਂ ਦਾ ਬਿਹੇਵੀਅਰ ਆ, ਉਹ ਪਰ ਉਹ ਸਹੀ ਹੈ ਜੇ ਗਲਤ ਆ, ਪਰ ਜਿੱਥੇ ਤੁਸੀਂ ਗਲਤ ਜੋ, ਤੁਸੀਂ ਜ਼ਿੰਮੇਵਾਰ ਹੋ ਅੰਡਰ 1%। ਤੁਸੀਂ ਦੂਜੇ ਤੇ ਨਹੀਂ ਪੂਰਾ ਭਾਂਡਾ ਫੋੜ ਸਕਦੇ ਕਿ ਦੂਜੇ ਦੀ ਗਲਤੀ ਹੈ। ਇਸ ਲਈ ਜੀਵਨ ਦੇ ਵਿੱਚ ਵੇਖੋ, ਜਿਵੇਂ ਆਪਾਂ ਜੀਵਨ ਨੂੰ ਚੰਗੇ ਤਰੀਕੇ ਨਾਲ ਆਪਾਂ ਬਤੀਤ ਕਰਨਾ। ਔਰ ਮੈਂ ਤੇ ਇਹ ਕਹਿੰਦਾ ਕਿ ਆਪ ਕੋਸ਼ਿਸ਼ ਕਰੋ ਆਪਣੀਆਂ ਜਿਹੜੀਆਂ ਤੁਹਾਡੀਆਂ ਰਿਸਪੋਂਸਿਬਿਲਿਟੀਆਂ ਨੇ, ਚਾਹੇ 9 ਹੋ ਜਾਂ 7 ਹੋ, ਪ੍ਰੋਪਰਲੀ ਉਹਨੂੰ ਅਟੈਂਡ ਕਰੋ। ਕਿਉਂਕਿ ਅਨਨੈਸੈਸਰੀ ਘਰੇ ਤੁਸੀਂ ਡਿਸਪਿਊਟ ਪਾਇਆ ਵਾ, ਉੱਥੋਂ ਤੁਸੀਂ ਸਾਧ ਨਾਲ ਵੀ ਜਾਂਦੇ ਜੋ, ਸਾਧਨਾ 'ਚ ਮਨ ਨਹੀਂ ਲੱਗਣਾ, ਜੋ ਘਰੇ ਮਨ ਪਰੇਸ਼ਾਨ ਹੈ ਸਾਰਾ ਦਿਨ, ਜੇ ਉਹੀ ਪਤੀਲੇ ਨੂੰ ਤੇ ਰੱਖਿਆ ਤੁਸੀਂ ਉੱਥੇ ਆ ਕੇ ਤੇ ਉੱਚ ਪਾਇਆ ਤੇ ਕੁਛ ਵੀ ਨਹੀਂ, ਤੁਹਾਨੂੰ ਸਾੜੀ ਜਨਾ ਵਿਚਾਰੇ ਬਿਲਕੁਲ ਇਸੇ ਤਰ੍ਹਾਂ ਮਨ ਹੈ। ਅਸਲ ਦੇ ਵਿੱਚ ਨਾ ਦੇਖੋ, ਕ੍ਰੋਧੀ ਬੰਦਾ ਜਿਹੜਾ ਹੁੰਦਾ ਨਾ, ਉਹ ਕ੍ਰੋਧ ਕਿਸੇ ਨੂੰ ਨਹੀਂ ਕ੍ਰੋਧ ਪਰੇਸ਼ਾਨ ਕਰਦਾ, ਉਹ ਖੁਦ ਹੀ। ਤੇ ਹੁਣ ਸਭ ਤੋਂ ਪਹਿਲਾਂ ਤੇ ਮੈਂ ਤਵਾ ਵਾਂ, ਮੈਂ ਜੇ ਨਿੱਜਰ ਸਾਹਿਬ ਦੇ ਹੱਥ ਨੂੰ ਸਾੜਨਾ ਚਾਹੁੰਦਾ, ਸਭ ਤੋਂ ਪਹਿਲਾਂ ਮੈਨੂੰ ਖੁਦ ਸਾੜਨਾ ਪਊਗਾ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ।
ਤੇਰੀ ਤੇ ਮੈਂ ਤੁਹਾਡੇ ਹੱਥ ਨੂੰ ਸਾੜੂੰਗਾ। ਇਸ ਲਈ ਕਰੋਧੀ ਇਨਸਾਨ ਹੈ। ਜਦੋਂ ਆਪਾਂ ਕਿਸੇ ਤੇ ਕਰੋਧ ਸੁੱਟਦੇ ਹਾਂ ਤੇ ਸਭ ਤੋਂ ਪਹਿਲਾਂ ਉਹ ਅੰਗਾਰੇ ਸਾਡੇ ਹੱਥ 'ਚ ਆਉਂਦੇ ਨੇ, ਤੇਰੀ ਤੇ ਕਿਸੇ ਸੁੱਟਾਂਗਾ ਮੈਂ। ਤੇ ਇਹ ਚੀਜ਼ਾਂ ਦਾ ਧਿਆਨ ਦਿਆ ਕਰੋ। ਔਰ ਹੈ ਕੁਛ ਨਹੀਂ ਲੱਭਣਾ ਇੱਥੋਂ ਤੁਹਾਨੂੰ ਇਸ ਸੰਸਾਰ ਤੋਂ। ਬਸ ਇਹ ਹੈ ਕਿ ਜੇ ਤੁਸੀਂ ਚੰਗਿਆਈ ਦਾ ਸੰਗ ਕਰਦੇ ਜੋ ਜੀਵਨ ਸੌਖਾ ਜਾਊਗਾ, ਸੁਥਰਾ ਜਾਊਗਾ ਤੇ ਤੁਸੀਂ ਇੱਧਰ ਉੱਧਰ ਉਲਝਣ ਤੋਂ ਬਚ ਜਾਓਗੇ। ਹਾਂ, ਕਈ ਵਾਰੀ ਅਗਲਾ ਗਲਤੀ ਵੀ ਕਰਦਾ ਹੈ ਨਾ ਤੇ ਮਾਫ਼ ਕਰ ਦਿਆ ਕਰੋ। ਹਾਂ, ਇਹੋ 2-4 ਦਿਨ ਨਾ ਗੱਲ ਕਰੋ ਅਗਲੇ ਨਾਲ, ਇਹੋ ਹੀ ਸਜ਼ਾ ਬੜੀ ਹੁੰਦੀ ਹੈ। ਇਹ ਨਹੀਂ ਕੋਈ ਮਹੀਨਾ ਗੱਲ ਨਹੀਂ ਕਰਨੀ, 2-3 ਦਿਨ ਅਗਲੇ ਨੂੰ ਸਜ਼ਾ ਤੋਂ ਨਾ ਗੱਲ ਕਰੋ, ਮੁੜ ਕੇ ਚੁੱਪ ਹੋ ਜਾਓ, ਮੁੜ ਕੇ ਫਿਰ ਖਵਾ ਲਓ। ਵੈਸੇ ਤੇ ਇੱਕ ਦਿਨ ਹੀ ਬੜਾ ਹੁੰਦਾ ਵਾ, ਇੱਕ ਦਿਨ ਨਾ ਕਹੋ, ਨੈਕਸਟ ਡੇ ਉਹਨੂੰ ਖਵਾਓ। ਅਗਲੇ ਦੀ ਇਹੋ ਹੀ ਸਜ਼ਾ ਵਾ, ਉਹਨੂੰ ਖਵਾਓ ਕਿ ਤੂੰ ਕਿਉਂ ਭੱਜ ਰਿਹਾ, ਕਿਉਂ ਤੂੰ ਭੱਜ ਰਿਹਾ ਜੀਵਨ 'ਚ, ਕਿਉਂ ਤੇਰੇ ਨਾਲ ਮੇਰਾ ਕਿਉਂ ਡਿਸਪਿਊਟ ਹੈਗਾ। ਆਪਾਂ ਬਹਿ ਕੇ 2 ਮਿੰਟ ਬਹਿ ਕੇ ਸੈਟਲ ਕਰ ਲਈਏ, ਜਿੱਥੇ ਤੇਰੀ ਕੰਪਲੇਂਟਸ ਹੈਗੀਆਂ ਆਪਾਂ ਫਿਕਸ ਕਰ ਲੈਂਦੇ, ਫਿਗਰ ਆਊਟ ਕਰ ਲੈਂਦੇ ਹਾਂ। ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ। ਜੇ ਕੋਈ ਡਿਸਪਿਊਟ ਹੈਗਾ ਹੈ, ਟੇਬਲ ਤੇ ਬਹਿ ਕੇ ਗੱਲ ਕਰੋ ਅਗਲੇ ਨਾਲ। ਯਾਰ ਨੈਕਸਟ ਅੱਜ ਨਹੀਂ ਗੱਲ ਕਰਨੀ, ਨੈਕਸਟ ਡੇ ਗੱਲ ਕਰੋ। ਅਗਲੇ ਨੂੰ ਕਹੋ ਕਿ ਵੀ ਆਹ ਚੀਜ਼ਾਂ ਹੈਗੀਆਂ ਨੇ, ਦੇਖੋ ਜਿੱਥੇ ਮੇਰੀ ਗਲਤੀ ਹੈ ਮੈਂ ਐਕਸੈਪਟ ਕਰਦਾ, ਜਿੱਥੇ ਤੁਹਾਡੀਆਂ ਗਲਤੀਆਂ ਤੁਸੀਂ ਐਕਸੈਪਟ ਕਰ ਲਓ, ਹਨਾ। ਬਿਲਕੁਲ। ਤੇ ਆਪਾਂ ਫੇਰ ਵੀ ਰੀਸਟਾਰਟ ਕਰੀਏ। ਜੀਵਨ ਤੇ ਇਹੋ ਹੀ ਹੈ, ਹੋਰ ਜੀਵਨ ਤੇ ਕੁਛ ਨਹੀਂ ਹੈ। ਕਿਉਂਕਿ ਲਕੀਰਾਂ ਵੀ ਮਾਰ ਲੋਗੇ ਤੇ ਕੀ ਕਰ ਲੋਗੇ? ਤੁਸੀਂ ਕੀ ਸੋਚਦੇ 15-20 ਸਾਲ ਕਿਸੇ ਨੂੰ ਖਵਾਇਆ ਨਹੀਂ ਹੈ ਤੇ ਬੜੇ ਬਹਾਦਰੀ ਦਾ ਕੰਮ ਕੀਤਾ। ਉਹਦੇ ਵਿੱਚ ਦੇਖੋ ਕਿਸੇ ਨੂੰ ਕਸ਼ਟ ਤੇ ਕਿਸੇ ਨੂੰ ਦੇਣਾ ਨਹੀਂ, ਤੁਸੀਂ ਆਪਣੇ ਆਪ ਨੂੰ ਕਸ਼ਟ ਦੇ ਰਹੇ। ਚਿੰਤਨ ਤੇ ਉਹੀ ਚੱਲਣ ਦਿਆ ਮਨ 'ਚ। ਬਿਲਕੁਲ ਉਹੀ ਚੱਲ ਰਿਹਾ ਫਲਾਣੇ ਬੰਦੇ ਨੂੰ, ਹਨਾ ਨਿਜਰ ਸਾਹਿਬ? ਹਾਂ ਬਿਲਕੁਲ ਸਹੀ ਹੈ ਜੀ। ਉਹ ਤਾਂ ਅੰਦਰ ਤਾਂ ਆਪਾਂ ਉਸੇ ਤਰੀਕੇ ਨਾਲ ਉਹਦਾ ਮੰਥਨ ਕਰੀ ਜਾ ਰਹੇ ਹਾਂ, ਬਸ ਉਸੇ ਨੂੰ ਘੁਮਾਈ ਜਾ ਰਹੇ ਹਾਂ, ਉਹਨੂੰ ਗ੍ਰਾਈਂਡ ਕਰੀ ਜਾ ਰਹੇ ਉਹਨੂੰ। ਤੇ ਔਰ ਮਿਲਣਾ ਕੁਛ ਵੀ ਨਹੀਂ। ਹੁਣ ਵੇਖੋ ਪਰ ਮੈਨੂੰ ਚੰਗੀ ਭਲੀ ਮੈਨੂੰ ਜਿਹੜੀ ਮੇਰੀ ਹੋਸ਼ ਹੈ, ਮੇਰਾ 42 ਸਾਲ ਉਮਰ ਹੈ ਤੇ ਪਿੰਡ 'ਚ ਨਿਜਰ ਸਾਹਿਬ ਵਿਆਹ ਹੋਣਾ ਤੇ ਸਾਡੇ ਲਾਗੇ ਹੀ ਉਹਨਾਂ ਦਾ ਵਿਆਹ ਸੀ, ਗੁਆਂਢੀਆਂ ਦਾ। ਉਹਨਾਂ ਦੇ 2-4 ਸ਼ਰੀਕ ਹੀ ਜਿਹੜੇ ਉਹ ਪਾਉਂਦੇ ਨਹੀਂ ਸੀ, ਬੋਲਦੇ ਨਹੀਂ ਸੀ, ਹਨਾ। ਤੇ ਹੁਣ ਜੀ ਨਾਨਕਾ ਮੇਲ ਆ ਗਿਆ, ਦਾਦਕਾ ਮੇਲ ਮੂਲ ਆ ਕੇ ਬੈਠੇ ਜੀ ਸਾਰੇ, ਹਨਾ। ਤੇ ਉਹ ਚਲੋ ਜੀ ਉਹ ਫਲਾਣਾ ਨਹੀਂ ਖੂੰਦਾ, ਚਲੋ ਸਾਰੇ ਕੁਛ 40-50 ਨਿਜਰ ਸਭ ਇਕੱਠੇ ਹੋਣਾ ਏਦਾਂ ਹੀ, ਚਲੋ ਜੀ ਉਹਨੂੰ ਮਨਾ ਕੇ ਲਿਆਈਏ। ਉਹਨਾਂ ਦੇ ਘਰ ਜਾਣਾ ਤੇ ਉਹਨਾਂ ਦੇ ਪੈਰ ਹੀ ਨਹੀਂ ਲੱਗਣੇ ਧਰਤੀ ਤੇ। ਪ੍ਰਾਹੁਣੇ ਆਏ, ਪ੍ਰਾਹੁਣੇ ਆ ਗਏ, ਚਲੋ ਚੱਲੀਏ। ਉਹ ਤੁਸੀਂ ਨਹੀਂ ਆਉਂਦੇ, ਕੁਛ ਨਹੀਂ, ਓਦਾਂ ਹੀ ਚਲੋ ਚੱਲੀਏ, ਵਿਆਹ ਹੈਗਾ ਤੁਸੀਂ ਇੱਥੇ ਕਰਦੇ, ਚਲੋ ਨਾਲ ਸਾਰੇ ਨਾਲ ਤੁਰ ਪਏ ਨਿਜਰ ਸਾਹਿਬ। ਬਿਲਕੁਲ। ਤੇ ਹੁਣ ਤੇ ਐਸਾ ਬੰਦਾ ਲੀਕਾ ਮਾਰਦਾ ਪਤਾ ਹੀ ਨਹੀਂ, ਉੱਥੇ ਕਹਿੰਦਾ ਮੈਂ ਤੇ ਦੇਖਣਾ ਨਹੀਂ ਅਗਲੇ ਨੂੰ। ਤੇ ਉਹ ਵੇਖੋ, ਮੈਂ ਕਹਿੰਦਾ ਲੋਕੀ ਉਹ ਕਿੰਨਾ ਪਿਆਰ ਸੀ ਲੋਕਾਂ ਦਾ, ਇਸੇ ਤਰੀਕੇ ਨਾਲ ਲੋਕੀ ਜੁੜੇ ਰਹਿੰਦੇ ਸੀ। ਹੁਣ ਤੇ ਮਕਾਨ, ਉਦੋਂ ਮਕਾਨ ਸਾਡੀ ਇੱਕ ਮੰਮੀ ਦੀ ਮਾਸੀ ਹੁੰਦੀ, ਨਿੱਕਾ ਜਿਹਾ ਕੱਚਾ ਜਿਹਾ ਮਕਾਨ, ਮੈਨੂੰ ਹੁਣ ਇੱਥੇ ਭੇਜੋ ਤੇ ਮੈਂ 2 ਮਿੰਟ ਨਾ ਖਲੋਵਾਂ, ਉਹ ਢਾਟੂ ਦਿੱਤਾ ਉਹਨਾਂ ਨੇ। ਤੇ ਵੇਖੋ ਇੰਨਾ ਪਿਆਰ ਹੋਣਾ, ਉੱਤੇ ਇਕੱਠੇ ਹੋਣਾ ਸਾਰਿਆਂ ਨੇ, ਇੱਕ ਵੱਖਰਾ ਇੱਕ ਜੀਵਨ ਸੀ। ਹੁਣ ਤੇ ਮਕਾਨ ਵੱਡੇ ਹੋ ਗਏ, ਦਿਲ ਛੋਟੇ ਹੋ ਗਏ। ਬੰਦਾ ਪਤਾ ਨਹੀਂ ਆਪਣੇ ਆਪ ਤੋਂ ਕਿਉਂ ਭੱਜ ਰਿਹਾ। ਮੈਂ ਨਹੀਂ ਕਹਿੰਦਾ ਕਿ ਰਿਸ਼ਤੇਦਾਰ ਮਤਲਬ ਆਪਾਂ ਨੂੰ, ਜਿੱਥੇ ਹਰ ਚੀਜ਼ ਦਾ ਆਪਣਾ ਰੋਲ ਆ, ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਬਣਦੀਆਂ ਆਪਾਂ ਨਿਭਾਈਏ। ਤੇ ਥੋੜਾ ਜਿਹਾ ਜੇ ਕੋਈ ਬੰਦਾ ਥੋੜਾ ਜਿਹਾ ਕਪੱਤਾ ਵੀ ਹੈਗਾ ਨਾ, ਤਾਂ ਉਹ ਸਾਡੀ ਹੈਲਪ ਕਰਨ ਦਿਆ, ਉਹ ਸਾਡੇ ਅੰਦਰ ਜਿਹੜੀ ਛੋਟੀ ਭਾਵਨਾ ਨੂੰ ਪ੍ਰਗਟ ਕਰਨ ਚ ਸਾਡੀ ਮਦਦ ਕਰ ਰਿਹਾ। ਸਮਝ ਲਓ ਕਿ ਉਹ ਥਰਮਾਮੀਟਰ ਹੈਗਾ ਜੀ, ਉਹਦੀ ਇਸਤੇਮਾਲ ਕਰੋ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਹੁਣ ਬੁਖਾਰ ਕਿੱਥੋਂ ਪਤਾ ਲੱਗੂਗਾ ਮੈਨੂੰ? ਮੇਰੇ ਮੂੰਹ ਚ ਪਾਓ ਥਰਮਾਮੀਟਰ ਤੇ ਫੇਰ ਹੀ ਬੁਖਾਰ ਆਉਣਾ। ਜੇ ਨਹੀਂ ਹੈਗਾ ਤੇ ਕਿੱਥੋਂ ਆ ਜਾਊਗਾ ਦੱਸੋ ਮੈਨੂੰ? ਥਰਮਾਮੀਟਰ ਕਰ ਦੂਗਾ ਮੇਰੇ ਅੰਦਰ ਬੁਖਾਰ ਪੈਦਾ? ਨਾ, ਅੰਦਰ ਹੈਗਾ ਤੇ ਉਹਨੇ ਪ੍ਰਗਟ ਹੋਣਾ ਜੀ। ਤੇ ਜੇ ਅੰਦਰ ਬੁਖਾਰ ਹੈਗਾ ਤੇ ਉਹਨੇ ਪ੍ਰਗਟ ਹੋ ਜਾਣਾ, ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਕਿੱਥੋਂ ਭੱਜ ਜਾਊਗੇ? ਕਿੱਥੇ ਭੱਜੋਗੇ ਦੱਸੋ? ਭੱਜ ਕੇ ਜਾ ਸਕਦੇ ਕਿਤੇ? ਬੰਦਾ ਘਰੇ ਤੇ ਬੜੀਆਂ ਫੂੰ ਕਰਦਾ, ਜੇ ਦਫ਼ਤਰ ਜਾਂਦਾ ਨਿਜਰ ਸਾਹਿਬ ਉੱਥੋਂ ਕਿਉਂ ਨਹੀਂ ਬੋਲਦਾ? ਉੱਥੇ ਦੇ ਬੌਸ ਦਬਕੇ ਮਾਰਦਾ, ਉੱਥੇ ਚੁੱਪ ਟੈਂ ਫਿਸ਼। ਬਿਲਕੁਲ। ਉੱਥੇ ਤੇ ਨਹੀਂ ਐਟੀਟਿਊਡ ਬਾਹਰ ਆਉਂਦਾ, ਉਹਨੂੰ ਪਤਾ ਨਾ ਅਗਲੇ ਨੇ ਕਹਿਣਾ ਬਾਹਰ ਚੱਲ ਜਾ ਦਫ਼ਤਰ ਚ। ਘਰੇ ਹੀ ਆ ਬਸ ਕਿ ਹਨੀ ਦਾ ਸੱਪ ਵਾਂਗੂ ਫੂਕਾਂ ਮਾਰੀ ਜਾਂਦਾ ਬੰਦਾ। ਹੁਣ ਪਤਾ ਇਹਨਾਂ ਵਿਚਾਰਿਆਂ ਨੇ ਕਿੱਥੇ ਬੋਲਣਾ। ਠੀਕ ਹੈ, ਅੱਜ ਦੀ ਵਿਚਾਰ ਇੱਥੇ। ਸਾਧ ਸੰਗਤ ਜੀ ਥੋੜੀਆਂ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਨੇ, ਇਹਦੇ ਨਾਲ ਕੀ ਹੁੰਦਾ ਕਿ ਗੇਮ ਇੰਟਰਸਟਿੰਗ ਰਹਿੰਦੀ ਹੈ। ਧਰਮ ਦਾ ਮਤਲਬ ਇਹ ਆ ਕਿ ਥੋੜਾ ਜਿਹਾ ਜੋ ਆਪਾਂ ਐਕਸ਼ਨ ਕਰਦੇ ਹਾਂ, ਜਿੱਦਾਂ ਦਾ ਵੀ ਆਪਾਂ ਜੀਵਨ ਬਤੀਤ ਕਰਦੇ ਹਾਂ, ਉਹ ਤੇ ਥੋੜੀ ਜਿਹੀ ਨਜ਼ਰ ਰੱਖੀ ਹੈ। ਤੇ ਬਾਕੀ ਜਿੱਥੇ ਰਿਸਪੋਂਸਿਬਿਲਿਟੀਆਂ ਸਾਡੀਆਂ ਹੈਗੀਆਂ ਉਹਨੂੰ ਨਿਭਾਓ, ਆਪਣਾ ਬਾਖੂਬੀ ਨਿਭਾਓ। ਇਹਦਾ ਮਤਲਬ ਥੋੜੀ ਕਿ ਮੇਰੇ ਕਹਿਣ ਜਾਂ ਨਿੱਜਰ ਸਾਹਿਬ ਦੇ ਕਹਿਣ ਤੇ ਤੁਸੀਂ ਕੰਮ ਕਰਨੇ। ਇਹ ਤੇ ਤੁਹਾਨੂੰ ਕਾਮਨ ਸੈਂਸ ਚਾਹੀਦੀ ਹੈ। ਤੁਸੀਂ ਜਿੱਦਾਂ ਦਾ ਕਰਮ ਕਰਨਾ ਵਾ ਸੇਮ ਹੀ ਤੇ ਪ੍ਰਗਟ ਹੋ ਰਿਹਾ। ਤੁਸੀਂ ਪਾਣੀ ਤੇ ਕਹਿਣ ਦਿਆ ਵੀ ਜੇ ਤੂੰ ਪਤਾ ਨੀ ਕੀ ਬੀਜਦਾ ਤੇ
ਬੀਜੇ ਦਾਖ ਬਿਜੋਰੀਆਂ ਲਦਾਖ ਕੀ ਮਿਲਦੀਆਂ ਤੈਨੂੰ? ਨਹੀਂ, ਬੀਜੇ ਦਾਖ ਬਿਜੋਰੀਆਂ ਕਿੱਕਰ ਬੀਜੇ ਨਹੀਂ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਹਾਂ, ਤੇ ਜੇ ਤੂੰ ਚਾਹੁੰਦਾ ਵਾ ਕਿ ਚੰਗੀ ਚੀਜ਼ ਪ੍ਰਗਟ ਹੋਵੇ ਤੇ ਫਿਰ ਇਹਦਾ ਮਤਲਬ ਕਿ ਸੋਹਣੀ ਸਫਲ ਸਾਫ ਸੁਥਰੀ ਫਸਲ ਬੀਜੋ। ਤੇ ਉਹ ਜਦੋਂ ਆਪਾਂ ਬੀਜਿਆ ਚੰਗਾ ਕਰਮੇ ਤੇ ਮਾੜਾ ਕਿੱਥੋਂ ਪ੍ਰਗਟ ਹੋਣਾ? ਹੋ ਹੀ ਨਹੀਂ ਸਕਦਾ ਮਾੜਾ ਪ੍ਰਗਟ। ਕੁਦਰਤ ਦੇ ਘਰ ਤੇ ਬਾਣੀ ਤੇ ਕਹਿੰਦੀ ਆ ਕਿ ਸੱਚ ਦੀ ਤਕੜੀ ਜਿਹੜੀ ਸੱਚੀ ਹੈ, ਜੋ ਤੂੰ ਬੀਜਣਾ ਬਈ ਉਹੀ ਪ੍ਰਗਟ ਹੋਣਾ। ਹਾਂ, ਤੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਜੇ ਕਿਸੇ ਨੇ ਮਾੜਾ ਵੀ ਕੀਤਾ ਤੇ ਉਹਨੂੰ ਵੀ ਦੇਖ ਕੇ ਨਿੱਠ ਕਰੋ, ਉਹਨੂੰ ਛੱਡ ਦੋ। ਉਹਦੇ ਕਰਕੇ ਆਪਾਂ ਆਪਣਾ ਚੰਗਾ ਸੁਭਾਅ ਦਾ ਤਿਆਗ ਨਹੀਂ ਕਰਨਾ। ਇਹੋ ਹੀ ਸੱਚ ਹੈ। ਪਰਮਾਤਮਾ ਤੇ ਉਹ ਸਿਖਾਉਂਦੇ ਆ। ਉਹ ਕਹਿੰਦਾ ਜਦੋਂ ਮੈਂ ਤੇਰੀ ਇੰਨੀ ਔਗਣ ਮਾਫ਼ ਕਰਦੇ ਆ ਤੇ ਤੂੰ ਜੇ ਮੈਨੂੰ ਮਿਲਣਾ ਚਾਹੁੰਦਾ ਤੇ ਤੂੰ ਨਹੀਂ ਮਾਫ਼ ਕਰ ਸਕਦਾ ਕਿਸੇ ਨੂੰ। ਤੈਨੂੰ ਵੀ ਮਾਫ਼ ਕਰਨਾ ਪੈਣਾ ਲੋਕਾਂ ਨੂੰ ਭਾਈ। ਉਹ ਕਹਿੰਦਾ ਕਿ ਜਦੋਂ ਤੂੰ ਕਿਸੇ ਵੱਲ ਇੱਕ ਉਂਗਲ ਕਰਦਾ ਤੇ 3 ਉਂਗਲਾਂ ਤੇਰੇ ਵੱਲ ਆ। ਵੇਖ, 3 ਉਂਗਲਾਂ, ਜਦੋਂ ਇੱਕ ਉਂਗਲ ਕਿਸੇ ਵੱਲ ਕਰਦਾ 3 ਉਂਗਲਾਂ ਤੇਰੇ ਵੱਲ ਆ। ਇਹਦਾ ਮਤਲਬ ਕਿ ਉਂਗਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰ। ਜੇ ਤੂੰ ਕਿਸੇ ਨੂੰ ਜੱਜ ਕਰ ਰਿਹਾ ਤੇ ਤੈਨੂੰ ਮੈਂ ਵੀ ਜੱਜ ਕਰਾਂਗਾ। ਜੇ ਕਿਸੇ ਨੂੰ ਤੂੰ ਮਾਫ਼ ਕਰ ਦੇਣਾ ਤੇ ਮੈਂ ਵੀ ਮਾਫ਼ ਕਰ ਦਾਂਗਾ ਜਾਂ ਮਾਫ਼ ਕਰਦਾ। ਇੰਨੀ ਵੱਡੀ ਗੱਲ ਹੈ ਪਰਮਾਤਮਾ ਦੇ ਵੱਲੋਂ, ਕਿਉਂਕਿ ਮਾਫ਼ ਕਰਨਾ ਜਿਹੜਾ ਇਹ ਗੁਣ ਪਰਮਾਤਮਾ ਦਾ ਹੈ। ਪਰਮਾਤਮਾ ਮਾਫ਼ ਕਰ ਦਿੰਦਾ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਤੇ ਸਾਧ ਸੰਗਤ ਜੀ, ਬਾਕੀ ਸਾਧਨਾ ਕਰਿਆ ਕਰੋ, 2 ਟਾਈਮ ਤੇ ਕਰੋ। ਵੈਸੇ 40-45 ਮਿੰਟ 30 ਮਿੰਟ ਸਾਧਨਾ ਕਰੋਗੇ ਨਾ ਤੇ ਇਹਦੇ ਨਾਲ ਤੁਹਾਡਾ ਜੀਵਨ ਬੜਾ ਸੁਥਰਾ ਹੋ ਜਾਊਗਾ, ਬਹੁਤ ਸੁਥਰਾ, ਬੜਾ ਰਿਦਮ ਚ ਆ ਜਾਊਗਾ। ਜਿੱਦਾਂ ਦੇਖੋ ਕੋਈ ਵੀ ਸੰਗੀਤ ਹੁੰਦਾ ਨਾ, ਮਿਊਜ਼ਿਕ ਇੰਸਟਰੂਮੈਂਟ ਜਿਹੜਾ ਹੁੰਦਾ ਨਾ, ਜਦੋਂ ਤਾਲ ਦੇ ਵਿੱਚ ਚੱਲਦਾ ਹੈ ਤੇ ਉਹ ਬੜਾ ਚੰਗਾ ਲੱਗਦਾ ਹੈ। ਜੇ ਜੀਵਨ ਵੀ ਆਪਾਂ ਉਸੇ ਤਰੀਕੇ ਨਾਲ ਚਲਾਉਂਦੇ ਆ ਨਾ, ਜੀਵਨ ਜੀਉਣਾ ਇੱਕ ਕਲਾ ਹੈ, ਪਰ ਤੁਸੀਂ ਇਹਨੂੰ ਸਿੱਖੋ ਜ਼ਰੂਰ। ਇਹ ਨਹੀਂ ਹੁੰਦਾ ਕਿ ਪਾਠ ਪੜ੍ਹ ਲਿਆ ਤੇ ਜੀਵਨ ਤੇ ਸੁਧਰ ਜਾਣਾ। ਪਾਠ ਪੜ੍ਹਨਾ ਇੱਕ ਅਲੱਗ ਚੀਜ਼ ਹੈ, ਉਹ ਸਾਡੀ ਰੂਹਾਨੀਅਤ ਹੈ। ਪਰ ਜੀਵਨ ਜਿਹੜਾ, ਹੁਣ ਮੈਂ ਸਾਰਾ ਦਿਨ ਉੱਥੇ ਗੁਰਦੁਆਰੇ ਮੱਥਾ ਵੀ ਟੇਕਿਆ, ਸੇਵਾ ਵੀ ਕੀਤੀ, ਤੇ ਘਰੇ ਆ ਕੇ ਮੈਂ ਲੋਕਾਂ ਦਾ ਦਿਲ ਦਿਖਾਈ ਜਾਣਦੇ ਆ, ਫਾਲਤੂ ਆਵਾ ਧਾਵਾ ਬੋਲਦਾ ਹੈ, ਕੰਦਾ ਬੋਲਦਾ ਹੈ, ਫਿੱਕਾ ਬੋਲਦਾ, ਤੇ ਉਹ ਪਰਮਾਤਮਾ ਨੇ ਲਾਈਕ ਥੋੜੀ ਕਰਨਾ। ਪਰਮਾਤਮਾ ਤੇ ਵੇਂਦਾ ਮੇਰੀ ਪਾਤਰਤਾ, ਮੈਂ ਕੀ ਦੇਣਾ ਲੋਕਾਂ ਨੂੰ। ਜੋ ਸਮਾਜ ਨੂੰ ਮੈਂ ਦੇਣਾ ਉਹੀ ਵਾਪਸ ਆਉਣਾ। ਹੁਣ ਜੇ ਤੁਸੀਂ ਬੈਂਕ 'ਚ ਪੈਸੇ ਜਮਾ ਕਰਾਓਗੇ ਤੇ ਕਢਾ ਵੀ ਲਓਗੇ, ਜੇ ਤੁਸੀਂ ਜਮਾ ਹੀ ਨਹੀਂ ਕਰਾਏ ਤੇ ਕਿੱਥੋਂ ਕਢਾਓਗੇ? ਦੱਸੋ, ਬੈਂਕ ਵਾਲੇ ਆਪਣੇ ਕੋਲ ਥੋੜੀ ਪਾ ਦੇਣੇ। ਇਸੇ ਤਰ੍ਹਾਂ ਹੀ ਜਿਹੜੀ ਤੁਸੀਂ ਚੀਜ਼ ਬੀਜੀ ਹੈ ਉਹ ਤੁਹਾਨੂੰ ਵਾਪਸ ਮਿਲੂਗੀ ਨਹੀਂ, ਉਸੇ ਟਾਈਮ ਹੀ ਵਾਪਸ ਮਿਲ ਜਾਣੀ ਹੈ। ਜੇ ਤੁਸੀਂ ਕਿਸੇ ਨੂੰ ਨਹੀਂ ਵੀ ਕੁਝ ਦੇਣਾ ਤੇ ਸਤਿ ਸ੍ਰੀ ਅਕਾਲ ਹੀ ਬੁਲਾ ਦਿਓ, ਸਤਿ ਸ੍ਰੀ ਅਕਾਲ ਕਰ ਦਿਓ, ਤੇ ਉਹ ਅਗਲੇ ਉਹਨੇ ਇੱਕ ਕਹਿਣਾ ਵਾ, ਉਹਨੇ ਵੀ ਬੜੇ ਖੁਸ਼ ਹੋ ਕੇ ਤੁਹਾਨੂੰ ਉਸੇ ਤਰ੍ਹਾਂ ਹੀ ਗ੍ਰੀਟ ਵਾਪਸ ਕਰਨੀ। ਅਗਰ ਨਹੀਂ ਵੀ ਬੋਲਦਾ ਤਾਂ ਕੋਈ ਗੱਲ ਨਹੀਂ, ਉਹਦੀ ਕਿਹੜੀ ਗੱਲ ਨਹੀਂ ਬੋਲੀ। ਤੁਸੀਂ ਤਾਂ ਆਪਣਾ ਕਰਮ ਕਰੋ ਨਾ, ਤੁਸੀਂ ਤੇ ਨਾ ਸਟੈਪ ਬੈਕ ਕਰੋ। ਠੀਕ ਹੈ ਨੇ ਜੀ ਸਾਹਿਬ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ ਵੀਰ ਜੀ, ਬਹੁਤ ਵਧੀਆ।